ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਬੇਸ਼ੁਮਾਰ ਅਥਾਹ ਅਗਨਿਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਹਾਂਜੀ। ਆਸਾ ਮਹਿਲਾ ਪਹਿਲਾ। ਇਕ ਆਵਹਿ ਇਕ ਜਾਵਹਿ ਆਈ, ਇਕ ਹਰ ਰਾਤੇ ਰਹਿ ਸਮਾਈ। ਇਕ ਧਰਨ ਗਗਨ ਮੈਂ ਠੌਰ ਨ ਪਾਵਹਿ, ਸੇ ਕਰਮਹੀਣ ਹਰ ਨਾਮ ਧਿਆਵਹਿ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਭਾਵਨਾ ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਉਸ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੋ। ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਅਗਮੀ ਖਜ਼ਾਨੇ ਵਿੱਚ ਬੇਅੰਤ ਐਸੀਆਂ ਬਖਸ਼ਿਸ਼ਾਂ ਨੇ, ਜਿਸ ਬਖਸ਼ਿਸ਼ਾਂ ਤੋਂ ਅਸੀਂ ਮਨੁੱਖੀ ਜੀਵਨ ਹੋਣ ਦੇ ਬਾਵਜੂਦ ਵਾਂਝੇ ਹਾਂ। ਜੇ ਮਨੁੱਖੀ ਜੀਵਨ ਹੋਣ ਦੇ ਬਾਵਜੂਦ ਵੀ ਅਸੀਂ ਵਾਂਝੇ ਰਹਿ ਗਏ ਤੇ ਫਿਰ ਮਹਾਰਾਜ ਕਹਿੰਦੇ ਕਿ ਜਿਹੜਾ ਇਹ ਮਨਮੁਖੀ ਜਨਮ ਹੈ ਉਹ ਜਨਮ ਹਾਰ ਕੇ ਹੀ ਜਾਂਦਾ ਹੈ, ਔਰ ਜਿਹੜਾ ਗੁਰਮੁਖ ਹੈ ਉਹ ਜਿੱਤ ਕੇ ਜਾਂਦਾ ਹੈ। ਅੱਜ ਦੇ ਸ਼ਬਦਾਂ ਦੀ ਲੜੀ ਦੇ ਵਿੱਚ ਗੁਰਮੁਖ ਅਤੇ ਮਨਮੁਖ ਦਾ ਆਪਸੀ ਸਤਿਗੁਰੂ ਜੀ ਨੇ ਸੰਵਾਦ ਦੱਸਿਆ, ਔਰ ਜਦ ਗੁਰਮੁਖ ਅਤੇ ਮਨਮੁਖ ਆਪਸ ਦੇ ਵਿੱਚ ਦੁਨੀਆ ਦੇ ਲੋਕ ਵੇਖਦੇ ਨੇ ਅਤੇ ਗੁਰਮੁਖ ਜਿਹੜਾ ਜੀਵ ਹੈ ਉਹ ਪ੍ਰਭੂ ਦੇ ਉੱਤੇ ਪੂਰਨ ਵਿਸ਼ਵਾਸ ਆਸਥਾ, ਕਹੋ ਨਾਨਕ ਨਿਹ ਚਾਉ ਧਿਆਵੈ, ਪੂਰਨ ਵਿਸ਼ਵਾਸ ਰੱਖ ਕੇ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਪਰ ਮਨਮੁਖ ਜਿਹੜਾ ਹੈ ਉਹ ਰੱਬ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਰੱਖਦਾ, ਔਰ ਉਹ ਆਪਣਾ ਜੀਵਨ ਵਿਕਾਰਾਂ ਵਿੱਚ ਸਮੇਂ ਨੂੰ ਗਲਤਾਨ ਕਰਕੇ ਬਤੀਤ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਸਾ ਰਾਗ ਦੇ ਵਿੱਚ ਕਿਉਂ ਕਹਿ ਰਹੇ ਪ੍ਰਭੂ 'ਤੇ ਵਿਸ਼ਵਾਸ ਰੱਖੋ? ਜਿਹੜਾ ਬੰਦਾ ਪ੍ਰਭੂ 'ਤੇ ਵਿਸ਼ਵਾਸ ਰੱਖੇਗਾ, ਪਾਰ ਬ੍ਰਹਮ ਪਰਮੇਸ਼ਵਰ ਦੀ ਹੋਂਦ ਨੂੰ ਕਬੂਲ ਕਰੇਗਾ, ਉਹਨੂੰ ਪਹਿਲਾਂ ਆਪਣੇ ਆਪ 'ਤੇ ਵਿਸ਼ਵਾਸ ਆਏਗਾ। ਉਹ ਆਪਣੇ ਜੀਵਨ ਨੂੰ ਕਬੂਲ ਕਰੇਗਾ, ਭਾਵੇਂ ਦੁੱਖ ਹੋਏ ਭਾਵੇਂ ਸੁੱਖ ਹੋਏ। ਆਪਣੀ ਸਾਰੀਆਂ ਇਸ ਆਲੇ ਦੁਆਲੇ ਦੇ ਦਾਇਰੇ ਨੂੰ ਪ੍ਰਭੂ ਦਾ ਭਾਣਾ ਮੰਨ ਕੇ ਕਬੂਲ ਕਰਕੇ ਫਿਰ ਆਪਣੇ ਜੀਵਨ ਨੂੰ ਉਹ ਚੰਗੇ ਪਾਸੇ ਲੈ ਕੇ ਜਾਣ ਲਈ ਤੁਰੇਗਾ। ਇੱਕ ਐਸੀ ਅਵਸਥਾ ਉਹਦੇ ਜੀਵਨ ਵਿੱਚ ਆਏਗੀ ਕਿ ਫਿਰ ਨਾ ਉਹਨੂੰ ਦੁੱਖ ਤੰਗ ਕਰ ਸਕੇਗਾ ਅਤੇ ਨਾ ਉਹਨੂੰ ਸੁੱਖ ਸਤਾ ਸਕੇਗਾ, ਨਾ ਉਹਨੂੰ ਸੁੱਖ ਗਲਤਾਨ ਕਰ ਸਕੇਗਾ। ਸੋ ਸਤਿਗੁਰੂ ਜੀ ਨੇ ਅੱਜ ਦੇ ਸ਼ਬਦਾਂ 'ਚ ਇਹ ਸ਼ਬਦ ਆਸਾ ਰਾਗ ਦੇ ਨੇ 335 ਤੇ 353 ਅੰਗ ਤੋਂ ਅਸੀਂ ਅੱਜ ਸ਼ਬਦਾਂ ਦੀ ਲੜੀ ਸ਼ੁਰੂ ਕਰ ਰਹੇ ਹਾਂ। ਬਖਸ਼ੋ ਅਸੀਸ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਇੱਕ ਆਵਹਿ ਇੱਕ ਜਾਵਹਿ ਆਈ। ਮਨਮੁਖਤਾਈ ਜੀਵਨ ਜਿਹੜਾ ਇਸ ਜੀਵਨ ਨੂੰ ਜਿਉਣ ਵਾਲਾ ਮਨੁੱਖ ਹੈ ਉਹ ਆ ਕੇ ਚਲਾ ਜਾਂਦਾ ਹੈ। ਨਰੂ ਮਰੈ ਨਰ ਕਾਮ ਨਾ ਆਵੈ,
ਪਸ਼ੂ ਮਰੈ ਦਸ ਕਾਜ ਸਵਾਰੈ। ਉਹ ਆਇਆ, ਜਨਮ ਲਿਆ, ਪਰ ਉਹ ਆ ਕੇ ਚਲਾ ਗਿਆ। ਔਰ ਇੱਕ ਵਾਰੀ ਨਹੀਂ, ਬਹੁਤ ਵਾਰੀ ਜੰਮ ਜੰਮ ਕੇ ਮਰਦਾ, ਮਰ ਮਰ ਕੇ ਜੰਮਦਾ ਬੰਦਾ, ਫਿਰ ਬਹੁਤ ਸਦਾਏ ਪਿਆ ਦੇਸ ਲੰਮੇ। ਉਹ ਲੰਮੇ ਸਫ਼ਰ ਦੇ ਵਿੱਚ ਆਉਣ ਜਾਵਣ 'ਚ ਪੈ ਜਾਂਦਾ ਹੈ। ਇੱਕ ਹਰ ਰਾਤੇ ਰਹਿ ਸਮਾਈ। ਪਰ ਇੱਕ ਗੁਰਮੁਖ ਜਿਹੜਾ ਹੈ, ਜਿਹੜਾ ਆਪਣੇ ਜੀਵਨ ਨੂੰ ਸਮਝਣ ਵਾਲਾ ਹੈ, ਉਹ ਇਸੀ ਜੀਵਨ ਵਿੱਚ ਪ੍ਰਭੂ ਦੇ ਸਿਮਰਨ ਵਿੱਚ ਰਤਿਆ ਜਾਂਦਾ ਹੈ ਅਤੇ ਪ੍ਰਭੂ ਦੇ ਵਿੱਚ ਹੀ ਸਮਾ ਜਾਂਦਾ ਹੈ। ਉਹ ਫਿਰ ਆ ਕੇ ਜਾਂਦਾ ਨਹੀਂ ਹੈ। ਸਰੀਰ ਤੇ ਭਾਵੇਂ ਫਨਾ ਹੋ ਜਾਏ, ਉਹ ਤੇ ਰਾਤੀ ਵੀ ਵਿਚਾਰਿਆ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਜਾਣਾ ਪਰ ਉਹ ਸਮਾ ਜਾਂਦਾ। ਇੱਕ ਧਰਨ ਗਗਨ ਮੈਂ ਠੌਰ ਨਾ ਪਾਵੈਂ। ਇੱਕ ਮਨਮੁਖ ਹੈ, ਉਹ ਸੋਚਦੇ ਨੇ ਸ਼ਾਇਦ ਇੱਥੇ ਸੁੱਖ ਨਹੀਂ, ਉੱਧਰ ਚਲੇ ਜਾਈਏ ਸੁੱਖ ਮਿਲ ਜਾਏਗਾ। ਇੱਥੇ ਸਾਡਾ ਘਾਟਾ ਹੈ, ਇੱਥੇ ਲੁੱਟ ਖਸੁੱਟ ਕਰ ਲਈਏ, ਲੋਕੀ ਸਾਨੂੰ ਮਾੜਾ ਬੋਲਦੇ, ਉੱਥੇ ਚਲੇ ਜਾਈਏ ਠੀਕ ਕਰਾਂਗੇ। ਮਹਾਰਾਜ ਕਹਿੰਦੇ ਜਿੱਥੇ ਮਰਜ਼ੀ ਚਲੇ ਜਾਓ, ਅੰਦਰ ਝੂਠ ਹੈ, ਬਾਹਰ ਜਿੱਥੇ ਮਰਜ਼ੀ ਫੈਲ ਜਾਓ। ਮਹਾਰਾਜ ਕਹਿੰਦੇ ਜਿੱਥੇ ਜਾਓਗੇ ਉੱਥੇ ਕੂੜ ਵਰਤਾਓਗੇ, ਆਪਣਾ ਆਲਾ ਦੁਆਲਾ ਦੁਖੀ ਕਰੋਗੇ। ਗੱਲ ਤੇ ਇਹ ਹੈ, ਅੰਦਰ ਸੁੱਖ ਵਰਤ ਗਿਆ, ਸਾਰੇ ਪਾਸੇ ਸੁੱਖ ਹੈ। ਇਹਨੂੰ ਮਹਾਰਾਜ ਕਹਿੰਦੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਔਰ ਇਸ ਕਰਕੇ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ। ਜਿੱਧਰ ਮਰਜ਼ੀ ਦੇਸ਼ਾਂ ਵਿਦੇਸ਼ਾਂ 'ਚ ਬੰਦਾ ਕਹੇ ਮੈਂ ਸੁਖੀ ਹੋ ਜਾਵਾਂਗਾ, ਠੀਕ ਹੈ, ਤੈਨੂੰ ਸੁੱਖ ਸਹੂਲਤ ਸਰੀਰ ਦੀ ਮਿਲ ਜਾਏਗੀ, ਆਲੇ ਦੁਆਲੇ ਦੀ ਮਿਲ ਜਾਏਗੀ, ਪਰ ਮਨ ਦੇ ਅੰਦਰੋਂ ਫਿਰ ਦੁਖੀ ਰਹੇਗਾ, ਮਨ ਦੇ ਅੰਦਰ ਫਿਰ ਖੋ ਪਏਗੀ। ਮਹਾਰਾਜ ਕਹਿੰਦੇ ਸਭ ਤੋਂ ਵੱਡੀ ਦੌਲਤ ਪਤਾ ਕੀ ਹੈ? ਜਦ ਸਾਡੇ ਹੱਥ ਪੈਰ ਤੁਰ ਰਹੇ ਹੋਣ ਨਾ, ਅਸੀਂ ਭੋਜਨ ਖਾ ਕੇ ਹਜ਼ਮ ਕਰ ਰਹੇ ਹੋਣ, ਅਤੇ ਅਸੀਂ ਪਰਿਵਾਰਾਂ ਨਾਲ, ਇਸ ਸੰਸਾਰ ਦੀ ਸਭ ਤੋਂ ਵੱਡੀ ਦੌਲਤ ਇਹੀ ਸਿਹਤ ਹੈ, ਤੰਦਰੁਸਤੀ ਹੈ। ਜਿੰਨਾ ਚਿਰ ਤੱਕ ਇਹ ਹੈ ਪ੍ਰਭੂ ਦਾ ਸਿਮਰਨ ਇਹ ਸਰੀਰ ਕਰਕੇ ਰਾਜ਼ੀ ਨਹੀਂ, ਫਿਰ ਜਦ ਇਹ ਤਾਕਤ, ਇਹ ਸਰਮਾਇਆ ਖਤਮ ਹੋਣ ਲੱਗਦਾ, ਫਿਰ ਬੰਦਾ ਸੋਚਦਾ ਹੁਣ ਕੀ ਕਰੀਏ। ਮਹਾਰਾਜ ਕਹਿੰਦੇ ਉਹ ਆਪਣਾ ਜੀਵਨ ਇੱਕ ਧਰਨ ਗਗਨ ਮੈਂ ਠੌਰ ਨਾ ਪਾਵੈਂ। ਉਹਨਾਂ ਨੂੰ ਕਿੱਥੇ ਠੌਰ ਠਾਉ, ਸ਼ਾਂਤੀ ਵਾਲਾ ਜੀਵਨ ਨਹੀਂ ਮਿਲਦਾ, ਕਿਉਂਕਿ ਅੰਦਰ ਕਲੇਸ਼ ਹੈ, ਅੰਦਰ ਰੌਲਾ ਪਿਆ ਹੋਇਆ। ਸੇ ਕਰਮਹੀਣ ਹਰ ਨਾਮ ਨਾ ਧਿਆਵੈਂ, ਕਿਉਂਕਿ ਕਰਮਹੀਣ ਬੰਦੇ ਉਹ ਨਾਮ ਨਹੀਂ ਧਿਆਉਂਦੇ। ਅਤੇ ਸਤਿਗੁਰ ਅੱਗੇ ਅਰਦਾਸ ਕਰੀਏ, ਕਰਮਹੀਣ ਧਨ ਕਰਹਿ ਬੇਨੰਤੀ, ਕਦ ਨਾਨਕ ਆਵਹਿ ਵਾਰੀ, ਸਭ ਸੁਹਾਗਣ ਮਾਣਹਿ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਸਾਨੂੰ ਵੀ ਉਹ ਸੁੱਖ ਦਿਓ ਜਿਹੜਾ ਸੁੱਖ ਗੁਰਮੁਖਾਂ ਦੇ ਹਿਰਦੇ ਵਿੱਚ ਵਰਤਦਾ, ਤਾਂ ਕਿ ਅਸੀਂ ਜਿੱਥੇ ਵੀ ਬੈਠੀਏ, ਜਿੱਥੇ ਵੀ ਜਾਈਏ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਸਾਡਾ ਜੀਵਨ ਬਾਹਰੋਂ ਭਾਵੇਂ ਜਿੰਨੀ ਮਰਜ਼ੀ ਜ਼ਹਿਰੀ ਹਵਾਵਾਂ, ਜਿੰਨੀ ਮਰਜ਼ੀ ਤੱਤੀਆਂ ਹਵਾਵਾਂ ਵਹਿ ਰਹੀਆਂ ਹੋਣ, ਪਰ ਸੱਚੇ ਪਾਤਸ਼ਾਹ ਅੰਦਰ ਪ੍ਰਭੂ ਦੇ ਨਾਮ ਬਾਣੀ ਦਾ ਅੰਮ੍ਰਿਤ ਸਿਮਰਨ ਚੱਲ ਰਿਹਾ ਹੋਏ ਜੀ। ਗੁਰਪੂਰੇ ਤੇ ਗਤ ਮਿਤ ਪਾਈ, ਇਹ ਸੰਸਾਰ ਬਿਖ ਵਤ ਅਤ ਭਉਜਲ, ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ। ਸੱਚੇ ਪਾਤਸ਼ਾਹ ਮਹਾਰਾਜ ਰਹਾਉ ਦੀ ਤੁਕਾਂ ਦੇ ਵਿੱਚ ਕਹਿੰਦੇ ਗੁਰ ਪੂਰੇ ਗੁਰੂ ਦੇ ਰਾਹੀਂ ਇਹ ਸੋਝੀ ਮਿਲਣੀ ਹੈ। ਗੁਰ ਪੂਰੇ ਤੇ ਗਤ ਮਿਤ ਪਾਈ। ਜੇ ਅਸੀਂ ਚਾਹੁੰਦੇ ਹਾਂ ਕਿ ਜੇ ਗੁਰੂ ਰਾਮਦਾਸ ਜੀ ਦਾ ਬਚਨ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਛੋਟੀ ਜਿਹੀ ਤੁਕ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਮੈਂ ਰਜਿਆ ਰਾਂ, ਦੁੱਖ ਵਿੱਚ ਸੁਖ ਮਨਾਈ। ਦੁੱਖ ਵਿੱਚ ਵੀ ਸੁਖ ਮੰਨਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ ਹਾਂ, ਭਾਣੇ ਨੂੰ ਮੰਨ ਕੇ, ਉਹਦੀ ਰਜ਼ਾ ਵਿੱਚ ਰਹਿ ਕੇ ਦੁੱਖ ਵਿੱਚ ਸੁਖ ਮਨਾਈ ਦਾ ਸੱਚ ਵਰਤਦਾ ਹੈ। ਇਹ ਗਤਮਿਤ ਗੁਰੂ ਤੋਂ ਮਿਲਦੀ ਹੈ। ਦੁੱਖ ਵਿੱਚ ਵੀ ਸੁੱਖ ਕਿਵੇਂ ਮਨਾਉਣਾ ਹੈ, ਕਿ ਸਾਰੇ ਸਮੇਂ ਦੇ ਵਿੱਚ, ਸਾਰੇ ਜੀਵਨ 'ਚ ਬਸ ਇਹ ਕਹਿਣਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਨ। ਇਹ ਕਹਿਣਾ, ਉਦਮ ਕਰੋ ਕਰਾਵੋ ਠਾਕੁਰ ਭੇਟਤ ਸਾਧੂ ਸੰਗ। ਜੇ ਦੁੱਖ ਦਿੱਤੇ ਨੇ ਤੇ ਇਹਨਾਂ ਦੁੱਖਾਂ ਤੋਂ ਨਿਕਲਣ ਦਾ ਉਦਮ ਵੀ ਬਖਸ਼ ਦਿਓ ਮਹਾਰਾਜ। ਇਹਨਾਂ ਦੁੱਖਾਂ ਵਾਲੀਆਂ ਤੱਤੀਆਂ ਹਵਾਵਾਂ ਤੋਂ ਬਚਾ ਲਓ, ਇਹ ਵੀ ਉਦਮ ਬਖਸ਼ੋ। ਇਹ ਸੰਸਾਰ ਬਿਖਵਤ ਅਤ ਭੌਜਲ, ਬਿਖਵਤ ਤੇ ਅਰਧ ਵਿਸ਼ਰਾਮ ਹੈ, ਅਤ ਭੌਜਲ ਤੇ ਪੂਰਨ ਹੈ। ਇਹ ਸੰਸਾਰ ਬਿਖਵਤ, ਜ਼ਹਿਰ ਦਾ ਭਰਿਆ ਹੋਇਆ, ਅਤ ਭੌਜਲ, ਭਰਿਆ ਹੀ ਭਰਿਆ। ਇਹਦੀਆਂ ਲਹਿਰਾਂ ਪਤਾ ਨਹੀਂ ਥਪੇੜੇ ਕਿੱਥੋਂ ਆਉਣਗੇ, ਕਿਸ ਵੇਲੇ ਆਉਣਗੇ। ਗੁਰ ਸ਼ਬਦੀ ਹਰ ਪਾਰ ਲੰਘਾਈ। ਜੇ ਇਥੋਂ ਪਾਰ ਲੰਘਣਾ, ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਤੋਂ ਹੀ, ਗੁਰੂ ਦੇ ਸ਼ਬਦ ਰਾਹੀਂ ਪਾਰ ਲੰਘਿਆ ਜਾਂਦਾ ਹੈ। ਰਹਾਉ ਜਿਨ ਕੋ ਆਪ ਲੈ ਪ੍ਰਭ ਮੇਲ, ਤਿਨ ਕੋ ਕਾਲ ਨ ਸਾਕੈ ਪੇਲ।
ਗੁਰਮੁਖ ਨਿਰਮਲ ਰਹਿ ਪਿਆਰੇ, ਜਿਉ ਜਲ ਅੰਬ ਉਪਰ ਕਮਲ ਨਿਰਾਰੇ। ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਨਾ ਗੁਰੂ ਦੇ ਰਾਹੀਂ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਡੀਠ ਦਾ ਮਤਲਬ ਵੇਖ ਲਿਆ, ਗੁਰੂ ਨੂੰ ਮੈਂ ਵੇਖ ਲਿਆ ਜਿਵੇਂ ਸੁਣਦੇ ਸੀ ਅਸੀਂ ਗੁਰੂ ਜੀ ਬਾਰੇ। ਕਿਵੇਂ ਕੀ ਨੇ? ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਛੜਿਆਂ ਨੂੰ ਮੇਲਣ ਵਾਲੀ ਹੈ। ਇਹ ਤੇ ਕਈ ਚਿਰਾਂ ਦੇ ਅਸੀਂ ਟੁੱਟੇ ਹੋਏ ਹਾਂ। ਟੂਟੀ ਗਾਂਡਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਕਿਉਂਕਿ ਉਹ ਜੋੜਨ ਵਾਲਾ ਹੈ, ਤੇ ਕੱਲੀ ਉਹਨੂੰ ਸਾਡੀ ਨਹੀਂ। ਸਰਬ ਕੀ ਚਿੰਤਾ ਜਿਸ ਮਨ ਮਾਨ ਤਿਸ ਤੇ ਬਿਰਥਾ। ਇਹ ਉਸ ਤੋਂ, ਉਹਦੀ ਨਜ਼ਰਾਂ ਤੋਂ ਕੋਈ ਬਾਹਰ ਨਹੀਂ। ਮਹਾਰਾਜ ਕਹਿੰਦੇ ਉਸ ਤੋਂ ਕੋਈ ਲੁਕਿਆ ਨਹੀਂ, ਉਸ ਤੋਂ ਕੋਈ ਇਹ ਨਾ ਕਹੀਏ ਕਿ ਉਹਦੇ ਉੱਤੇ ਕਿਰਪਾ ਸਾਡੇ ਤੇ ਨਹੀਂ। ਉਹ ਸਭ ਨੂੰ ਵੇਖਦਾ ਹੈ। ਤੇ ਜੇ ਸਿਮਰਨ ਕਰੇਗਾ ਤੇ ਸਿਮਰਨ ਕੀ ਕੁਝ ਕਰਨ ਵਾਲੀ ਹੈ। ਪ੍ਰਭੂ ਦੇ ਸਿਮਰਨ ਦੇ ਵਿੱਚ 9 ਨਿਧੀਆਂ ਰਿਧੀਆਂ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ 'ਚ ਕਹਿੰਦੇ ਆ। ਭਗਤ ਵੀ ਸਿਮਰਨ ਵਿੱਚੋਂ ਬਣੇ ਨੇ। ਭਗਤ ਤੋਂ ਬਾਅਦ ਜਤੀ ਸਤੀ ਵੀ ਸਿਮਰਨ ਵਿੱਚੋਂ ਬਣੇ ਨੇ। ਜਿਹੜਾ ਨੀਚ ਵੀ ਹੈ ਉਹਨੂੰ ਵੀ ਸਿਮਰਨ ਉੱਚਾ ਕਰ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਜਿਹਦੇ ਉੱਤੇ ਇਹ ਕਿਰਪਾ ਹੋ ਗਈ, ਪ੍ਰਭੂ ਦਾ ਮਿਲਾਪ ਹੋ ਗਿਆ, ਤਿੰਨ ਕੋ ਕਾਲ ਨਾ ਸਾਕੈ ਪੇਲ। ਪੇਲ ਦੇਣਾ, ਮਾਰ ਦੇਣਾ। ਉਹਨਾਂ ਨੂੰ ਮੌਤ ਵੀ ਮਾਰ ਨਹੀਂ ਸਕਦੀ। ਸਰੀਰ ਕਰਕੇ ਤੇ ਉਹ ਚਲੇ ਜਾਣਗੇ ਪਰ ਮਰਨਗੇ ਨਹੀਂ ਕਦੀ। ਉਹ ਸਦਾ ਹੀ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਉਹਨਾਂ ਨੂੰ ਮੌਤ ਦਾ ਭੈ ਨਹੀਂ। ਅੱਗੇ ਬਖਸ਼ਿਸ਼ ਕਰਦੇ ਗੁਰਮੁਖ ਨਿਰਮਲ ਰਹਿ ਪਿਆਰੇ। ਗੁਰਮੁਖ ਜਿਹੜੇ ਨੇ ਨਾ ਉਹ ਨਿਰਮਲ ਰਹਿੰਦੇ ਨੇ। ਕਿਵੇਂ? ਜਿਵੇਂ ਗੁਰੂ ਅਰਜਨ ਸਾਹਿਬ ਕਹਿੰਦੇ ਨਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਵੱਖਰੇ ਕੀਤੇ ਹੈ, ਭਾਈ ਵੀਰ ਸਿੰਘ ਨੇ ਵੱਖਰੇ ਕੀਤੇ ਹੈ। ਉਹ ਜਿਹੜਾ ਉਹ ਸੂਰਜ ਦੇ ਅਰਥ ਕਰਦੇ ਆ। ਭਾਈ ਵੀਰ ਸਿੰਘ ਕਹਿੰਦੇ ਜਿਵੇਂ ਸੂਰਜ ਦੀਆਂ ਕਿਰਨਾਂ ਕੂੜੇ ਤੇ ਕਰਕਟ ਤੇ ਗੰਧ ਤੇ ਵੀ ਪੈ ਜਾਣ ਤਾਂ ਵੀ ਸੂਰਜ ਨਿਰਮਲ ਦਾ ਨਿਰਮਲ ਹੈ। ਜੇ ਸੂਰਜ ਦੀਆਂ ਕਿਰਨਾਂ ਪਵਿੱਤਰ ਥਾਂ ਤੇ ਪੈ ਜੇ ਤਾਂ ਵੀ ਨਿਰਮਲ। ਇਵੇਂ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਜਿਵੇਂ ਪਾਣੀ ਨਿਰਮਲ ਹੁੰਦਾ ਹੈ, ਅਸੀਂ ਕਹਿੰਦੇ ਨਹੀਂ ਪਾਣੀ 'ਚ ਮੈਲ ਪੈ ਗਈ, ਪਾਣੀ ਮੈਲਾ ਹੋ ਗਿਆ। ਪਾਣੀ ਮੈਲਾ ਦਿਸਦਾ ਪਰ ਸੂਰਜ ਦੀਆਂ ਕਿਰਨਾਂ ਪੈਣਗੀਆਂ ਤੇ ਪਾਣੀ ਭਾਫ ਬਣ ਕੇ ਫਿਰ ਉੱਡ ਜਾਏਗਾ ਮੈਲ ਥੱਲੇ ਦੀ ਥੱਲੇ। ਇਹਨੂੰ ਕਿਹਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਕਰਦੇ ਨੇ। ਇਸ ਕਰਕੇ ਜਿਹੜਾ ਗਿਆਨੀ ਹੁੰਦਾ ਹੈ, ਗੁਰਮੁਖ ਹੁੰਦਾ ਹੈ, ਮਹਾਰਾਜ ਕਹਿੰਦੇ ਉਹ ਸਦਾ ਹੀ ਨਿਰਮਲ ਹੁੰਦਾ ਹੈ। ਕਿਵੇਂ ਨਿਰਮਲ ਹੁੰਦਾ ਹੈ? ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਜਿਵੇਂ ਚਿੱਕੜ ਪਾਣੀ ਦੇ ਉੱਤੇ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ, ਇਸ ਤਰ੍ਹਾਂ ਗੁਰਮੁਖ ਦੁੱਖਾਂ ਦੇ ਵਿੱਚ ਹੋ ਕੇ ਵੀ, ਕਲੇਸ਼ਾਂ ਵਿੱਚ ਹੋ ਕੇ ਵੀ, ਗ੍ਰਸਤ ਵਿੱਚ ਹੋ ਕੇ ਵੀ, ਦੁਨੀਆ ਦੀ ਜ਼ਿੰਮੇਵਾਰੀਆਂ ਦੇ ਵਿੱਚ ਹੋ ਕੇ ਵੀ, ਉਹ ਸਭ ਕੁਛ ਤੇ ਆਪਣੇ ਜੀਵਨ ਦੇ ਵਿੱਚ ਪਾਸੇ ਕਰ ਸਕਦਾ ਹੈ। ਇੱਕ ਆਪਣੇ ਪ੍ਰਭੂ ਦੀ ਬੰਦਗੀ ਦਾ ਨੇਮ ਪਾਸੇ ਨਹੀਂ ਕਰ ਸਕਦਾ। ਉਹ ਗੁਰੂ ਦੀ ਬਾਣੀ ਪੜ੍ਹਨ ਦਾ ਨੇਮ ਨਹੀਂ ਪਾਸੇ ਕਰ ਸਕਦਾ। ਉਹਨੂੰ ਇਹ ਹੁੰਦਾ ਕਿ ਸਾਰੇ ਕਾਰਜ ਬਾਅਦ ਦੇ ਨੇ, ਪਰ ਪਹਿਲਾ ਕਾਰਜ ਹੈ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਉਹ ਇਸ ਤਰ੍ਹਾਂ ਆਪਣੇ ਜੀਵਨ ਨੂੰ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਣ ਹੈ। ਮੁਰਗਾਬੀ ਇੱਕ ਐਸਾ ਪੰਛੀ ਹੈ, ਪਿੰਡਾਂ ਦੇ ਵਿੱਚ ਛੱਪੜ ਹੁੰਦੇ ਪਾਣੀ ਦੇ, ਉਹਨਾਂ ਵਿੱਚ ਚੁੱਭੀ ਮਾਰਦੇ ਨੇ। ਪਰ ਹਰ ਪੰਛੀ ਜਦ ਪਾਣੀ 'ਚ ਚੁੱਭੀ ਮਾਰੇਗਾ ਤੇ ਪਾਣੀ ਦੇ ਕੰਢੇ 'ਚ ਬਹਿ ਕੇ ਆਪਣੇ ਖੰਭਾਂ ਨੂੰ ਹਿਲਾਏਗਾ, ਆਪਣੇ ਖੰਭਾਂ ਨੂੰ ਛੰਡੇਗਾ। ਕਬੂਤਰ ਪਾਣੀ 'ਚ ਚੁੱਭੀ ਮਾਰਦੇ ਤੇ ਖੰਭਾਂ ਨੂੰ ਛੰਡ ਕੇ ਸੁਕਾਉਂਦੇ ਹੈ, ਪਾਣੀ ਵੜ ਜਾਂਦਾ। ਕੋਈ ਵੀ ਪੰਛੀ ਵੜੇਗਾ, ਪਰ ਜਿਹੜੀ ਮੁਰਗਾਬੀ ਹੈ ਉਹ ਪਾਣੀ 'ਚ ਚੁੱਭੀ ਮਾਰ ਕੇ ਉਹ ਸਿੱਧੀ ਉਡਾਰੀ ਮਾਰਦੀ ਹੈ। ਕਿਉਂ? ਉਹਦੇ ਖੰਭ ਕਦੀ ਪਾਣੀ 'ਚ ਗਿੱਲੇ ਨਹੀਂ ਹੁੰਦੇ, ਪਾਣੀ ਦਾ ਅਸਰ ਨਹੀਂ ਹੁੰਦਾ। ਉਹ ਚੁੱਭੀ ਮਾਰਦੀ ਹੈ ਫਿਰ ਉੱਡ ਜਾਂਦੀ ਹੈ। ਗੁਰਮੁਖ ਗ੍ਰਸਤ ਦੇ ਵਿੱਚ ਚੁੱਭੀ ਲਾਈ ਰੱਖਦਾ ਹੈ, ਪਰ ਜਿਸ ਵੇਲੇ ਉਹ ਬਾਣੀ ਗੁਰੂ ਕੇ ਸ਼ਬਦ ਨੂੰ ਚੇਤੇ ਕਰਦਾ ਹੈ, ਉਹ ਇਵੇਂ ਉਡਾਰੀ ਮਾਰਦਾ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ। ਨੈ ਸਾਣ ਦਾ ਕਹਿੰਦੇ ਆ ਬਿਨਾਂ ਨਿਸ਼ਾਨ ਤੋਂ, ਬਿਨਾਂ ਪਾਣੀ ਦੇ ਅਸਰ ਤੋਂ। ਸੁਰਤ ਸ਼ਬਦ ਲਗ ਭਵ ਸਾਗਰ ਤਰੀਐ। ਸ਼ਬਦ ਤੇ ਸੁਰਤ ਦਾ ਮਿਲਾਪ ਭਵ ਸਾਗਰ ਨੂੰ ਤਾਰਨ ਵਾਲਾ ਹੈ। ਨਾਨਕ ਨਾਮ ਵਖਾਣੇ। ਇਵੇਂ ਦੇ ਗੁਰਮੁਖ ਗ੍ਰਸਤ ਵਿੱਚ ਹੋ ਕੇ ਵੀ ਨਿਰਲੇਪ ਹੁੰਦੇ ਨੇ ਜੀ। ਬੁਰਾ ਭਲਾ ਕਹੋ ਕਿਸ ਨੂੰ ਕਹੀਐ, ਦੀਸੈ ਬ੍ਰਹਮ ਗੁਰਮੁਖ ਸਚ ਲਹੀਐ। ਅਕਥ ਕਥੋ ਗੁਰਮਤਿ ਵਿਚਾਰ, ਮਿਲ ਗੁਰ ਸੰਗਤ ਪਾਵੋ ਪਾਰ। ਫਿਰ ਇਹ ਦੁਨੀਆਦਾਰਾਂ ਦਾ ਕੰਮ ਨਹੀਂ ਹੋ ਸਕਦਾ। ਇਹ ਸਿਰਫ ਗੁਰਮੁਖ ਮੈਂ ਬੋਲ ਰਿਹਾ, ਮੈਂ ਵੀ ਅਵਗੁਣਾਂ ਵਿੱਚ ਫਰਿਆ ਹੋਇਆ, ਅਸੀਂ ਵੀ ਅਵਗੁਣਾਂ ਦੇ ਵਿੱਚ ਨੇ। ਪਰ ਇੱਥੇ ਪੂਰਨ ਗੁਰਸਿੱਖ ਤੇ ਗੁਰਮੁਖ ਦੀ ਪਰਿਭਾਸ਼ਾ ਹੈ, ਉਹ ਬੁਰਾ ਭਲਾ ਨਹੀਂ ਬੋਲੇਗਾ ਕਿਸੇ ਨੂੰ। ਉਹ ਇਹ ਕਹੇਗਾ ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ।
ਉਹ ਬਾਬਾ ਫਰੀਦ ਵਾਲਾ ਜਿਹੜਾ ਗੁਰੂ ਅਰਜਨ ਸਾਹਿਬ ਤੇ ਬਾਬਾ ਫਰੀਦ ਦਾ ਸੰਵਾਦ ਚੱਲਦਾ ਨਾ ਬਾਣੀ ਵਿੱਚ ਕਿ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੀ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਕੋਈ ਦੂਜਾ ਹੋਏ ਤੇ ਮੈਂ ਆਖਾਂ, ਸਭ ਤੇ ਹਮ ਬੁਰੇ ਹਮ ਧਜ ਭਲੋ ਸਭ ਕੋਏ, ਜਿਨ ਐਸਾ ਕਰ ਮਾਨਿਆ ਮੀਤ ਹਮਾਰਾ ਸੋਏ। ਰੱਬ ਦਾ ਮਿੱਤਰ ਉਹ ਹੋ ਸਕਦਾ ਹੈ, ਭਗਤੀ ਦੀ ਪੂਰਨ ਮਰਿਆਦਾ ਉਹ ਕਮਾ ਸਕਦਾ ਹੈ ਜਿਹੜਾ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਉਹ ਸੋਚ ਲੈਂਦਾ ਭਾਈ ਕਿਹਨੂੰ ਕਹੀਏ। ਇਹ ਤੇ ਸਾਰੀ ਪ੍ਰਭੂ ਦੇ ਬਣਾਏ ਹੋਏ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਪਾਣਾ। ਮਹਾਰਾਜ ਕਹਿੰਦੇ ਜੋ ਮਰਜ਼ੀ ਵਰਤ ਜਾਏ, ਗੁਰਮੁਖ ਨੂੰ ਦੀਸੈ ਬ੍ਰਹਮ ਗੁਰਮੁਖ ਸੱਚ ਲਈ ਹੈ। ਉਹਨੂੰ ਸਾਰੇ ਪਾਸੇ ਤੇਰਾ ਹੀ ਰੂਪ ਦਿਖਦਾ ਹੈ, ਚੰਗਾ ਵੀ ਤੇ ਮੰਦਾ ਵੀ, ਉਹ ਸਭ ਤੇਰਾ ਹੀ ਰੂਪ ਕਹਿੰਦੇ ਆ। ਉਹ ਗੁਰਮੁਖ ਕਹਿੰਦੇ ਆ ਸੱਚ ਹੀ ਸੱਚ, ਉਹਦੀ ਹੁਕਮ ਵਰਤ ਰਿਹਾ। ਅਕਥ ਕਥੋਂ ਗੁਰਮਤਿ ਵਿਚਾਰ, ਪਰ ਇਹ ਵਿਚਾਰ ਗੁਰੂ ਦੀ ਮੱਤ ਲੈ ਕੇ ਹੀ ਸਮਝ ਆਉਂਦੀ ਹੈ। ਆਪਣੀ ਮੱਤ ਵਿੱਚ ਇਹ ਬੰਦਾ ਨਹੀਂ ਸਮਝ ਸਕਦਾ। ਮਿਲ ਗੁਰ ਸੰਗਤ ਪਾਵੋਂ ਪਾਰ, ਸੰਗਤ ਵਿੱਚ ਬੈਠਿਆਂ ਮਹਾਰਾਜ ਕਹਿੰਦੇ ਆ ਇਸ ਦੁਨੀਆ ਦੇ ਬੁਰੇ ਭਲੇ ਵਾਲੇ ਸੰਸਾਰ ਵਿੱਚੋਂ ਜਿਹਨੂੰ ਅਸੀਂ ਕਹਿੰਦੇ ਰਹਿੰਦੇ ਹਾਂ ਇਹ ਚੰਗਾ ਇਹ ਮਾੜਾ, ਸੰਗਤ ਵਿੱਚ ਬੈਠ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਸੱਚ ਇਹ ਹੈ ਕਿ ਸੰਗਤ ਵਿੱਚ ਬੈਠਿਆਂ ਹੀ ਅਸੀਂ ਇਸ ਦੁੱਖ ਸੁੱਖ ਇਸ ਮੰਦੇ ਚੰਗੇ ਤੋਂ ਪਰਲੇ ਬੰਨੇ ਉੱਠਦੇ ਹਾਂ ਜੀ। ਸੋ ਸਤ ਬੇਦ ਸਿਮਰਤ ਬਹੁ ਭੇਦ, 68 ਮੱਜਨ ਹਰ ਰਸ ਰੇਦ, ਗੁਰਮੁਖ ਨਿਰਮਲ ਮੈਲ ਨ ਲਾਗੈ, ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ। ਸ਼ਾਸਤ ਵੇਦ ਸਿਮਰਤ ਬਹੁ ਭੇਦ। ਸ਼ਾਸਤ ਇਹ ਲਫ਼ਜ਼ ਸ਼ਾਸਤਰ ਤੋਂ ਬਣਿਆ। ਸ਼ਾਸਤਰਾਂ ਦੇ ਵਿੱਚ ਵੇਦਾਂ ਵਿੱਚ ਸਿਮਰਤੀਆਂ ਵਿੱਚ 4 ਵੇਦ ਨੇ, 6 ਖੱਟ ਪੁਰਾਣ ਜਿਹਨੂੰ ਅਸੀਂ 6 ਸ਼ਾਸਤ ਕਹਿੰਦੇ ਹੈ। ਮੀਮਾਂਸਾ ਹੈ, ਯੋਗ ਹੈ, ਪਤੰਜਲ ਹੈ, ਵਿਸ਼ੈਸ਼ਿਕ ਹੈ। ਇਹ ਜਿਹੜੇ ਇਹਨਾਂ ਦੇ ਅੰਦਰ ਬਹੁ ਭੇਦ ਵੱਖ-ਵੱਖ ਕਿਸਮ ਦੀਆਂ ਫਿਲਾਸਫੀਆਂ ਨੇ। ਮੀਮਾਂਸਾ ਜਿਹੜਾ ਗ੍ਰੰਥ ਉਹ ਤਾਂ ਸਿਰਫ ਲੌਜਿਕ ਤਰਕ ਦੇ ਉੱਤੇ ਵਿਸ਼ਵਾਸ ਰੱਖਦਾ। ਜਿਹੜਾ ਯੋਗ ਹੈ ਉਹ ਕਹਿੰਦਾ ਯੋਗ ਸਾਧਨਾ ਨਾਲ ਰੱਬ ਮਿਲੇਗਾ। ਇਸੇ ਤਰ੍ਹਾਂ ਵਿਸ਼ੈਸ਼ਿਕ ਵੱਖਰਾ ਕਹਿੰਦਾ। ਮਹਾਰਾਜ ਕਹਿੰਦੇ ਵੱਖ-ਵੱਖ ਨੇ ਸਾਰੇ। 68 ਮੱਜਨ ਹਰ ਰਸ ਰੇਦ, ਪਰ ਜੇ ਬਾਹਰ ਦੀਆਂ ਇਹਨਾਂ ਸ਼ਾਸਤਰਾਂ ਤੇ ਵੇਦਾਂ ਦੀਆਂ ਬਹਿਸ ਮੁਬੈਸ ਜੇ ਬਹਿਣਾ ਫਿਰ ਰੱਬ ਨਹੀਂ ਮਿਲੇਗਾ। ਫਿਰ ਤੇ ਦਰੋਗ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹਕ ਸੱਚ ਖਾਲਕ ਖਲਕ ਮਿਆਨੇ, ਸ਼ਾਮ ਮੂਰਤ ਨਾ ਹੈ। ਉਹ ਬਾਹਰ ਦੀ ਬਹਿਸ ਮੁਬੈਸ 'ਚ ਨਹੀਂ ਹੈ, ਬਾਹਰ ਦੇ ਰੂਪ 'ਚ ਨਹੀਂ ਹੈ। ਉਹਨੂੰ ਮਹਾਰਾਜ ਕਹਿੰਦੇ 68 ਮੱਜਨ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਿਆਓ। ਹਰ ਰਸ ਰੇਦ, ਰੇਦ ਦਾ ਮਤਲਬ ਹੈ ਰਿਦਾ, ਆਪਣੇ ਹਿਰਦੇ ਦੇ ਅੰਦਰ ਪ੍ਰਭੂ ਦੇ ਦੀਦਾਰ। ਇਹਨੂੰ ਹੀ ਤੇ ਬਾਬਾ ਭਗਤ ਕਬੀਰ ਸਾਹਿਬ ਨੇ ਬੜਾ ਕਮਾਲ ਦਾ ਬਚਨ ਆਖਿਆ। ਕਹਿੰਦੇ ਕਿੱਥੇ ਬਾਹਰ ਕਿੱਥੇ ਖੋਜਣ ਜਾਂਦੇ ਹੋ ਭਾਈ, ਉਹ ਤੇ ਰੱਬ ਅੰਦਰ ਵਸਦਾ ਹੈ। ਇਹਨੂੰ ਕਿਹਾ ਕਿ ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅੱਲ੍ਹਾ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮ। ਮਾਰ ਕਹਿੰਦੇ ਇੱਥੇ ਹੀ ਲੱਭੋ, ਬਾਣੀ ਕਹਿੰਦੀ ਇੱਥੇ ਹੀ ਲੱਭੋ। ਬਾਹਰ ਕਿੱਥੇ ਹੈ? ਕੋਈ ਕਹਿੰਦਾ ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅੱਲ੍ਹਾ ਕਹਿੰਦੇ ਪੱਛਮ ਵਾਲੇ ਪਾਸੇ ਖੁਦਾ ਹੈ, ਕਾਬਾ ਹੈ। ਮਹਾਰਾਜ ਕਹਿੰਦੇ ਨਹੀਂ, ਬਾਣੀ ਕਹਿੰਦੀ ਨਹੀਂ ਭਾਈ, ਉਹ ਹਿਰਦੇ ਵਿੱਚ ਮਿਲੇਗਾ। 68 ਮੱਜਨ ਹਰ ਰਸ ਰੇਦ, ਗੁਰਮੁਖ ਨਿਰਮਲ ਮੈਲ ਨਾ ਲਾਗੈ। ਗੁਰਮੁਖ ਫਿਰ ਨਿਰਮਲ ਹੈ, ਉਹਨੂੰ ਵਾਹਿਗੁਰੂ ਜੀ ਉਹਨੂੰ ਫਿਰ ਕਿਸੇ ਚੀਜ਼ ਦੀ ਮੈਲ ਨਹੀਂ ਲੱਗਦੀ। ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ। ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਜਿਹਨੇ ਅੰਦਰੋਂ ਧਿਆ ਲਿਆ, ਉਹਦੇ ਵੱਡੇ ਭਾਗ ਨੇ ਜੀ। ਆਸਾ ਮਹਿਲਾ ਪਹਿਲਾ, ਜਪੋ ਨਿਵ ਨਿਵ ਪਾਏ ਲਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ, ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ। ਆਪਣੇ ਸੱਚੇ ਗੁਰੂ, ਆਪਣੇ ਪੂਰਨ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਮੀ ਬਾਣੀ ਨਾਲ ਜੁੜੋ। ਕਿਉਂਕਿ ਗੁਰੂ ਨੇ ਇਹ ਦਿਖਾਇਆ ਕਿ ਬਈ ਬਾਹਰ ਭੱਜਣ ਦੀ ਲੋੜ ਨਹੀਂ। ਰੱਬ ਕੋਈ ਇਮਾਰਤਾਂ ਦੀ 4 ਦੀਵਾਰੀ ਜਾਂ ਗੁਰਦੁਆਰੇ ਮੰਦਰ ਜਾਂ ਮਸੀਤਾਂ ਦੀ 4 ਦੀਵਾਰੀ 'ਚ ਨਹੀਂ ਹੈ। ਉਹ ਜਿੱਥੇ ਵੇਖੋਗੇ ਉਹਦੇ ਦੀਦਾਰ ਕਰ ਸਕੋਗੇ। ਇਹ ਗੁਰੂ ਨੇ ਸਮਝਾਇਆ। ਨਿਵ ਨਿਵ ਪਾਏ ਲਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਆਤਮ ਰਾਮ ਦਾ ਮਤਲਬ ਆਪਣੇ ਅੰਦਰੋਂ ਦਿਖਾ ਦਿੱਤਾ।
ਕਿਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਮਨ ਨੂੰ ਜਿੱਤ ਲਿਆ ਤੇ ਜਗਤ ਨੂੰ ਜਿੱਤ ਲਿਆ। ਕਰਤ ਵਿਚਾਰ ਹਿਰਦੈ ਹਰ ਰਾਵਿਆ। ਵਿਚਾਰ ਕਰੋ ਗੁਰੂ ਦੇ ਸ਼ਬਦ ਦੀ ਤੇ ਹਿਰਦੇ ਵਿੱਚ ਧਿਆਓ। ਮਹਾਰਾਜ ਕਹਿੰਦੇ ਕਰਤ ਵਿਚਾਰ ਹਿਰਦੈ ਹਰ ਰਵਿਆ। ਹਿਰਦੈ ਦੇਖ ਵਿਚਾਰਿਆ ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇ ਹਿਰਦੇ ਵਸ ਰਿਹਾ। ਇਸ ਕਰਕੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਉਹਨਾਂ ਨੇ ਮੁਕਤ ਹੋਣ ਦੀ ਜੁਗਤ ਦੱਸਦੀ ਕਿ ਵਾਹਿਗੁਰੂ ਅੰਦਰ ਵਸਦਾ ਹੈ ਜੀ। ਬੋਲੋ ਰਾਮ ਕਰੇ ਨਿਸਤਾਰਾ। ਗੁਰ ਪ੍ਰਸਾਦ ਰਤਨ ਹਰ ਲਾਭੈ। ਮਿਟੈ ਅਗਿਆਨ ਹੋਏ ਉਜਿਆਰਾ ਰਹਾਉ। ਹਿਰਦੇ ਤੋਂ ਪ੍ਰਭੂ ਰਮੇ ਹੋਏ ਵਾਹਿਗੁਰੂ ਪਰਮੇਸ਼ਵਰ ਨੂੰ ਧਿਆਓ। ਹਿਰਦੇ ਤੋਂ ਬੋਲੋ, ਬੋਲੋ ਭਈਆ ਰਾਮ ਨਾਮ, ਉਹਨੂੰ ਧਿਆਓ ਮੇਰੇ ਭਰਾਵੋ। ਰਾਮ ਰਾਮ ਬੋਲ, ਰਾਮ ਰਾਮ, ਪਰ ਜ਼ੁਬਾਨ ਤੋਂ ਨਿਤ ਨਾ ਨਿਰਾ ਨਾ ਬੋਲੀ ਜਾਈ, ਮਨ ਕਰਕੇ ਬੋਲੀ। ਤਿਆਗੋ ਮਨ ਕੇ ਸਗਲ ਕਾਮ। ਜਦ ਵਾਹਿਗੁਰੂ ਦਾ ਨਾਮ ਬੋਲੇ ਤੇ ਸਾਰੇ ਮਨ ਦੇ ਝੰਜੇਲੇ ਛੋੜ ਕੇ ਬੋਲੀ। ਜਿਸ ਸਿਮਰਤ ਮੁਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ। ਜਿਸ ਆਰਾਧੇ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ। ਇਵੇਂ ਧਿਆ ਕਿ ਜਿਸ ਧਿਆਏ ਨਾਲ ਤੇਰਾ ਜੀਵਨ ਹੀ ਪਰਵਿਰਤ ਹੋ ਜਾਏ। ਕਰੋੜਾਂ ਵਾਰੀ ਮੂੰਹ ਤੋਂ ਬੋਲਣਾ ਪਰ ਨਹੀਂ ਪ੍ਰਵਾਨ, ਇੱਕ ਵਾਰੀ ਹਿਰਦੇ ਤੋਂ ਮਨ ਤੋਂ ਬੋਲ ਲੈਣਾ। ਇਹ ਮਹਾਰਾਜ ਜੀ ਕਹਿੰਦੇ ਕਿ ਉਸ ਪ੍ਰਭੂ ਦੀ ਦਰਗਾਹ ਤੱਕ ਪਹੁੰਚਦਾ ਹੈ। ਇਸ ਕਰਕੇ ਰਹਾਓ ਬੋਲੋ ਰਾਮ ਕਰੇ ਨਿਸਤਾਰਾ, ਪਾਰ ਉਤਾਰਾ ਕਰੇਗਾ। ਗੁਰ ਪ੍ਰਸਾਦ ਰਤਨ ਹਰ ਲਾਭੈ। ਕਿਹੜਾ ਰਤਨ ਲੱਭੇਗਾ? ਗੁਰੂ ਅਮਰਦਾਸ ਜੀ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿੱਤ ਜੜਾਓ। ਸ਼ਬਦ ਬਾਹਰ ਪੜਨ ਵਾਸਤੇ ਨਹੀਂ ਦਿੱਤਾ, ਬਾਣੀ ਦੀ ਇਸ ਤਰ੍ਹਾਂ ਕੱਲੀ ਕਥਾ ਵਾਸਤੇ ਨਹੀਂ ਦਿੱਤਾ। ਜੇ ਮੈਂ ਵੀ ਕਥਾ ਕਰਕੇ ਤੁਰ ਜਾਵਾਂ, ਮੈਂ ਜੀਵਨ ਦੇ ਵਿੱਚ ਕਮਾਵਾਂ ਵੀ ਨਾ, ਮਹਾਰਾਜ ਫਿਰ ਧ੍ਰਿਗ ਆਖਦੇ ਜੀਵਨ ਨੂੰ। ਇਹ ਰਤਨ ਇਹਨੂੰ ਅੰਦਰ ਸਾਂਭ ਕੇ ਰੱਖਣਾ ਹੈ। ਹੀਰੇ ਕੋਈ ਅਸੀਂ ਬਾਹਰ ਬਾਲਕਣੀਆਂ 'ਚ ਨਹੀਂ ਰੱਖਦੇ ਆਪਣੇ ਘਰਾਂ ਦੀ, ਜਾਂ ਦਰਵਾਜ਼ੇ ਰਾਤੀ ਸੌਣ ਲੱਗਿਆਂ ਬਾਹਰ ਨਹੀਂ ਰੱਖ ਦਿੰਦੇ, ਜਾਂ ਸਾਰਾ ਦਿਨ ਅਸੀਂ ਤਿਜੋਰੀਆਂ ਵਿੱਚ ਪਾ ਕੇ ਰੱਖਦੇ ਹਾਂ, ਅਸੀਂ ਗੁਟਕਿਆਂ ਵਿੱਚ ਰੱਖਦੇ ਹਾਂ ਸਾਂਭ ਕੇ। ਉਹ ਭਲਿਆ ਇਹ ਸ਼ਬਦ ਬਾਹਰ ਛੱਡ ਕੇ ਜਾਣ ਵਾਲਾ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇਹਨੂੰ ਹਿਰਦੇ ਵਿੱਚ ਰਤਨ ਦੀ ਤਰ੍ਹਾਂ ਸਾਂਭ ਕੇ ਰੱਖ। ਇਹ ਸਭ ਤੋਂ ਕੀਮਤੀ ਹੈ। ਬਾਕੀ ਸਾਰੇ ਖਿਆਲ ਅਰਲ ਬਰਲ ਦੇ ਨੇ, ਉਹਨਾਂ ਨੂੰ ਹਿਰਦੇ ਵਿੱਚੋਂ ਕੱਢ ਦੇ ਜਿਹੜੇ ਤੇਰੇ ਕੰਮ ਨਹੀਂ ਆਉਣ ਵਾਲੇ। ਇਹ ਕਿਵੇਂ ਹੋਏਗਾ, ਇਹ ਚਿੰਤਾ, ਇਹ ਸਭ ਕੁਝ ਛੱਡ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ। ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਜਦ ਇਹ ਮਨ ਵਿੱਚ ਸ਼ਬਦ ਲੱਗ ਜਾਏਗਾ, ਤੇਰੀ ਸੁਰਤ ਸ਼ਬਦ ਵਿੱਚ ਸਮਾ ਜਾਏਗੀ। ਸ਼ਬਦ ਸੇਤੀ ਮਨ ਮਿਲਿਆ ਵਾਲਾ ਜਿਹੜਾ ਅਹਿਸਾਸ ਹੈ ਨਾ, ਸੱਚਾ ਲਾਇਆ ਭਾਉ ਪੈਦਾ ਹੋਏਗਾ। ਗੁਰੂ ਅਮਰਦਾਸ ਜੀ ਕਹਿੰਦੇ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਇਹਨੂੰ ਮਹਾਰਾਜ ਜੀ ਕਹਿੰਦੇ ਗੁਰ ਪ੍ਰਸਾਦ ਰਤਨ ਹਰ ਲਾਭੈ। ਮਿਟੈ ਅਗਿਆਨ ਹੋਏ ਉਜਿਆਰਾ। ਅਗਿਆਨਤਾ ਦਾ ਹਨੇਰਾ ਮਿਟਦਾ, ਅੰਦਰ ਸ਼ਬਦ ਦਾ ਪ੍ਰਗਾਸ ਹੁੰਦਾ ਹੈ। ਨਾ ਫਿਰ ਕੋਈ ਵਹਿਮ ਭਰਮ, ਨਾ ਕੋਈ ਅੰਦਰ ਸਹਿਮ ਹੁੰਦਾ ਹੈ, ਨਾ ਕੋਈ ਡਰ ਹੁੰਦਾ ਹੈ, ਸਭ ਖਤਮ ਹੁੰਦਾ ਹੈ। ਰਹਾਉ ਰਵਨੀ ਰਵੈ ਬੰਧਨ ਨਹੀਂ ਟੂਟਹਿ। ਵਿੱਚ ਹਉ ਮੈਂ ਭਰਮ ਨ ਜਾਈ। ਸਤਿਗੁਰ ਮਿਲੈ ਤਾਂ ਹਉ ਮੈਂ ਟੂਟੈ। ਤਾਂ ਕੋ ਲਿਖੈ ਪਾਈ। ਹੁਣ ਰਵਨੀ ਰਵੈ ਦਾ ਮਤਲਬ ਹੈ ਹਰ ਹਰ ਨਿਤ ਕਰਹਿ ਰਸਨਾ। ਕਹਿਆ ਕਛੂ ਨਾ ਜਾਣੇ। ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਨੀ। ਉਹ ਰਵਾਨੀ ਤੇ ਇਹ ਰਵਨੀ ਇੱਕੋ ਹੀ ਅਰਥ ਰੱਖਦੇ ਨੇ ਕਿ ਰਵਾਨਗੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਅਸੀਂ ਬੋਲੀ ਜਾ ਰਹੇ ਹਾਂ ਵਾਹਿਗੁਰੂ 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 ਵਾਹਿਗੁਰੂ, ਮੈਨੂੰ ਖਿਮਾ ਬਖਸ਼ਿਓ। ਬੜੀ ਤੇਜ਼ੀ ਦੇ ਨਾਲ ਅਸੀਂ ਜਪ ਰਹੇ ਹਾਂ, ਪਰ ਹਿਰਦੇ ਤੋਂ ਨਹੀਂ ਕਹੀ ਜਪ ਰਹੇ। ਹਿਰਦੇ ਤੋਂ ਰਵਾਨੀ ਕਹਿੰਦੇ ਬੜੀ ਤੇਜ਼ ਬੋਲ ਰਹੇ ਹਾਂ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜਪ ਅਸੀਂ ਪੂਰੀ ਰਵਾਨਗੀ ਦੇ ਨਾਲ ਰਹੇ ਹਾਂ। ਰਵਨੀ ਰਵੈ ਬੰਧਨ ਨਹੀਂ ਟੂਟੈ, ਪਰ ਮਨ ਤੇ ਬਜਨਾ 'ਚ ਵਜਿਆ ਹੋਇਆ। ਮਨ ਫਿਰ ਵਿਕਾਰਾਂ ਵਿੱਚ ਵਜਿਆ ਹੋਇਆ। ਮੂੰਹ ਤੋਂ ਤੇ ਰੱਬ ਦਾ ਨਾਮ ਹੈ, ਮਨ ਅੰਦਰ ਵਜਿਆ ਹੋਇਆ ਚਿੰਤਾਵਾਂ ਪਰ। ਮਾਰੀ ਕਹਿੰਦੇ ਇੰਨੀ ਸੁਚੇਤ ਜ਼ੋਰ ਲਾਉਣਾ ਪੈਂਦਾ ਮਨ ਨੂੰ ਟਿਕਾਉਣ ਲਈ, ਆਵਾਜ਼ਾਂ ਮਾਰਨੀ ਪੈਂਦੀ ਹੈ। ਮਨ ਪਰਦੇਸੀ ਪਿਆਰੇ ਵੇ ਆਓ ਘਰੇ, ਉਹਨੂੰ ਬਾਰ-ਬਾਰ ਖਿੱਚ ਕੇ ਲਿਆਉਣਾ ਪੈਂਦਾ ਹੈ। ਇਹ ਮਨ ਬੜਾ ਮੈਲਾ ਹੈ, ਮਨ ਮੈਗਲ ਦੀ ਤਰ੍ਹਾਂ ਜਿਹੜਾ ਉਜਿਆੜ 'ਚ ਤੁਰਿਆ ਹੋਇਆ, ਉਹਨੂੰ ਵਾਪਸ ਲੈ ਕੇ ਆਉਣਾ ਪਏਗਾ। ਮਨ ਊਠ ਕਰ ਹਲੇ ਦੀ ਤਰ੍ਹਾਂ ਜਿਹੜਾ ਐਵੇਂ ਤੁਰਿਆ ਫਿਰਦਾ, ਗਧੇ ਦੀ ਤਰ੍ਹਾਂ ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਂਗੈ ਮਰੈ। ਖੋਤੇ ਦਾ ਸੁਭਾਅ ਪਤਾ ਕੀ ਹੈ? ਖੋਤਾ ਸੁੱਤਾ ਸਵੇਰੇ ਉੱਠੇਗਾ, ਹੈਂ ਕਰੇਗਾ ਉੱਠਦੇ ਸਾਰ, ਬਸ ਉਹਨੂੰ ਦੂਰ ਕਿਤੇ ਹਰੀ ਘਾਹ ਦਿਸੇ ਨਾ, ਰੱਸੀ ਤੁੜਾ ਕੇ ਭੱਜਣ ਨੂੰ ਕਰੇਗਾ।
ਇਵੇਂ ਮਨ ਹੈ ਸਵੇਰੇ ਉੱਠਦੇ ਸਾਰ ਨਾ ਕਿਥੇ ਇਹਨੇ ਵਾਹਿਗੁਰੂ ਬੋਲਣਾ ਹੈ, ਨਾ ਮੂਲ ਮੰਤਰ ਦਾ ਪਾਠ ਕਰਨਾ ਹੈ, ਨਾ ਕੁਛ, ਬਸ ਮਾਰੇ ਕਹਿੰਦੇ ਹਰੀ ਅੰਗੂਰੀ ਤੇ ਅੱਜ ਹੱਥ 'ਚ ਹੀ ਪਈ ਹੋਈ ਆ, ਬਸ ਉਹ ਔਨ ਕਰਨਾ, ਇੱਥੋਂ ਬਸ ਉਂਗਲ ਫੇਰਨੀਆਂ, ਗਧਾ ਚਰੀ ਜਾਓ, ਮੁਕਦਾ ਥੋੜੀ ਕੰਮ ਹੈ। ਸਮੇਤ ਮੇਰੇ ਨਿਤ ਉੱਠ ਹਾਸੈ ਹਿੰਗੈ ਮਰੈ। ਪਹਿਲਾਂ ਤੇ ਬਾਹਰ ਕਿੱਥੇ ਹੱਸਣ ਖੇਡਣ ਨਿੰਦਾ ਚੁਗਲੀ ਕਰਨੀ ਪੈ, ਹੁਣ ਇੱਥੇ ਹੀ ਬੰਦਾ ਹੱਸੀ ਜਾ ਰਿਹਾ, ਇੱਥੇ ਹੀ ਸਭ ਕੁਝ ਕਰੀ ਜਾ ਰਿਹਾ, ਆਪ ਹੀ ਬੰਦਾ ਮੁਹਾਰੀ ਤੇ ਇੱਥੇ ਨਿੰਦਾ ਚੁਗਲੀ ਕਰੀ ਜਾ ਰਿਹਾ। ਜਿਹਨੂੰ ਜਾਣਦਾ ਵੀ ਨਹੀਂ ਉਹਦੇ ਬਾਰੇ ਵੀ ਉਹਦਾ ਵੀ ਮਾੜਾ ਤੈਨੂੰ ਚੰਗਾ ਲੱਗ ਰਿਹਾ, ਕਿ ਜਿਹਦੇ ਨਾਲ ਤੇਰਾ ਕੋਈ ਸੰਬੰਧ ਵੀ ਨਹੀਂ ਹੈ ਤੇ ਉਹ ਬਹੁਤ ਚੰਗਾ ਹੋਇਆ ਇਹਦੇ ਨਾਲ, ਇਵੇਂ ਹੋ ਗਿਆ। ਮਹਾਰਾਜ ਕਹਿੰਦੇ ਇਹ ਮਨ ਬਹੁਤ ਅਵੈੜਾ ਹੈ। ਇਸ ਮਨ ਨੂੰ ਟਿਕਾਉਣ ਵਾਸਤੇ ਕੋਈ ਗੁਰਮੁਖ ਸੂਰਮੇ ਦੀ ਲੋੜ ਪੈਂਦੀ ਹੈ, ਮਰਜੀਵੜਾ ਚਾਹੀਦਾ, ਜਿਹੜਾ ਭਗਤ ਕਰਹਿ ਮਰਜੀਵੜਾ। ਗੁਰਮੁਖ ਭਗਤ ਸਦਾ ਹੋਏ। ਮਰਜੀਵੜੇ ਨੇ ਉਹ ਗੁਰੂ ਦੇ ਨਾਮ ਨੂੰ ਐ ਮਨ ਨੂੰ ਕਾਬੂ ਕਰਕੇ, ਅਵਰ ਪੰਚ ਹਮ ਏਕ ਜਨਾ ਕਿਉ ਰਾਖੈ, ਘਰ ਬਾਰ ਮਨਾ ਮਾਰੈ ਲੂਟੈ ਨੀਤ ਕਿਸ ਆਗਿਆ ਕਰੀ ਪੁਕਾਰ ਜਣਾ। ਉਹ ਫਿਰ ਪੰਜੇ ਬੱਦੇ ਮਹਾਬਲੀ ਘਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਏ ਖਲੋਵਾ। ਦਏ ਦਾ ਮਤਲਬ ਵਾਹਿਗੁਰੂ ਦਾ ਆਸਰਾ ਲੈ ਕੇ ਕਹਿੰਦਾ, ਵਾਹਿਗੁਰੂ ਤੂੰ ਇੱਥੇ ਖੜ ਜਾ ਤੇ ਮੈਂ ਕੰਮ। ਜਿਵੇਂ ਪੁੱਤਰ ਕੰਮ ਨਹੀਂ ਕਰਦਾ, ਧੀ ਕੰਮ ਨਹੀਂ ਕਰਦੀ, ਮਾਂ ਸਿਰ ਤੇ ਖੜੀ ਹੁੰਦੀ ਹੈ, ਕਿਵੇਂ ਨਹੀਂ ਕਰਦਾ। ਜਦ ਮਾਂ ਖੜ ਜਾਏ ਨਾ ਤੇ ਫਿਰ ਜੇ ਪਿਤਾ ਖੜ ਜਾਏ ਫਿਰ ਬੱਚੇ ਨੂੰ ਡਰ ਹੁੰਦਾ, ਫਿਰ ਕਰਨਾ ਹੀ ਪੈਂਦਾ। ਇਵੇਂ ਜਪੋ ਸਿਮਰਨ ਵਿੱਚ ਦਏ ਖਲੋਵਾ, ਉਹ ਸਿਰ ਤੇ ਖੜਾ ਤੇ ਮੈਂ ਕਿੱਥੇ ਭਜਿਆ ਫਿਰਦਾ ਭਾਈ, ਉਹ ਵੇਖ ਰਿਹਾ। ਫਿਰ ਆਪਣੇ ਚਰਨ ਜਪਾਇਨ ਵਿੱਚ ਦਏ ਖਲੋ, ਰੋਗ ਸੋਗ ਸਭ ਮਿਟ ਗਏ। ਜਿਵੇਂ ਹੁਣ ਬੱਚੇ ਦਵਾਈ ਥੋੜ੍ਹੀ ਲੈਂਦੇ ਆ, ਵੱਡੇ ਖੜੇ ਹੋ ਕੇ ਧੱਕੇ ਨਾਲ ਖਿਲਾਉਂਦੇ ਆ ਕਿ ਤੈਨੂੰ ਖਵਾਉਣੀ ਹੈ ਤਾਂ ਤੂੰ ਸੋਏਂਗਾ। ਅਸੀਂ ਥੋੜ੍ਹੀ ਜਪਣਾ ਚਾਹੁੰਦੇ ਹਾਂ, ਇਹ ਔਸ਼ਧ ਨਾਮ ਹੈ, ਇਹ ਪ੍ਰਭੂ ਦਾ ਨਾਮ ਸਾਡੇ ਲਈ ਔਸ਼ਧੀ ਹੈ। ਅਸੀਂ ਲੈਣਾ ਨਹੀਂ ਚਾਹੁੰਦੇ, ਨਹੀਂ ਚੰਗੀ ਲੱਗਦੀ, ਪਰ ਗੁਰੂ ਵਿੱਚ ਖੜਾ ਹੋ ਕੇ ਸਾਨੂੰ ਦੇਣਾ ਚਾਹੁੰਦਾ, ਬਈ ਲਓ ਇਹੀ ਤੁਹਾਡੇ ਰੋਗ ਸੋਗ ਖਤਮ ਕਰੇਗੀ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਇਸ ਕਰਕੇ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ, ਜ਼ੁਬਾਨ ਤੋਂ ਜਪਣ ਵਾਲੇ ਬਹੁਤ ਨੇ। ਰਵਨੀ ਰਵੈ ਬੰਧਨ ਨਹੀਂ ਟੁੱਟੈ, ਵਿੱਚ ਹਉਮੈ ਭਰਮ ਨਾ ਜਾਈ। ਹਉਮੈ ਵੀ ਹੈ, ਭਰਮ ਵੀ ਨਹੀਂ ਜਾਂਦਾ। ਸਤਿਗੁਰ ਮਿਲੈ ਤਾਂ ਹਉਮੈ ਟੁੱਟੈ। ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ, ਹਉਮੈ ਖਤਮ ਹੋਏਗੀ। ਤਾਂ ਕੋ ਲੇਖੈ ਪਾਈ, ਜਪਿਆ ਹੋਇਆ ਪ੍ਰਭੂ ਦੀ ਦਰਗਾਹ 'ਚ ਲੇਖੇ ਪਏਗਾ ਜੀ। ਹਰ ਹਰ ਨਾਮ ਭਗਤ ਪ੍ਰੈ ਪ੍ਰੀਤਮ, ਸੁਖ ਸਾਗਰ ਉਰ ਧਾਰੇ। ਭਗਤ ਵਛਲ ਜਗ ਜੀਵਨ ਦਾਤਾ, ਮਤ ਗੁਰ ਮਤ ਹਰ ਨਿਸਤਾਰੇ। ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਹਰ ਹਰ ਨਾਮ ਭਗਤ ਪ੍ਰੈ ਪ੍ਰੀਤਮ, ਭਗਤੀ। ਭਗਤ ਦੇ ਤੱਤੇ ਨੂੰ ਸਿਹਾਰੀ ਦਾ ਮਤਲਬ ਵਾਹਿਗੁਰੂ ਜੀ ਦੀ ਭਗਤੀ, ਪਿਆਰੇ ਪ੍ਰੀਤਮ ਦੀ ਭਗਤੀ ਸਾਰੇ ਸੁੱਖਾਂ ਦਾ ਸਾਗਰ ਹੈ। ਸਾਰੇ ਸੁੱਖ ਮੈਨੂੰ ਪ੍ਰਭੂ ਦੀ ਬੰਦਗੀ ਵਿੱਚ ਹੈ। ਔਰ ਇਹ ਜਿਹੜਾ ਸੁੱਖ ਹੈ ਨਾ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈ ਹੈ। ਇਹ ਕਿੱਡਾ ਵੱਡਾ ਸੁਖ ਮਹਾਰਾਜ ਕਹਿੰਦੇ ਹੈ। ਇਹ ਪਿੱਛੇ ਪੜ੍ਹ ਕੇ ਆਏ ਹਾਂ ਸ਼ਬਦ, ਭਗਤ ਵਛਲ ਜਗ ਜੀਵਨ ਦਾਤਾ। ਭਗਤਾਂ ਦੀ ਰੱਖਣ ਵਾਲਾ ਹੈ, ਵਤਸਲ ਹੈ, ਭਗਤ ਨੂੰ ਰੱਖਦਾ ਜਗ ਜੀਵਨ ਦਾਤਾ। ਮਤ ਗੁਰਮਤ ਹਰ ਨਿਸਤਾਰੇ। ਗੁਰੂ ਦੀ ਮਤ ਲਈਏ ਭਾਈ, ਗੁਰੂ ਦੀ ਮਤ ਤੋਂ ਬਿਨਾਂ ਡੁੱਬ ਜਾਣਾ। ਬਾਣੀ ਦਾ ਇਹ ਸੱਚਾ ਫਰਮਾਨ ਹੈ ਕਿ ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਇੱਥੇ ਵੀ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਕਹਿਣ ਵਾਲੇ ਵੀ ਡੁੱਬਦੇ ਨੇ ਜੀ। ਮਨ ਸਿਉ ਜੂਝ ਮਰੈ ਪ੍ਰਭ ਪਾਏ, ਮਨਸਾ ਮਨ ਹੈ ਸਮਾਏ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਭਾਏ ਲਿਵ ਲਾਏ। ਬਸ ਬੰਦਗੀ ਕਦੀ ਵੀ ਜ਼ੁਬਾਨ ਤੋਂ ਹੋ ਹੀ ਨਹੀਂ ਸਕਦੀ। ਬੰਦਗੀ ਤੇ ਮਨ ਨਾਲ ਹੋਣੀ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ, ਸਾਰੇ ਦੁਸ਼ਮਣ ਪਿਆਰੇ ਹੋ ਗਏ। ਮਤਲਬ ਸਾਰੇ ਵੈਰੀ ਜਿਹੜੇ ਵਿਕਾਰ ਨੇ ਨਾ, ਹੁਕਮ ਵਿੱਚ ਆ ਗਏ। ਪਰ ਜੇ ਮਨ ਨੇ ਜਿੱਤ ਲਿਆ, ਫਿਰ ਸਾਰੇ ਦੁਸ਼ਮਣ ਬਣ ਜਾਣਗੇ। ਬਸ ਇੱਕੋ ਹੀ ਗੱਲ ਹੈ, ਜਾਂ ਤਾਂ ਮਨ ਜਿੱਤੇਗਾ ਜਾਂ ਕੋਈ ਗੁਰਮੁਖ ਮਨ ਨੂੰ ਜਿੱਤੇਗਾ। ਮਹਾਰਾਜ ਕਹਿੰਦੇ ਆਓ ਮਨ ਨੂੰ ਜਿੱਤ ਲਈਏ। ਇਹਨੂੰ ਕਿਹਾ ਮਨ ਸਿਉ ਜੂਝ ਮਰੈ ਪ੍ਰਭ ਪਾਏ, ਮਨ ਨਾਲ ਜੂਝਣਾ ਪਏਗਾ। ਇਹਨੂੰ ਭਗਤ ਕਬੀਰ ਕੀ ਕਮਾਲ ਦਾ ਬਚਨ ਫਰਮਾਉਂਦੇ, ਮੰਮਾ ਮਨ ਸਿਉ ਕਾਜ ਹੈ, ਮਨ ਸਾਦੇ ਸਿੱਧ ਹੋਏ। ਮਨ ਹੀ ਮਨ ਸਿਉ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਈ। ਇਹਦਾ ਮਤਲਬ ਕੀ ਹੈ? ਪਹਿਲਾ ਜਿਹੜਾ ਮਨ ਪਾਪੀ ਬਣਾਈ ਰੱਖਦਾ ਸੀ, ਵਿਕਾਰੀ ਬਣਾਈ ਰੱਖਦਾ ਸੀ, ਉਹੀ ਮਨ ਕਾਬੂ ਕਰ ਲਿਆ
उसी मन ने भगत ते ब्रह्म ज्ञानी बनाता। वाह मन कैसी खेड है, बस रस्ता ही बदलिया, बस दिशा ही बदल ਦਿੱਤੀ। ਇਹੀ ਮਨ ਪਹਿਲਾਂ ਵਿਕਾਰਾਂ ਵਾਲੇ ਪਾਸੇ ਭਜਦਾ ਸੀ, ਹੁਣ ਮਨ ਕਹਿੰਦਾ ਨਹੀਂ ਛੋਡੂ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ। ਹੁਣ ਮਨ ਦੇ ਅੰਦਰ ਬਾਰ-ਬਾਰ ਇਹ ਪਿਆਸ ਉੱਠਦੀ ਹੈ, ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾ। ਉਹ ਅੰਦਰ ਇਹ ਪਿਆਸ ਉੱਠਦੀ ਹੈ, ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉਠੀ ਅਧਕਾਏ। ਇਹ ਬਾਰ-ਬਾਰ ਹੋਰ ਬੰਦਗੀ ਕਰਨ ਦਾ ਚਾਅ ਉਹਨੂੰ ਪੈਦਾ ਹੁੰਦਾ ਹੈ ਜਿਹਨੇ ਮਨ ਕਾਬੂ ਕੀਤਾ ਹੈ। ਮਨ ਸਮਾ ਜਾਂਦਾ ਹੈ। ਮਨਸਾ ਮਨ ਹੈ ਸਮਾਏ, ਮਨੀਸ਼ਾ ਮਨਸਾ ਮਨੀਸ਼ਾ ਤੋਂ ਬਣਿਆ। ਮਨ ਦੀਆਂ ਇੱਛਾ ਹੀ ਖਤਮ ਹੋ ਜਾਂਦੀਆਂ ਪਾਪ ਕਰਨ ਵਾਲੀਆਂ, ਬੁਰਾ ਭਲਾ ਕਰਨ ਵਾਲੀਆਂ। ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵ ਲਾਏ। ਜਿਹਦੇ ਉੱਤੇ ਵਾਹਿਗੁਰੂ ਜਗਤ ਦਾ ਜੀਵਨ ਵਾਹਿਗੁਰੂ ਕਿਰਪਾ ਕਰੇ, ਉਹ ਸਹਿਜ ਆਪਣੇ ਜੀਵਨ 'ਚ ਜੁੜ ਜਾਂਦੇ। ਭਲੇ ਨੇ ਐਸੇ ਗੁਰਮੁਖ, ਮੁਬਾਰਕ ਨੇ ਐਸੇ ਗੁਰਮੁਖ ਜਿਨ੍ਹਾਂ ਦੇ ਜੀਵਨ ਵਿੱਚ ਸਹਿਜ ਆ ਗਿਆ, ਜਿਨ੍ਹਾਂ ਦਾ ਜੀਵਨ ਜੁੜ ਗਿਆ, ਪਰ ਆਪਣੇ ਯਤਨ ਨਾਲ ਨਹੀਂ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਨਾ ਜਾਏ ਸਹਸਾ ਕਿਤੈ ਸੰਜਮ ਰਹਿ, ਕਰਮ ਕਮਾਏ ਕਰੀ ਜਾਓ ਧਾਰਮਿਕ ਕਰਮ। ਸਮਾਰਿਕ ਦੇ ਸਹਿਸਾ ਜੀਓ ਮਲੀਨ ਹੈ, ਕਿਤ ਸੰਜਮ ਤੋਤਾ ਜਾਏ। ਫਿਰ ਆ ਗਈ ਨਾ ਮਨ ਦੀ ਗੱਲ। ਮਨ ਧੋਵੋ ਸ਼ਬਦ ਲਾਗੋ, ਸਾਰੀ ਖੇਡ ਮਨ ਦੀ ਹੈ। ਮਨ ਕਾਬੂ ਹੋ ਜਾਏ, ਫੁਰਨੇ ਕਾਬੂ ਹੋ ਜਾਣ, ਮਹਾਰਾਜ ਕਹਿੰਦੇ ਸਹਿਜ ਪੈਦਾ ਹੁੰਦਾ ਹੈ, ਲਿਵ ਲੱਗਦੀ ਹੈ ਜੀ। ਆਸਾ ਮਹਿਲਾ ਪਹਿਲਾ, ਕਿਸ ਕਉ ਕਹਿ ਸੁਣਾਵਹਿ, ਕਿਸ ਕਉ ਕਿਸ ਸਮਝਾਵਹਿ ਸਮਝ ਰਹੇ। ਕਿਸੈ ਪੜਾਵੈ ਪੜ ਗੁਣ ਬੂਝੈ, ਸਤਿਗੁਰ ਸ਼ਬਦ ਸੰਤੋਖ ਰਹੇ। ਫਿਰ ਇਹ ਬੜਾ ਕੀਮਤੀ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਸੀ ਲੜੀ 'ਚ, ਜਦ ਜਿਹਦੇ ਮਨ ਦੇ ਅੰਦਰ ਪ੍ਰਭੂ ਦੇ ਨਾਮ ਦੀ ਚੇਟਕ ਲੱਗ ਜਾਂਦੀ ਹੈ ਨਾ, ਉਹ ਕਹਿੰਦਾ ਛੱਡੋ ਬਕਵਾਦ, ਉਹ ਕਹਿੰਦਾ ਛੱਡੋ ਨਿੰਦਾ ਚੁਗਲੀਆਂ। ਉਹ ਕੀ ਪਿਆ ਹੋਇਆ ਬੁਰਾ ਭਲਾ ਦੇ ਵਿੱਚ, ਉਹ ਛੱਡੋ ਸਾਰਾ ਕੁਝ। ਕਿਹਨੂੰ ਆਖਾਂ ਕਿਹਨੂੰ, ਉਹ ਕਹਿੰਦਾ ਫਿਰ ਤੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਸਮਝਾ ਦੇ। ਉਹ ਕਹਿੰਦਾ ਉਹਨੂੰ ਸਮਝਾਈਏ ਜਿਹੜਾ ਸਮਝਣ ਜੋਗਾ ਹੋਏ, ਜਿਹੜਾ ਸਮਝੇਗਾ ਹੀ ਨਹੀਂ ਫਿਰ ਉਹਦੇ ਨਾਲ ਕੀ ਸਮਝਾਉਣਾ, ਉਹਨੂੰ ਕੀ ਸਮਝਾਉਣਾ। ਇਸ ਕਰਕੇ ਜਿਹੜੇ ਗੁਰਮੁਖ ਨੇ ਨਾ, ਉਹ ਕਹਿੰਦੇ ਕਾਹੇ ਰੇ ਬਕਬਾਦ ਲਗਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ। ਉਹ ਆਪਣੇ ਆਨੰਦ ਵਿੱਚ ਬਹਿ ਕੇ ਕਹਿ ਦਿੰਦੇ ਕੀ ਕਿਉਂ ਕਬੀਰ ਸਾਹਿਬ ਨੇ ਸਮਝ ਲਿਆ ਸੀ। ਕਬੀਰ ਸਾਹਿਬ ਸਮਝਾਵਣ ਚੱਲੇ ਤੇ ਲੋਕਾਂ ਨੇ ਕਹਿਤਾ ਐਵੇਂ ਹੀ ਕਮਲਾ ਹੋ ਕੇ ਗੀਤ ਗਾਈ ਜਾਂਦਾ। ਕਬੀਰ ਸਾਹਿਬ ਕਹਿੰਦੇ ਗੀਤ ਨਹੀਂ ਹੈਗੇ, ਜੇ ਤੂੰ ਵੀ ਗਾਏਗਾ ਤੇ ਤੂੰ ਵੀ ਉੱਥੇ ਤੱਕ ਪਹੁੰਚ ਜਾਏਗਾ ਜਿੱਥੋਂ ਇਹ ਆਏ ਨੇ। ਲੋਕ ਜਾਣਨਾ ਇਹ ਗੀਤ ਹੈ। ਕਬੀਰ ਸਾਹਿਬ ਨੇ ਕਿਹਾ ਸੀ ਮੰਨ ਜਾਓ। ਉਹ ਕਹਿੰਦੇ ਚੱਲ ਤੂੰ ਉੱਠ, ਜਿਹਨੂੰ ਮਨਾਉਣਾ ਮਨਾ ਲਈ, ਬਨਾਰਸ 'ਚ ਤੇਰੀ ਥਾਂ ਨਹੀਂ, ਮਗਹਰ ਜਾ, ਉੱਥੇ ਜਾ ਕੇ ਮਰ, ਫਿਰ ਦੇਖਾਂਗੇ ਸਵਰਗ ਤੇ ਨਰਕ ਕਿਹਨੂੰ ਮਿਲਦਾ। ਤੇ ਕਬੀਰ ਸਾਹਿਬ ਨੇ ਕਿਹਾ ਸੀ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੈ ਲੋਕ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਮੰਨਦੇ ਹੀ ਨਹੀਂ ਲੋਕ, ਕਿਹਨੂੰ ਮਨਾਈਏ। ਅੱਗੇ ਇੱਕ ਬਚਨ ਹੋਰ ਬਾਣੀ ਦਾ ਅਸੀਂ ਪੜ੍ਹਦੇ ਹਾਂ ਬੜਾ ਸੋਹਣਾ। ਮਹਾਰਾਜ ਕਹਿੰਦੇ ਜਿਸ ਕੋ ਸਮਝਾਵਣ ਜਾਈਆ ਜੇ ਕੋ ਭੁਲਾ ਹੋਏ। ਸਾਨੂੰ ਲੱਗੇ ਨਾ ਕਿ ਉਹ ਸਾਡੀ ਭੁੱਲ ਨਾਲ ਭੁੱਲਿਆ ਪਿਆ ਜਾਂ ਸਾਡੀ ਤਰ੍ਹਾਂ। ਜਿਹਨੂੰ ਰੱਬ ਨੇ ਭੁਲਾਤਾ ਉਹਨੂੰ ਕੋਈ ਸਮਝਾ ਨਹੀਂ ਸਕਦਾ, ਜਿਹਨੂੰ ਰੱਬ ਨੇ ਮਿਲਾਤਾ ਉਹਨੂੰ ਕੋਈ ਭੁਲਾ ਨਹੀਂ ਸਕਦਾ। ਬਸ ਸਿੱਧੀ ਜੀ ਗੱਲ। ਇਸ ਸ਼ਬਦ ਦਾ ਤੱਤ ਸਾਰ ਇਹ ਹੈ। ਆਸਾ ਮਹੱਲਾ ਪਹਿਲਾ, ਕਿਸ ਕੋ ਕਹੈ ਸੁਣਾਵਹਿ, ਕਿਸ ਕਉ ਕਿਸ ਸਮਝਾਵੈ ਸਮਝ ਰਹੇ। ਮੈਂ ਕਿਹਨੂੰ ਪੜ੍ਹ ਕੇ ਸੁਣਾਵਾਂ, ਕਿਹਨੂੰ ਸਮਝਾਵਾਂ, ਕਿਹਨੂੰ ਪੜ੍ਹ ਕੇ ਆਖਾਂ, ਕਿਹਨੂੰ ਸਮਝਾ ਰਵਾਂ ਜਾਂ ਕੋਈ ਸਮਝ ਜਾਏ। ਕਿਸੈ ਪੜ੍ਹਾਵੈ ਪੜ੍ਹ ਗੁਣ ਬੂਝੇ, ਕਿਹਨੂੰ ਮੈਂ ਪੜ੍ਹਾ ਕੇ ਗੁਣਾਂ ਦੀ ਸੋਝੀ ਦੇਵਾਂ। ਅੱਗੇ ਕਹਿੰਦੇ ਸਤਿਗੁਰ ਸ਼ਬਦ ਸੰਤੋਖ ਰਹੇ। ਜਿਹੜੇ ਗੁਰਮੁਖ ਸ਼ਬਦ ਦੇ ਵਿੱਚ ਜੁੜ ਗਏ ਨੇ ਨਾ, ਉਹਨਾਂ ਨੂੰ ਇਹ ਹੁੰਦਾ ਕਿ ਬਈ ਸਾਰਾ ਕੁਝ ਛੱਡੀਏ, ਆਪਣੇ ਸੰਤੋਖ 'ਚ ਪ੍ਰਭੂ ਦੀ ਬੰਦਗੀ ਕਰੀਏ। ਜੇ ਬੰਦਗੀ ਤੋਂ ਬਿਨਾਂ ਹੋਰ ਪਾਸੇ ਤੁਰ ਪਏ ਤੇ ਬੰਦਗੀ ਤੋਂ ਵੀ ਜਾਵਾਂਗੇ। ਜਿਨ੍ਹਾਂ ਨੇ ਸਮਝਣਾ ਨਹੀਂ ਉਹਨਾਂ ਨੂੰ ਕੀ ਸਮਝਾਈਏ। ਇਹਨੂੰ ਮਹਾਰਾਜ ਜੀ ਕਹਿੰਦੇ ਹੈ ਕਿ ਬਾਣੀ ਦਾ ਇੱਕ ਫਰਮਾਨ ਹੈ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿ ਚੂਕ। ਜਿਹੜਾ ਸਮਝਣਾ ਹੀ ਨਹੀਂ ਚਾਹੁੰਦਾ। ਅੰਧੇ ਏਕ ਨਾ ਲਾਗੀ, ਜੋ ਬਾਂਸ ਵਜਾਈਐ ਫੂਕ। ਵੰਜਲੀ ਬਾਂਸ ਦੇ ਵਿੱਚ ਇੱਕ ਪਾਸੋਂ ਫੂਕ ਮਾਰੋ, ਦੂਜੇ ਪਾਸੇ ਨਿਕਲ ਜਾਂਦੀ ਹੈ। ਦੁਨੀਆ ਦੇ ਲੋਕਾਂ ਨੂੰ ਸਿੱਖ ਮੱਤ ਦਾ, ਚੰਗੀ ਮੱਤ ਦਾ ਗਿਆਨ ਦੇਣਾ ਚਾਹੋ,
इधरों सुन के इधरों निकल जाएगा। जो बांस बजाई है फूक, एक कन पिया तो दूजे निकल गया। जिहदे अंदर संतोख पैदा हो गया ना, वो प्रभु की बंदगी के ध्यान दे विच जुड़ के वो मंदा चंगा, जे 100 बंदे भी उन्होंने मंदा कहण। हुण एक भगत जी का बड़ा प्यारा बचन है। भगत जी कहते हैं, तेरी भगत ना छोड़ूं भावें लोग हसैं। मैं संतोख विच जुड़ गया, भावें इस लोग हसैं का मतलब है कोई मन्ने जा ना मन्ने, मैं नहीं छड्डांगा। अगला बचन हुण एक प्रभु की बंदगी का नामदेव का शब्द है, मैं बौरी मेरा राम पतार, रच रच ताको करो शिंगार। हुण लोकी समझते नहीं कि मैं किहड़े शिंगार की गल करदी हाँ, तो लोकां नूं समझ नहीं आउंदी ते लोकी माड़ा बोलते हैं। भले निंदो भले निंदो भले निंदो लोग। हुण मैं किसी नूं जवाब नहीं देना, निंदी जाओ, क्यों मेरे अंदर संतोख पैदा हो गया, मन टिक गया। जिन्ना चिर तक मन टिकिया नहीं सी, इन्हें एक बारी कहा मैं इनू 2 बारी सुनावां, इन्हें किवें कहता मैं इनू दसांगा। पर जिहदे अंदर शब्द टिक गया ना, संतोख शब्द का संतोख आ गया, फिर भगत कहते हैं भले निंदो भले निंदो भले। 3 बारी आख्या भले निंदो लोग, तन मन राम प्यारे जोग। हुण मेरा मन प्रभु दे नाल ही जुड़ गया, मैनू किसी की परवाह नहीं। अगला बचन है, वाद विवाद काहू स्यों ना कीजै। ना मैं वाद विच पैना ते ना मैं विवाद विच पैना। क्यों? जिन्ना चिर मैं वाद विवाद करना है मेरे भरावा, रसना राम रसायन पीजै, उन्ना चिर ते मैं प्रभु दे अमृत नूं भी पी लैना। उन्ना चिर ते मैं प्रभु दे नाम विच भी जुड़ा रहांगा, जिन्ना चिर मैं तैनूं तेरे नाल समझाउण वास्ते वाद विवाद करांगा। इस करके संत मिलै कुछ सुनिए कहिए, मिलै असंत मस्त कर रही है। आनंद हो जाओ, बाबा बोलना क्या कही है, कित्थे बोलना है कित्थे नहीं बोलना। कबीर साहब कहते उत्थे बोलो जिथे बोलिया प्रभु का नाम चेते आए, उथे ना बोलो जिथे बोलिया मन के अंदर मैल लगे। बाबा बोलना क्या कही है, जैसे राम नाम रव रही है। जिहदे अंदर प्रभु के नाम की बंदगी का रस जुड़ गया, वो बोलन तो घट जाते ने। उन्हां दा सुभाव हुंदा है कि सेव कीती संतोखी जिनी सच्चों सच ध्याया, उन्हीं मंदै पैर ना रखे उन कर सुकृत धर्म कमाया। उन्हीं दुनिया तोड़े बंदना अन्न पानी थोड़ा खाया। उन्हां दे अंदर सहज वरतदा है जी, ऐसा गुरमत रमत शरीरा, हर भज मेरे मन गहर गंभीरा रहाओ। इवें ध्या धर्म धर्म इनू क्या है, इनू प्रभु की बंदगी कही है। भावें तू हिंदू है, मुसलमान है, सिख है, भावें तू यहूदी है, भावें कोई भी है, भावें किसी धर्म का तू कहना ना कि नहीं मैनू तो धर्म एक सीमा लगती है, मैं तो रब के नाम दे विच जुड़ना चाहुंदा। तो किवें जुड़ा? तो रब का नाम तो ध्याना पएगा भाई, इस मर्यादा च आउणा पएगा। पर इसकी निशानी की है? महाराज कहते ऐसा नाम जप, ऐसा गुरमत रमत शरीरा, गुरु की मत लिया ये चीज़ शरीर दे विच टिकेगी। हर भज मेरे मन गहर गंभीरा, इन्ना मन गहर गंभीर हो जाए, कोई निंदा चुगली भी कर जाए पता ही ना लगे, पता ही ना लगे, परवाह ही ना होए। गुरु नानक साहब दियाँ कोई घट बखीलियाँ कीतियाँ दुनिया के लोगों ने। कोई आखै भूतना, कोई कहे बेताला, कोई आखै आदमी, नानक बेचारा भया दीवाना शाह का नानक बहुराना। मरदाना जी कहते धन्नो गुरु नानक साहब, मेरा तो इउं मन करता सी कि मैं इन्हां नूं भन्न के रखदा जिहड़े इन्ने भैड़ा बोलते हैं। कहते की बोलिया? कहते गुरु नानक साहब जी अत करती उन्होंने लोगों ने, पिंड वालियां ने, तुसीं सुनिया नहीं? कहते नहीं मैं तो सुनिया नहीं। कहते हद हो गई, कहते सारे लोगों ने बोलिया, सारे सुनते सी, तुहानू नहीं सुनिया। महाराज कहते ओ दूर चला जा, आ पत्थर चक ओ दूर चला जा। कहते दूर कितनी दूर? कहते होर दूर। कहते होर कितनी? कहते होर दूर चला जा, होर पिछे हो जा। बड़ी दूर चला गया। महाराज कहते हुण पत्थर सुट मेरे वाल। पूरा जोर ला के मरदाना जी ने पत्थर सुटिया, पर पहुँचे ही नहीं गुरु नानक साहब तक। महाराज कहते किथे रह गया? कहते दूर बड़ा सी। कहते दूर सी इस करके, दूरी बहुत सी इस करके पूरा जोर ला के भी सुटिया, तुहाडे तक नहीं पहुँचा। बस गुरु नानक साहब कहते उन्हां लोकां दीयां बातां निंदा चुगली हुण दूर हो गई है, हुण वो पहुँचदी नहीं इत्थे तक। मन इन्ना निर्मल हो गया है।
ਜਿਵੇਂ ਚਿੱਕੜ ਯਤਨ ਕਰੇ ਨਾ ਕਮਲ ਦੇ ਫੁੱਲ ਤੱਕ ਪਹੁੰਚਣ ਦਾ, ਪਹੁੰਚਦਾ ਨਹੀਂ। ਇਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਤੇ ਕਮਲ ਦਾ ਫੁੱਲ ਵੀ ਚਿੱਕੜ 'ਚ, ਕਮਾਲ ਦੀ ਗੱਲ ਹੈ, ਪਰ ਪਹੁੰਚਦਾ ਨਹੀਂ। ਇਵੇਂ ਮਹਾਰਾਜ ਕਹਿੰਦੇ ਇਵੇਂ ਜਪ ਕਿ ਜਪਿਆ ਨਿੰਦਾ ਚੁਗਲੀ ਤੋਂ ਹੀ ਨਿਰਲੇਪ ਹੋ ਜਾਏ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਨ ਅਪਮਾਨ। ਉਸਤਤ ਨਿੰਦਾ ਨਾਹੇ ਜੇ, ਮਹਾਰਾਜ ਕਹਿੰਦੇ ਕੰਚਨ ਲੋ ਸਮਾਨ। ਉਹ ਇਹੋ ਜਿਹਾ ਜੀਵਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਮਾ, ਨਾ ਉਸਤਤ ਹੋਏ ਤੇ ਨਾ ਨਿੰਦਾ ਹੋਏ, ਤੇ ਕੰਚਨ ਤੇ ਲੋਹਾ ਮਿੱਟੀ ਤੇਰੇ ਲਈ ਸਮਾਨ ਹੋ ਜਾਏ। ਹਰ ਭਜ ਮੇਰੇ ਮਨ ਗਹਿਰ ਗੰਭੀਰਾ, ਮੇਰੇ ਮਨ ਇਵੇਂ ਰੱਬ ਨੂੰ ਧਿਆ ਕਿ ਗਹਿਰ ਗੰਭੀਰ ਨੂੰ ਧਿਆ ਕੇ ਤੇਰਾ ਮਨ ਗੰਭੀਰ ਹੋ ਜਾਏ। ਸਮੁੰਦਰ ਦੇ ਵਿੱਚ ਜਿੰਨੇ ਮਰਜ਼ੀ ਉੱਤੋਂ ਪੱਥਰ ਮਾਰ ਲਓ, ਉਤੇ 2-4 ਲਹਿਰਾਂ ਦਿਖਣਗੀਆਂ, ਪਰ ਸਮੁੰਦਰ ਅੰਦਰੋਂ ਸ਼ਾਂਤ ਹੁੰਦਾ ਹੈ। ਇਵੇਂ ਕੋਈ ਬਾਹਰੋਂ ਜੋ ਮਰਜ਼ੀ ਹਲਚਲ ਕਰੇ, ਤੇਰਾ ਮਨ ਅੰਦਰੋਂ ਸ਼ਾਂਤ ਰਹੇ। ਰਹਾਓ ਅਨਤ ਤਰੰਗ ਭਗਤ ਹਰ ਰੰਗਾ, ਅਨ ਦਿਨ ਸੂਚੇ ਹਰ ਗੁਣ ਸੰਗਾ, ਮਿਥਿਆ ਜਨਮ ਸਾਕਤ ਸੰਸਾਰਾ, ਰਾਮ ਭਗਤ ਜਨ ਰਹਿ ਨਿਰਾਰਾ। ਅਨਤ ਤਰੰਗ ਭਗਤ ਹਰ ਰੰਗਾ, ਭਗਤੀ ਦੇ ਅਨੇਕ ਅਨੇਕ ਤਰੰਗਾਂ ਉੱਠਦੀਆਂ ਨੇ। ਭਗਤੀ ਕੀਤਿਆਂ ਬੜੇ ਕੁਛ ਬਦਲਾਵ ਆਉਣਗੇ ਸਾਡੇ ਜੀਵਨ ਵਿੱਚ, ਬੜੀਆਂ ਤਰ੍ਹਾਂ ਦੀਆਂ ਤਰੰਗਾਂ ਉੱਠਣਗੀਆਂ, ਬਹੁਤ ਕੁਛ ਹੋਏਗਾ। ਬੜਾ ਕੁਛ ਵੱਖਰਾ ਵੱਖਰਾ ਹੁੰਦਾ ਹੈ ਜਦ ਅਸੀਂ ਸਿਮਰਨ ਕਰਨਾ ਸ਼ੁਰੂ ਕਰਦੇ ਹਾਂ। ਕਈ ਵਾਰੀ ਬੈਠੇ ਹਾਂ ਤੇ ਬੈਠੇ ਹਾਂ ਬੜਾ ਬੜਾ ਚਿਰ, ਕਈ ਵਾਰੀ ਇੱਕ ਖਿਣ ਵੀ ਬੈਠਣ ਦਾ ਮਨ ਨਹੀਂ ਕਰਦਾ। ਬਹੁਤ ਕੁਛ ਹੁੰਦਾ ਹੈ। ਕਈ ਵਾਰੀ ਵਿਰਾਗ ਪੈਦਾ ਹੋ ਜਾਂਦਾ, ਵਿਰਾਗ ਹੀ ਵਿਰਾਗ ਕਰੀ ਜਾਈਏ, ਵਿਰਾਗ ਹੀ ਵਿਰਾਗ ਕਰੀ ਜਾਈਏ। ਕਈ ਵਾਰੀ ਮੁਸਕਰਾਉਂਦੇ ਹਾਂ, ਹੱਸਦਾ ਹੈ ਅੰਦਰ। ਮਹਾਰਾਜ ਕਹਿੰਦੇ ਇਹ ਅਨੰਤ ਤਰੰਗ ਪੈਦਾ ਹੁੰਦੀ ਹੈ ਬੰਦਗੀ ਕੀਤਿਆਂ। ਇਹਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਛੰਤਾਂ ਦੇ ਵਿੱਚ ਵੱਖ-ਵੱਖ ਰੂਪ 'ਚ ਦੱਸਿਆ ਹੋਇਆ ਕਿ ਕਦੀ ਇਹ ਸਾਰਾ ਜੀਵਨ ਬਾਣੀ ਦੇ ਨਾਲ ਸਰਸ਼ਾਰ ਹੋ ਜਾਂਦਾ ਹੈ ਤੇ ਕਦੀ ਵਿਰਾਗਮਈ ਹੋ ਜਾਂਦਾ ਹੈ, ਕਦੀ ਖੇੜੇ ਵਿੱਚ ਹੁੰਦਾ ਹੈ ਤੇ ਕਦੀ ਉਦਾਸ ਹੋ ਜਾਂਦਾ ਹੈ। ਇਹ ਤਰੰਗਾਂ ਨੇ ਬਹੁਤ ਸਾਰੀਆਂ। ਅਨੰਤ ਤਰੰਗ ਭਗਤ ਹਰ ਰੰਗਾ, ਭਗਤੀ ਦੇ ਰੰਗ 'ਚ ਅਨਕ ਤਰੰਗ ਉੱਠਣਗੀਆਂ। ਅਨਦਿਨ ਸੂਚੇ ਹਰ ਰੰਗ ਸੰਗਾ, ਜਿਹੜੀ ਮਰਜ਼ੀ ਤਰੰਗ ਉੱਠੇ ਭਗਤੀ 'ਚ ਉਹ ਬੰਦਾ ਸੁੱਚਾ ਹੀ ਹੁੰਦਾ ਹੈ, ਭਾਵੇਂ ਉਹ ਵਿਰਾਗ ਕਰ ਰਿਹਾ ਤੇ ਭਾਵੇਂ ਉਹ ਉਦਾਸ ਹੈ। ਇਹਨੂੰ ਮਹਾਰਾਜ ਜੀ ਕਹਿੰਦੇ ਨਾ, ਕਹਿੰਦੇ ਜਿਹਦੇ ਅੰਦਰ ਸੱਚ ਜੁੜ ਗਿਆ ਉਹ ਬਾਹਰੋਂ ਭੁੱਲ ਝੁੱਕ ਬੋਲਦੇ, ਭੀ ਖਰੇ ਹਰ ਪਾਣੇ। ਭਾਵੇਂ ਬਾਹਰੋਂ ਜੋ ਮਰਜ਼ੀ ਬੋਲਦੇ ਨੇ, ਤਰੰਗ ਹੈ, ਪਰ ਅੰਦਰੋਂ ਫਿਰ ਸੂਚੇ ਨੇ, ਅੰਦਰੋਂ ਗੈਰ ਗੰਭੀਰ ਨੇ। ਅੰਦਿਨ ਸੂਚੇ ਹਰ ਰੰਗ ਸੰਗਾ, ਮਿਥਿਆ ਜਨਮ ਸਾਕਤ ਸੰਸਾਰਾ। ਬਾਕੀ ਸਾਰਾ ਸੰਸਾਰ ਮਿਥਿਆ ਹੀ ਰਹਿ ਜਾਂਦਾ ਹੈ। ਰਾਮ ਭਗਤ ਜਨ ਰਹਿ ਨਿਰਾਰਾ। ਰਾਮ ਰਮੇ ਹੋਏ ਵਾਹਿਗੁਰੂ ਦੀ ਭਗਤੀ ਕੀਤਿਆਂ ਹੀ ਕੋਈ ਜਨ ਨਿਰਾਰਾ ਹੋ ਸਕਦਾ ਹੈ, ਨਹੀਂ ਤੇ ਅਸੀਂ ਸਾਰੇ ਦੁਨੀਆ ਦੇ ਧੰਦਿਆਂ ਵਿੱਚ ਫਸੇ ਹਾਂ ਜੀ। ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹਿ ਲਿਵ ਲਾਇਆ, ਆਦ ਅਪਾਰ ਅਪਰੰਪਰ ਹੀਰਾ, ਲਾਲ ਰਤਾ ਮੇਰਾ ਮਨ ਧੀਰਾ। ਕਾਇਆ ਸੁੱਚੀ ਹੋ ਜਾਂਦੀ ਹੈ ਜੀ, ਕਾਇਆ ਵੀ ਸੁੱਚੀ ਹੋ ਸਕਦੀ ਹੈ। ਜਨ ਕੇ ਚਰਨ ਵਸੈ ਮੇਰਾ ਹੀਰੈ, ਸੰਗ ਪੁਨੀਤਾ ਦੇਹੀ। ਇਹ ਦੇਹੀ ਵੀ ਪੁਨੀਤ ਪਵਿੱਤਰ ਹੋ ਜਾਂਦੀ ਹੈ ਜਿਹਦੇ ਹਿਰਦੇ 'ਚ ਪ੍ਰਭੂ ਦਾ ਸਿਮਰਨ ਹੋ ਜਾਏ। ਸੂਚੀ ਕਾਇਆ ਹਰ ਗੁਣ ਗਾਇਆ, ਜਿਹਨੇ ਪ੍ਰਭੂ ਨੂੰ ਗਾ ਲਿਆ। ਆਤਮ ਚੀਨ ਰਹਿ ਲਿਵ ਲਾਇਆ, ਆਤਮ ਚੀਨ ਦੇਖਣਾ, ਆਤਮਾ ਪਰ ਆਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਉਹ ਜਿਹੜੀ ਭੀਤ ਮੈਂ ਭੀਤ ਕਰਾਰੀ ਸੀ ਉਹ ਟੁੱਟ ਗਈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਉਹ ਇੱਕੋ ਹੀ ਹੋ ਗਿਆ। ਆਤਮਾ ਚੀਨ ਰਹਿ ਲਿਵ ਲਾਇਆ, ਆਦ ਅਪਾਰ ਅਪਰੰਪਰ ਹੀਰਾ। ਕਿਨਹੀ ਬੰਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, संतो बन जिया नाम गोबिंद का, ऐसी खेप हमारी। हर के नाम के व्यापारी हीरा, हाथ चढ़िया निर्मोलक छूट गई संसारी। ये ऐसा गुण हाथ चढ़ गया, कहते ऐसो गुण मेरो प्रभु जी कीन, पंच रोग अर अहंग रोग। पंच दोख अर अहंग रोग, यह तन ते सगल दूर कीन। ये हीरा मिल गया प्रभु दे नाम दा, ਅੰਦਰ ਜੁੜ ਗਿਆ। ਲਾਲ ਰਤਾ ਮੇਰਾ ਮਨ ਧੀਰਾ, ਪ੍ਰਭੂ ਦੇ ਨਾਮ ਦੇ ਵਿੱਚ ਰਤਿਆ ਮੇਰਾ ਮਨ ਧੀਰਜ ਪਾ ਗਿਆ।
ਮੇਰਾ ਮਨ ਸੰਤੋਖੀ ਹੋ ਗਿਆ, ਹਰ ਪ੍ਰਭੂ ਦੇ ਵਰਤਾਏ ਹੋਏ ਭਾਣੇ ਦੇ ਵਿੱਚ ਖੁਸ਼ ਹੈ ਜੀ। ਕਥਨੀ ਕਹਿ ਕਹਿ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤਿ ਨਾਮ ਧਿਆਇਆ। ਇੰਨੀ ਖੂਬਸੂਰਤ ਤੁਕਾਂ ਨੇ ਨਾ ਕਮਾਲ ਕੀਤੀ ਸਤਿਗੁਰੂ ਆਦਿ ਗੁਰੂ ਗੁਰੂ ਨਾਨਕ ਸਾਹਿਬ ਨੇ। ਮੇਰੇ ਵਰਗੇ ਕਥਨੀ ਕਰਕੇ ਚਲੇ ਜਾਣਗੇ, ਅਸੀਂ ਕਥਨੀ ਕਰ ਰਹੇ ਹਾਂ, ਸਾਡਾ ਜੀਵਨ ਬਿਲਕੁਲ ਨਹੀਂ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਿਹਾ, ਜਿੰਨਾ ਮਰਜ਼ੀ ਰੋਲਾ ਪਾ ਲਈਏ, ਬੋਲ ਲਈਏ, ਪਰ ਕਥਨੀ ਕਰਨ ਦੇ ਨਾਲ ਅੰਦਰ ਸੱਚ ਨਹੀਂ ਵਰਤੇਗਾ ਜਿੰਨਾ ਚਿਰ ਤੱਕ ਇਹਨੂੰ ਕਮਾਇਆ ਨਾ ਜਾਏ। ਕਥਨੀ ਕਰਹਿ ਕਥਨੀ ਕਹਿ ਸੇ ਮੂਏ, ਮੂੰਹ ਮਰ ਜਾਾਂਗੇ ਕਰ ਕਰਕੇ। ਸੋ ਪ੍ਰਭ ਦੂਰ, ਕਿੱਡਾ ਕਮਾਲ ਦਾ ਇੱਥੇ ਕੁਐਸਚਨ ਮਾਰਕ ਹੈ ਕਿ ਉਹ ਦੂਰ ਹੈ? ਨਹੀਂ, ਉਹ ਕਹਿੰਦੇ ਨਹੀਂ, ਪ੍ਰਭ ਤੂੰ ਹੈ, ਉਹ ਦੂਰ ਥੋੜੀ ਹੈ। ਕਿੱਥੇ ਦੂਰ? ਪ੍ਰਭ ਤੂੰ ਹੈ, ਆ ਵੀ ਉਹ ਹੈ, ਆ ਵੀ ਉਹ ਹੈ, ਇਹ ਸਾਰਾ ਤੂੰ ਹੈ। ਸੋ ਪ੍ਰਭ ਦੂਰ, ਇਹਨੂੰ ਐਵੇਂ ਪੜੋ, ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਤੂੰ ਹੀ ਤੂੰ ਹੈ, ਸਾਰੀ ਜਗ੍ਹਾ ਤੂੰ ਹੈ। क्यों? तू दाना तू अबचल तू ही जात मेरी पाती, तू अडोल कदे डोलै नाही, ताम हमन कैसी ताती। एक एक तू ही, एक तू राया, सब पासे तू ही समाया, तौ किरपा ते सुख पाया। तू है प्रभु। इनू ही ते कल विचारिया सी, कहो नानक नेचो ध्यावै, बिन सतगुर वाट ना पावै। इन्ना विश्वास करो तू मेरे नाल ही है, तू है। किवें? कबीर साहब ने जिमें क्या, हम कूकर तेरे दरबार, भौंका आगै बदन पसार। तू है, मैं तेरे सामने भौंक रहा, मैं तेरे सामने उचार रहा तेरा नाम, सब कुछ सत जान गए। सो प्रभ दूर नाही प्रभ तू है, सब जग देखिया माया छाया, नानक गुरमत नाम ध्याया। माया की छां दे विच जिहड़े तुरे फिरदे ने माया छाया के प्रभाव से, उन्होंने तो दूर ही जापदा है, पर कोई गुरु की मत लैके जिहड़ा ध्याउंदा है, वो ये कहंदा है हदूर कत दूर बतावों, सुंदर नूं प्राप्त करन लई दुंदर बांधो सुंदर पावों। आज मिलावा शेख फरीद टाकिम कूंजड़ियाँ, कूंजां जिवें उड़दियां ने ना एक लाइन बना के, कूंजां पंछियां दी जद डार आउंदी है, वो लगता है कि डार मुक्कण ही नहीं वाली, इन्नियां डारां दियां डारां। साडे भी फुरने कूंजां दी तरह डारां दियां डारां तुरदे ने, एक फुरना दूजा तीजा, ऐ लगदे फुरने मुकड़े ही नहीं। बाबा फरीद कहंदा आ फुरने दियां कूंजां वालियां डारां नूं परां कर दो, देखो रब ही रब है। इनू क्या आज मिलावा शेख फरीद टाकम कूंजड़ियां मनहो मचंदड़ियां, जिहड़े मन नूं तंग करदे उहनूं परा करो। ये गुरमत के नाम नूं प्राप्त करन दी जुगत है। आसा महला पहला ते तुका, कोई भीखक भीखिया खाए, कोई राजा रहा समाए, किसी मान किसै अपमान, ढाए उसारे तरे ध्यान, तुझ ते वड्डा नाही कोई, किस वे खाली चंगा होए। जिवें भाई साहब जी ने आप जी नूं सरवण कराया, शब्द का सिरलेख है आसा महला पहला तितुका। तितुका का मतलब तीन तीन तुकियां का बंद, तीन तुके है ये बंद पूरा, पर ये तुकां दो दो मिला के एक बनदियां ने। जिस तरह कोई भीखक भीखिया खाए, कोई राजा रहा समाए, ये एक बनेगा। फिर अगे किसी मान किसै अपमान, ढाहे उसारे धरे ध्यान, ये दो बनेगा। तुझ ते वड्डा ना ही कोई, किस विखाली चंगा होए, ये तीजा बनेगा। है ते तुके ने, पर कई बारी भुलेखा पैंदा कि ये ते 6 पदे बन रहे हैं, 6 तुकां नहीं, दो दो तुकां नूं मिला के भी एक काव्य रचना एक तुक पूर्ण बनती है, क्योंकि उहदे विच पूर्ण इस शब्द का भाव शब्द के अर्थां का तुक पूर्ण अर्थ बनता है। सो आओ जी, आसा महला पहला तितुका। कोई भीखक भीखिया खाए, कोई भीखक बनया होया,
ਭਿਖਾਰੀ ਬਣ ਕੇ ਰੱਬ ਨੂੰ ਭੁੱਲ ਕੇ ਮੰਗ ਮੰਗ ਕੇ ਖਾਈ ਜਾ ਰਿਹਾ, ਤੇ ਉਹਨੂੰ ਕੋਈ ਸਮਝਾਏ ਭਾਈ ਹੋਸ਼ ਕਰ, ਰੱਬ ਨੇ ਬਾਹਾਂ ਦਿੱਤੀਆਂ ਨੇ, ਤਾਕਤ ਦਿੱਤੀ ਹੈ, ਲੱਤਾਂ ਦਿੱਤੀਆਂ ਨੇ, ਤੂੰ ਗ੍ਰਸਤ ਕਮਾ, ਆਪਣੀ ਚੰਗਾ ਕਮਾ, ਮਸ਼ੱਕਤ ਕਰ, ਤੂੰ ਖਾ ਖਾ ਕੇ ਭੁੱਲ ਗਿਆ ਰੱਬ ਨੂੰ, ਤੇ ਤੇਰੇ ਲਈ ਸੌਖਾ ਹੈ ਹੁਣ ਮੰਗ ਕੇ ਖਾਣਾ। ਮਹਾਰਾਜ ਕਹਿੰਦੇ ਰੱਬ ਨੂੰ ਭੁੱਲਣ ਵਾਲਾ ਬੰਦਾ ਭੀਖਿਆ ਵੀ ਪ੍ਰਮਾਣ ਨਹੀਂ ਹੈ, ਕਿ ਉਹ ਰੱਬ ਨੂੰ ਭੁੱਲ ਕੇ ਉਹਨੂੰ ਲੱਗਦਾ ਹੁਣ ਸਭ ਤੋਂ ਸੌਖਾ ਮੰਗ ਕੇ ਖਾਣਾ ਹੀ ਆ, ਹੋਰ ਕੀ ਕਰੀਏ ਹੁਣ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਿਹਾ ਸਮਾਏ। ਰਾਜ ਜਿਹੜਾ ਸੀ ਨਾ, ਰਾਜੇ ਚੁੱਲੀ ਨਿਆਓ ਕੀ, ਗਿਰਹੀ ਕਾ ਸਤ ਦਾਨ। ਰਾਜੇ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਉਹ ਨਿਆਏ ਵਾਲੇ ਕੰਮ ਕਰੇ, ਉਹ ਆਪਣੀ ਰਾਜ ਪ੍ਰਭਾ, ਆਪਣੇ ਸਾਰੀ ਰਿਆਸਤ ਦੀ ਸੰਭਾਲ ਕਰੇ। ਪਰ ਇੱਕ ਪਾਸੇ ਸੱਚ ਨੂੰ ਛੱਡ ਕੇ ਉਹ ਆਪਣੇ ਰਾਜ ਵਿੱਚ ਹੀ ਗਲਤਾਨ ਹੋ ਜਾਏ, ਉਹ ਕਹਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ, ਕੋਈ ਭਾਵੇਂ ਕੁਛ ਹੁੰਦਾ ਰਹੇ, ਮੈਨੂੰ ਮੇਰਾ ਰਾਜ ਨਹੀਂ। ਮਹਾਰਾਜ ਕਹਿੰਦੇ ਕੋਈ ਰਾਜਾ ਰਿਹਾ ਸਮਾਏ। ਵੱਡੇ ਵੱਡੇ ਰਾਜੇ ਰਾਜ ਦੇ ਵਿੱਚ ਹੀ ਸਮਾ ਗਏ। ਕਿਸ ਹੀ ਮਾਨ ਕਿਸੈ ਅਪਮਾਨ, ਨਾਮ ਨੂੰ ਛੱਡ ਕੇ ਕਿਸੇ ਲਈ ਮਾਣ ਇੰਨਾ ਸਿਰ 'ਤੇ ਚੜ੍ਹ ਗਿਆ, ਤੇ ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਕੱਲ੍ਹ ਨੂੰ ਅਪਮਾਨ ਵੀ ਹੋ ਸਕਦਾ ਹੈ। ਸਰੂਪੇ ਸਾਨੂੰ ਚਾਹੀਦੇ, ਪਰ ਕੋਈ ਮਾੜਾ ਬੋਲਦੇ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਕਿਸੇ ਅਪਮਾਨ, ਤੇ ਕੋਈ ਅਪਮਾਨ ਦੇ ਵਿੱਚ ਸਾਰਿਆਂ ਦੇ ਲਈ ਮਾੜਾ ਬੋਲੀ ਜਾ ਰਿਹਾ। ਅਪਮਾਨ ਵਿੱਚ ਆ ਕੇ ਕਿ ਮੈਨੂੰ ਮਾੜਾ ਬੋਲਿਆ, ਮੈਨੂੰ ਮਾੜਾ ਕਿਹਾ, ਜਾਂ ਮੇਰਾ ਅਪਮਾਨ ਹੋਇਆ, ਉਹ ਇੱਕ ਨੂੰ ਛੱਡ ਕੇ ਸਾਰਿਆਂ ਨੂੰ ਫਿਰ ਮਾੜਾ ਕਹਿੰਦਾ। ਢਾਹੇ ਉਸਾਰੇ ਧਰੇ ਧਿਆਨ, ਮਨ ਦਾ ਖਿਆਲਾਂ ਰੂਪੀ ਲੱਡੂ ਕਦੀ ਭੋਰ ਦਿੰਦਾ, ਕਦੀ ਫਿਰ ਬਣਾ ਲੈਂਦਾ। ਇਹਦਾ ਮਤਲਬ ਮਨ ਦੇ ਖਿਆਲ, ਮੈਂ ਐਵੇਂ ਕਰ ਲਾਂ, ਫਿਰ ਭੋਰਦਾ ਨਹੀਂ, ਐਵੇਂ ਨਹੀਂ ਕਰਨਾ, ਫਿਰ ਮੈਂ ਐਵੇਂ ਕਰ ਲਾਂ। ਮਹਾਰਾਜ ਕਹਿੰਦੇ ਰੱਬ ਦਾ ਸਿਮਰਨ ਕਿੱਥੇ ਹੈ? ਬਸ ਮਨ ਦੇ ਲੱਡੂ ਖਿਆਲਾਂ ਦੇ ਭੋਰੀ ਜਾਂਦਾ, ਬਣਾਈ ਜਾਂਦਾ, ਭੋਰੀ ਜਾਂਦਾ, ਬਣਾਈ ਜਾਂਦਾ। ਇੰਨੇ ਖਿਆਲਾਂ ਦਾ ਕੋਈ ਅੰਤ ਨਹੀਂ। ਰੱਬ ਦਾ ਸਿਮਰਨ ਕਰਨ ਵਾਲੇ ਕਹਿੰਦਾ ਸਮਾਂ ਨਹੀਂ ਹੈ। ਫਿਰ ਬੈਠਣ ਲੱਗਿਆ, ਨਹੀਂ ਜੀ ਲੱਕ ਪੀੜ ਹੁੰਦਾ ਹੈ, ਨਹੀਂ ਜੀ ਸਰੀਰ ਨਹੀਂ ਇਜਾਜ਼ਤ ਦਿੰਦਾ, ਨਹੀਂ ਜੀ ਜਪਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇਹ ਸਮਾਂ ਹੈ ਭਾਈ ਇਹਨੂੰ ਜਪਣ ਦਾ। ਮਨ ਦੇ ਖਿਆਲਾਂ ਨੂੰ ਸੰਕੋਚ, ਇਹ ਉਦਮ ਹਰ ਇੱਕ ਇਨਸਾਨ ਨੂੰ, ਹਰ ਇੱਕ ਜਿਗਿਆਸੂ ਨੂੰ, ਹਰ ਇੱਕ ਭਗਤ ਨੂੰ, ਸਿੱਖ ਨੂੰ ਆਪਣਾ ਆਪਣਾ ਕਰਨਾ ਪਏਗਾ। ਤੁਸੀਂ ਕੁਝ ਐਸਾ ਮੰਤਰ ਨਹੀਂ ਦੇ ਸਕਦੇ ਜਿਹਦੇ ਨਾਲ ਮੇਰੇ ਖਿਆਲ ਰੁਕ ਜਾਣ, ਜਾਂ ਮੈਂ ਕੁਝ ਐਵੇਂ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਡੇ ਹਾਂ ਖਿੰਨ ਪਲ ਰਹੀ ਅਸੀਂ ਰੋਕ ਸਕਦੇ ਹਾਂ ਘੜੀ ਦੋ ਘੜੀ ਲਈ, ਪਰ ਸਾਰਾ ਦਿਨ ਸਾਰੀ ਰਾਤ ਅਸੀਂ ਇਹ ਖਿਆਲਾਂ ਨੂੰ ਤੇ ਥੋੜ੍ਹੀ ਸੁਣ ਸਕਦੇ ਹਾਂ ਕਿ ਸ਼ਬਦ ਦੀ ਕਥਾ, ਜਾਂ ਉਹ ਜਿਹੜਾ ਦਿਨ, ਉਹ ਜਿਹੜਾ ਸਮਾਂ ਹੁੰਦਾ ਹੈ ਜਿਸ ਸਮੇਂ ਦੇ ਵਿੱਚ ਸਾਡੇ 'ਤੇ ਮਨ ਹਾਵੀ ਹੋ ਰਿਹਾ ਹੁੰਦਾ ਹੈ, ਉਸ ਵੇਲੇ ਸਾਨੂੰ ਰੱਬ ਨੂੰ ਚੇਤੇ ਕਰਨਾ ਹੈ। ਉਸ ਵੇਲੇ ਸਾਡਾ ਮਨ ਪ੍ਰਭੂ ਦੇ ਚਰਨਾਂ 'ਚ ਜੁੜੇ। ਕਿਵੇਂ ਜੁੜੇ? ਮਨ ਦੇ ਉੱਤੇ ਵਿਕਾਰੀ ਫੁਰਨੇ, ਨਿੰਦਾ, ਚੁਗਲੀ, ਈਰਖਾ, ਦਵੈਸ਼ ਨੂੰ ਕਿਵੇਂ ਰੋਕਿਆ ਜਾਏ। ਢਾਹੇ ਉਸਾਰੇ ਧਰੇ ਧਿਆਨ, ਖਿਆਲਾਂ ਦੇ ਵਿੱਚ। ਮਹਾਰਾਜ ਇਹਦੇ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਵਾਲੇ ਅਰਥ ਨੇ ਉਹ ਵੱਖਰੇ ਨੇ, ਸੰਪਰਦਾਈ ਟੀਕੇ ਵਾਲੇ ਤੁਸੀਂ ਵੱਖਰੇ ਪੜ੍ਹੋਗੇ। ਉਹ ਪੜ੍ਹੋਗੇ ਕਿ ਰੱਬ, ਸੰਪਰਦਾਈ ਟੀਕਾ ਕਿ ਰੱਬ ਢਾਉਂਦਾ ਅਤੇ ਉਸਾਰਦਾ, ਪਰ ਨਹੀਂ, ਇਹ ਸਾਰੇ ਉਹਨਾਂ ਦਾ, ਇਹ ਕਿਉਂਕਿ ਪੂਰਾ ਪਤਾ ਉਹਨਾਂ ਬਾਰੇ ਹੈ ਜਿਹੜਾ ਵਾਹਿਗੁਰੂ ਨੂੰ ਵਿਸਾਰ ਕੇ ਹੋਰ ਖਿਆਲਾਂ ਵਿੱਚ ਰੁੱਝੇ ਹੋਏ ਨੇ। ਤੁਝ ਤੇ ਵੱਡਾ ਨਾ ਹੀ ਕੋਏ, ਕਿਸ ਵੇਖਾਲੀ ਚੰਗਾ ਹੋਏ। ਸੱਚੀ ਗੱਲ ਇਹ ਹੈ ਕਿ ਮੈਂ ਭਾਵੇਂ ਕਥਾਵਾਚਕ ਹਾਂ ਜਾਂ ਅਸੀਂ ਕਹੀਏ ਕਿ ਅਸੀਂ ਧਰਮੀ ਹਾਂ, ਗੁਰੂ ਨਾਨਕ ਸਾਹਿਬ ਫੈਸਲਾ ਕਰਦੇ ਹੈ ਕਿ ਬੰਦਿਆ ਤੂੰ ਕਦੀ ਚੰਗਾ ਹੋ ਹੀ ਨਹੀਂ ਸਕਦਾ। ਤੇਰੇ ਅੰਦਰ ਡਰ ਵੀ ਹੋਏਗਾ, ਫਰੇਬੀ ਵੀ ਹੋਏਗੀ, ਚਲਾਕੀਆਂ ਵੀ ਹੋਣਗੀਆਂ, ਕੂੜ ਵੀ ਹੋਏਗਾ, ਸਭ ਕੁਛ ਵਰਤੇਗਾ। ਮਹਾਰਾਜ ਕਹਿੰਦੇ ਤੁਝ ਤੇ ਵੱਡਾ ਨਾ ਹੀ ਕੋਈ, ਰੱਬ ਵਰਗਾ ਕੋਈ ਨਹੀਂ ਬਣ ਸਕਦਾ। ਬਿਲਕੁਲ ਜਿਹਦਾ ਸੁਭਾਅ ਇੱਕੋ ਜਿਹਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। ਅਤੇ ਅਸੀਂ ਫਿਰ ਕਿਹਦਾ ਸਾਥ ਲਈਏ? ਅਸੀਂ ਕਿਹਦੇ ਨਾਲ ਹੋਈਏ? ਅਸੀਂ ਕਿਹਦੇ 'ਤੇ ਵਿਸ਼ਵਾਸ ਕਰੀਏ? ਮਹਾਰਾਜ ਕਹਿੰਦੇ ਗੱਲ ਤਾਂ ਇਹ ਹੈ, ਕਿਸ ਵੇਖਾਲੀ ਚੰਗਾ ਹੋਏ, ਵਾਹਿਗੁਰੂ ਵਰਗਾ ਚੰਗਾ ਕੋਈ ਹੈ ਹੀ ਨਹੀਂ। ਜੇ ਟੇਕ ਲੈਣੀ ਹੈ, ਪ੍ਰਿਥਵੇਂ ਮਤਾ ਜੇ ਪੱਤਰੀ ਚਲਾਵੋਂ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੂੰ, ਤ੍ਰਿਤੀਏ ਮਤਾ ਕਛ ਕਰੂੰ ਉਪਾਇਆ, ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਧਿਆਇਆ। ਇੱਕ ਵਾਹਿਗੁਰੂ ਦਾ ਟੇਕ ਆਸਰਾ ਇਹ ਸਦਾ ਹੀ ਰਹਿਣ ਵਾਲੀ ਹੈ। ਬਾਕੀ ਸਾਰੀ ਟੇਕ ਆਸਰੇ ਮਹਾਰਾਜ ਜੀ ਕਹਿੰਦੇ ਇਹ ਝੂਠੇ ਨੇ। ਜੇ ਇੱਕੋ ਆਸਰਾ ਹੈ, ਨਾ ਉਹ ਆਸਰਾ ਜੇ ਭਿਖਾਰੀ ਕਹੇ ਮੈਨੂੰ ਇਹ ਫਲਾਣੇ ਘਰ ਤੋਂ ਮੈਂ ਮੰਗ ਕੇ ਖਾ ਲਾਂਗਾ, ਨਦਰ ਉਪੱਠੀ ਜੇ ਕਰੈ ਸੁਲਤਾਨਾ ਘਾਹ ਕਰਾਏਗਾ, ਦਰ ਮੰਗਣ ਭਿਖ ਨਾ ਪਾਏਂਦਾ। ਭਿਖਾਰੀ ਨੂੰ ਵੀ ਦੇਣ ਵਾਲਾ ਵਾਹਿਗੁਰੂ ਹੈ।
ਜੇ ਰਾਜਾ ਕਹੇ ਨਹੀਂ ਜੀ ਮੇਰੇ ਕੋਲ ਬਹੁਤ ਰਾਜ ਭਾਗ ਦੌਲਤ ਹੈ, ਮੈਂ ਆਪਣਾ ਸਾਰ ਲਾਂਗਾ, ਜੇ ਰੱਬ ਨਦਰ ਉਪੱਠੀ ਕਰਦੇ ਉਹ ਵੀ ਨਹੀਂ ਸਾਂਭ ਸਕਦਾ। ਇਵੇਂ ਹੀ ਅਸੀਂ ਮਨ ਦੇ ਖਿਆਲਾਂ 'ਚ ਇਹ ਕਰੀਏ, ਇਵੇਂ ਕਰ ਲਈਏ, ਇਵੇਂ ਹੋ ਜਾਏਗਾ, ਸਾਲ ਬਾਅਦ ਇਵੇਂ, 2 ਸਾਲ ਬਾਅਦ, 5 ਸਾਲ ਬਾਅਦ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰਾ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਇਹਨੂੰ ਕਿਹਾ ਮਤਾ ਕਰੈ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ। ਕੁੱਲ ਮਿਲਾ ਕੇ ਸਤਿਗੁਰੂ ਜੀ ਨੇ ਇਹਦੇ ਵਿੱਚ ਇਸ ਪਹਿਲੇ ਬੱਧ ਦੇ ਵਿੱਚ ਇਹ ਖਿਆਲ ਦਿੱਤਾ ਹੈ ਕਿ ਰੱਬ ਦੇ ਸਿਮਰਨ ਤੋਂ ਟੁੱਟਿਆ ਹੋਇਆ ਬੰਦਾ ਆਪਣੀ ਆਪਣੀ ਕਰਨ ਦੀ ਹੁਜਤ ਕਰਦਾ ਹੈ, ਪਰ ਸੱਚੀ ਗੱਲ ਇਹ ਹੈ ਕਿ ਤੂੰ ਦਾਤਾ ਕਰਨਹਾਰ ਕਰਤਾਰ। ਇਹ ਰਹਾਉ ਦੀ ਤੁਕਾਂ ਵਿੱਚ ਅਸੀਂ ਸਰਵਣ ਕਰਾਂਗੇ। ਆਪ ਸਾਰੇ ਸਰਵਣ ਕਰੋ ਤੇ ਨਾਲ ਪੜੋ ਜੀ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਉ। ਇਸ ਕਰਕੇ ਰਹਾਉ ਦੀ ਤੁਕ ਬਾਬਤ ਭਾਈ ਸਾਹਿਬ ਜੀ ਆਪ ਜੀ ਨੂੰ ਪੜ੍ਹ ਕੇ ਸੁਣਾ ਕੇ ਹੁਣੇ ਗਏ ਨੇ, ਔਰ ਦਾਸ ਨੇ ਵੀ ਆਪ ਜੀ ਨੂੰ ਦੱਸ ਦਿੱਤਾ ਕਿ ਇਹ ਸ਼ਬਦ ਦਾ ਜਿਹੜਾ ਮੁੱਖ ਬੰਦ ਹੈ ਨਾ, ਉਹ ਟੇਕ ਵਾਹਿਗੁਰੂ ਦੀ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬਿਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਇਹਨੂੰ ਕਿਹਾ ਆਧਾਰ, ਕਿਉਂਕਿ ਤੂੰ ਸਭ ਕੁਝ ਕਰਨ ਵਾਲਾ ਹੈ, ਤੂੰ ਕਰਨ ਵਾਲਾ ਹੈ, ਤੇਰੇ ਅੰਦਰ ਤਾਕਤ ਹੈ, ਤੂੰ ਸਾਰਾ ਕੁਝ ਕਰ ਲੈਂਦਾ ਹੈ। ਇਸ ਕਰਕੇ ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ। ਹੇ ਦਾਤਾ, ਤੂੰ ਹੀ ਸਭ ਕੁਝ ਕਰਨਹਾਰ, ਕਰਨ ਦੇ ਸਮਰੱਥ ਹੈ, ਸਭ ਦਾ ਖਿਆਲ ਰੱਖਦਾ ਕਰਤਾਰ ਹੈ। ਰਹਾਉ ਵਾਟ ਨਾ ਪਾਵੂੰ ਵਿੰਗਾ ਜਾਉਂ, ਦਰਗਾਹ ਬੈਸਣ ਨਾਹੀ ਥਾਉ। ਮਨ ਕਾ ਅੰਧੁਲਾ ਮਾਇਆ ਕਾ ਬੰਧ, ਖੀਨ ਖਰਾਬ ਹੋਵੇ ਨਿਤ ਕੰਧ। ਖਾਣ ਜੀਵਨ ਕੀ ਬਹੁਤੀ ਆਸ, ਲਿਖੈ ਤੇਰੇ ਸਾਸ ਗਿਰਾਸ। ਵਾਟ ਨਾ ਪਾਵੂੰ ਵੀਗਾ ਜਾਉਂ, ਜਿੱਥੇ ਗੁਰੂ ਕਹਿੰਦਾ ਇਵੇਂ ਤੁਰ, ਗੁਰੂ ਸਾਹਿਬ ਕਹਿੰਦੇ ਇਵੇਂ ਇਵੇਂ ਰਸਤਾ ਤੇਰਾ, ਪਰ ਨਹੀਂ, ਮੈਂ ਉਸ ਰਸਤੇ ਤੁਰਨਾ ਹੀ ਨਹੀਂ ਚਾਹੁੰਦਾ। ਵਿੰਗਾ ਦਾ ਮਤਲਬ ਟੇਢਾ, ਵਿੰਗਾ ਟੇਢਾ ਜਿਹਨੂੰ ਕਹਿੰਦੇ, ਮੈਂ ਟੇਢਾ ਹੀ ਤੁਰਨਾ ਚਾਹੁੰਦਾ। ਇਸ ਕਰਕੇ ਅਰਦਾਸ ਕੀਤੀ, ਰਾਖ ਲਿਓ ਹਮ ਤੇ ਵਿਗੜੀ। ਸਾਡੇ ਵਿਗੜਿਆ ਹੋਇਆਂ ਨੂੰ ਵਾਹਿਗੁਰੂ ਤੁਸੀਂ ਰੱਖ ਸਕਦੇ ਹੋ, ਨਹੀਂ ਤੇ ਸਾਡੀ ਮੱਤ ਤੇ ਟੇਢੀ ਜਾਣ ਵਾਲੀ ਹੈ। ਅਸੀਂ ਪੁੱਠੇ ਕੰਮ ਹੀ ਕਰਨੇ ਆ, ਅਸੀਂ ਚੰਗਾ ਕਰ ਹੀ ਨਹੀਂ ਸਕਦੇ। ਅਸੀਂ ਆਪਣੇ ਆਪ ਤੇ ਕਾਹਦਾ ਮਾਣ ਕਰੀਏ, ਇੱਕ ਗੱਲ ਚੰਗੀ ਤੇ ਅਗਲੀ ਹੋ ਸਕਦਾ ਐਡੀ ਮਾੜੀ ਕਰ ਬੈਠੇ ਇਹ ਮਨ। ਰਾਖ ਲਿਓ ਹਮ ਤੇ ਬਿਗੜੀ, ਸੀਲ ਭਗਤ ਜਪ, ਇਹ ਕੁਝ ਕੀਤਾ ਹੀ ਨਹੀਂ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗੜੀ। ਨਾ ਸੀਲ ਹੈ, ਸੀਲ ਦਾ ਮਤਲਬ ਹੈ ਕਰੈਕਟਰ, ਨਾ ਸਾਡੇ ਅੰਦਰ ਭਗਤੀ ਹੈ, ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਤੇ ਨਾ ਜਪ ਹੈ, ਨਾ ਵਾਹਿਗੁਰੂ ਦਾ ਸਿਮਰਨ ਭਾਉ ਹੈ। ਹਉ ਅਭਿਮਾਨ ਟੇਢ ਪਗੜੀ, ਟੇਢੀ ਪੱਗ, ਟੇਢੀ ਪਗੜੀ ਦਾ ਮਤਲਬ ਰਸਤਾ। ਅਸੀਂ ਅਭਿਮਾਨੀ ਹਾਂ ਤੇ ਟੇਢੇ ਰਸਤੇ ਤੁਰੇ ਹੋਏ ਹਾਂ। ਇਸੇ ਟੇਢ ਪਗੜੀ ਉਹ ਨਾ ਪੱਗ ਨਾ ਬੰਨ ਲਿਓ, ਉਹ ਵਾਲੀ ਸਮਝ ਲਿਓ। ਹਉ ਅਭਿਮਾਨ ਟੇਢ ਪਗੜੀ ਦਾ ਮਤਲਬ ਹੈ ਟੇਢੇ ਰਸਤੇ ਤੁਰੇ ਹੋਏ ਹਾਂ। ਕਿਉਂਕਿ ਅਮਰ ਜਾਨ ਸਿੰਚੀ ਇਹ ਕਾਇਆ, ਕਿ ਇਹ ਮਿੱਥਿਆ ਕਾਚੀ ਗਗਰੀ। ਇਹ ਸਮਝਿਆ ਨਹੀਂ ਕਿ ਇਹ ਸਦਾ ਰਹਿਣ ਵਾਲੀ ਨਹੀਂ ਹੈ, ਇਹਨੂੰ ਹੀ ਸਿੰਚੀ ਜਾ ਰਹੇ ਹਾਂ, ਸਿੰਚੀ ਜਾ ਰਹੇ ਹਾਂ, ਪਰ ਇਹ ਪਤਾ ਨਹੀਂ ਮਿੱਥਿਆ ਤੇ ਕੱਚੀ ਗਾਗਰੀ ਹੈ। ਕੱਚਾ ਘੜਾ ਪਾਣੀ 'ਚ ਕਿੰਨਾ ਚਿਰ ਤੱਕ ਰਹਿ ਲੇਗਾ, ਉਹਨੂੰ ਥਪੇੜੇ ਲਹਿਰਾਂ ਦੇ ਪੈਣਗੇ ਤੇ ਉਹਨੇ ਟੁੱਟ ਜਾਣਾ, ਭੱਜ ਜਾਣਾ। ਇਵੇਂ ਇਹ ਸੰਸਾਰ ਦੇ ਵਿੱਚ ਅਸੀਂ ਕਿੰਨਾ ਚਿਰ ਲੈ ਲਾਂਗੇ। ਇਵੇਂ ਹੀ ਗੁਰੂ ਅਮਰਦਾਸ ਜੀ ਕਹਿੰਦੇ ਨਾ, ਕਹਿੰਦੇ ਘੋੜੀ ਤੈਂ ਪਾਲ ਲਈ, ਘੋੜੀ ਨੂੰ ਭੋਜਨ ਵੀ ਸੋਹਣਾ ਖਿਲਾਤਾ, ਸ਼ਿੰਗਾਰ ਵੀ ਦਿੱਤਾ, ਰੋਜ਼ ਉਹਨੂੰ ਸਵਾਉਂਦਾ, ਨਵਾਉਂਦਾ, ਤਿਆਰੀ ਕਰਦਾ, ਪਰ ਕਦੀ ਘੋੜੀ 'ਤੇ ਬੈਠ ਕੇ ਸਵਾਰੀ ਨਹੀਂ ਕੀਤੀ। ਕਿੱਡਾ ਬਦਕਿਸਮਤ ਹੈ ਕਿ ਇਹ ਸਰੀਰ ਰੂਪੀ ਘੋੜੀ ਨੂੰ ਤੂੰ, ਜਿਹਨੂੰ ਮਹਾਰਾਜ ਕਹਿੰਦੇ ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਇਹ ਰੱਬ ਦੇ ਨਾਲ ਮਿਲਣ ਨੂੰ ਬਣਾਈ ਸੀ ਘੋੜੀ, ਕਿ ਇਹਦੇ ਉੱਤੇ ਤੇਰਾ ਮਨ, ਤੇਰੀ ਆਤਮਾ ਸਵਾਰੀ ਕਰਕੇ ਰੱਬ ਨੂੰ ਮਿਲੇ। ਪਰ ਇਸ ਘੋੜੀ ਨੂੰ ਸਵਾਰ ਲਿਆ, ਸ਼ਿੰਗਾਰ ਲਿਆ, ਪਰ ਰੱਬ ਵਾਲੇ ਰਸਤੇ 'ਤੇ ਤੋਰੀ ਨਹੀਂ। ਇਹ ਘੋੜੀ ਟੇਢੀ ਤੋਰ ਲਈ, ਇਹ ਪੁੱਠੇ ਪਾਸੇ ਤੋਰ ਲਈ। ਇਹ ਸੱਚੇ ਪਾਤਸ਼ਾਹ ਮਹਾਰਾਜ ਬੜੀ ਬਖਸ਼ਿਸ਼ ਕਰਦੇ ਗੁਰੂ ਨਾਨਕ ਸਾਹਿਬ। ਵਾਟ ਨਾ ਪਾਵੂੰ ਵਿੰਗਾ ਜਾਉਂ, ਟੇਢਾ ਤੁਰਿਆ, ਦਰਗਾਹ ਬੈਸਣ ਨਾ ਹੀ ਥਾਉ। ਟੇਢੇ ਰਸਤੇ ਵਾਲਿਆਂ ਨੂੰ ਰੱਬ ਦੀ ਦਰਗਾਹ 'ਚ ਥੋੜ੍ਹੀ ਥਾਂ ਮਿਲਦੀ ਹੈ। ਉੱਥੇ ਤੇ ਸੱਚੀ ਮਹਾਰਾਜ ਕਹਿੰਦੇ ਹੈ ਕਿ ਚੰਗਾ ਮੰਦਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ,
ਰਾਹ ਭੀੜੈ ਅੱਗੇ ਜਾਵਣਾ। ਮਹਾਰਾਜ ਕਹਿੰਦੇ ਫਿਰ ਜੇ ਆਪਣੇ ਹੀ ਟੇਢੇ ਰਸਤੇ ਤੁਰਿਆ, ਗੁਰੂ ਦਾ ਹੁਕਮ ਨਹੀਂ ਮੰਨਿਆ, ਆਪਣੇ ਮਨ ਦੀ ਮੰਨਦਾ ਰਿਹਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ। ਦਰ ਤੇ ਸੱਚੇ ਪਾਤਸ਼ਾਹ ਨੇ ਅਗਲਾ ਬਚਨ ਕਿੱਡਾ ਕੀਮਤੀ ਕਿਹਾ। ਮਹਾਰਾਜ ਕਹਿੰਦੇ ਪਛਤਾਵਾ ਹੀ ਹੈ ਸਿਰਫ ਤੇਰੇ ਪੱਲੇ ਰੱਬ ਦੀ ਬੰਦਗੀ ਨਹੀਂ ਹੈ, ਨਾਮ ਨਹੀਂ ਹੈ ਤੇਰੇ ਪੱਲੇ। ਮਹਾਰਾਜ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਕਿ ਕਹੋ ਨਾਨਕ ਵਾਹਾਂ ਲੁਡਾਈ ਹੈ, ਬੇਪਰਵਾਹੀ ਨਹੀਂ ਹੈ। ਤੂੰ ਇੱਥੇ ਵੀ ਡਰ ਡਰ ਕੇ ਜੀਵਨ ਜਿਉਂਦੇ ਆ ਰਿਹਾ, ਘੁੱਟ ਘੁੱਟ ਕੇ ਚਿੰਤਾ ਦੇ ਵਿੱਚ, ਤੇ ਰੱਬ ਦੀ ਦਰਗਾਹ ਦੇ ਵਿੱਚ ਵੀ ਅੱਗੇ ਜਾ ਕੇ ਮਹਾਰਾਜ ਕਹਿੰਦੇ ਤੇਰੇ ਪੱਲੇ ਸਿਰਫ ਪਛਤਾਵਾ ਪਿਆ, ਹੋਰ ਕੁਛ ਨਹੀਂ ਪਿਆ ਤੇਰੇ ਪੱਲੇ। ਇਹਨੂੰ ਮਹਾਰਾਜ ਜੀ ਕਹਿੰਦੇ ਕਿ ਟੇਢ ਰਸਤੇ ਤੁਰਨ ਵਾਲਾ ਬੰਦਾ ਦਰਗਾਹ ਬੈਸਣ ਨਾਹੀ ਥਾਉ, ਮਨ ਕਾ ਅੰਦਲਾ ਮਾਇਆ ਕਾ ਬੰਦ। ਮਨ ਤੇ ਸਤਿਗੁਰੂ ਜੀ ਕਹਿੰਦੇ ਹਨੇਰਾ ਪਿਆ ਹੋਇਆ, ਮਾਇਆ ਦਾ ਬੰਧਨ ਪਿਆ ਹੋਇਆ। ਖੀਨ ਖਰਾਬ ਹੋਵੇ ਨਿਤ ਕੰਧ। ਖੀਨ ਦਾ ਮਤਲਬ ਕਹਿੰਦੇ ਆ ਝੜ ਜਾਣਾ, ਖਰਾਬ ਦਾ ਮਤਲਬ ਖੁਆਰ ਹੋਣਾ। ਇਹ ਤੇਰੀ ਸਰੀਰ ਰੂਪੀ ਕੰਧ ਰੋਜ਼ ਘਟਦੀ ਜਾ ਰਹੀ ਹੈ, ਇਹਦੀ ਤਾਕਤ ਰੋਜ਼ ਘਟ ਰਹੀ ਹੈ, ਇਹਦੀ ਸਮਰੱਥਾ ਰੋਜ਼ ਘਟ ਰਹੀ ਹੈ। ਅਸੀਂ ਕਹੀਏ ਨਹੀਂ ਜੀ ਸਾਡੀ ਨਹੀਂ ਘਟ ਸਕਦੀ, ਮਹਾਰਾਜ ਕਹਿੰਦੇ ਕਦੀ ਨਹੀਂ ਹੋ ਸਕਦਾ, ਇਹ ਤੇ ਸਭ ਦੀ ਘਟੇਗੀ। ਇਹ ਤੇ ਖੁਆਰ ਹੋ ਰਹੀ ਹੈ, ਇਹ ਖੀਨ ਹੋ ਰਹੀ ਹੈ, ਨਾਸ਼ ਹੋ ਰਹੀ ਹੈ। ਖਰਾਬ ਦਾ ਮਤਲਬ ਖੁਆਰ ਹੋਣਾ, ਵਿਕਾਰਾਂ ਦੀ ਤਾਕਤ ਦੇ ਵਿੱਚ। ਵਿਕਾਰਾਂ ਦੀ ਤਾਕਤ ਨੂੰ ਮਾਨਣ ਲਈ ਸਰੀਰ ਦੀ ਤਾਕਤ ਖਤਮ ਕਰ ਰਿਹਾ ਤੂੰ, ਵਿਕਾਰਾਂ ਨੂੰ ਤੂੰ ਭੋਗਣ ਲਈ। ਮਹਾਰਾਜ ਜੀ ਕਹਿੰਦੇ ਖਾਣ ਜੀਵਨ ਕੀ ਬਹੁਤੀ ਆਸ, ਸਾਰੀ ਆਸ ਖਾਣ ਤੇ ਜੀਵਨ ਦੀ ਹੈ। ਮੈਨੂੰ ਭੋਜਨ ਵੰਨ ਸਵੰਨਾ ਚਾਹੀਦਾ ਤੇ ਮੈਂ ਸਦਾ ਹੀ ਜਿਉਂਦਾ ਰਹਾਂ। ਪਰ ਸਤਿਗੁਰੂ ਜੀ ਕਹਿੰਦੇ ਇਹ ਤੈਨੂੰ ਪਤਾ ਨਹੀਂ, ਲੇਖਿਆ ਤੇਰਾ ਸਾਸ ਗਿਰਾਸ। ਇੱਕ ਇੱਕ ਫੁਰਨਾ, ਇੱਕ ਇੱਕ ਸਾਹ ਤੇ ਇੱਕ ਇੱਕ ਭੋਜਨ ਦਾ ਨਿਵਾਲਾ ਉਹ ਰੱਬ ਦੇ ਬਣਾਏ ਹੋਏ ਸਾਰੇ ਨੇਮ ਦੇਖ ਰਹੇ ਨੇ, ਜਿਹਨੂੰ ਚਿੱਤਰਗੁਪਤ ਆਖਿਆ। ਰੱਬ ਤੇਰੇ ਹਰ ਇੱਕ ਖਿਆਲ ਨੂੰ ਜਾਣਦਾ ਹੈ। ਤੇਰਾ ਸਵਾਸ ਤੇ ਤੇਰਾ ਸਾਸ ਤੇ ਗਿਰਾਸ ਲੇਖੇ ਵਿੱਚ ਹੈ। ਤੈਨੂੰ ਹਰ ਇੱਕ ਚੀਜ਼ ਦਾ ਲੇਖਾ ਦੇਣਾ ਪੈਣਾ, ਕਿਉਂਕਿ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਇਹ ਲੇਖਾ ਮੰਗਿਆ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਹੋਸ਼ ਕਰ, ਜਾਗ ਜਾ ਕੀ ਕਰੀ ਜਾਂਦਾ, ਰਹਿਣ ਗਵਾਈ ਸੋਇ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹਨੂੰ ਮਹਾਰਾਜ ਜੀ ਸਾਨੂੰ ਹੋਸ਼ ਕਰਨ ਨੂੰ ਕਹਿੰਦੇ ਭਰਾਵਾ, ਵੇ ਮੇਰੇ ਪੁੱਤਰ ਵੇ ਮੇਰੇ ਭਰਾ, ਮੇਰੀ ਧੀਏ ਤੂੰ ਹੋਸ਼ ਕਰ। ਇਹ ਇਕੱਲਾ ਜੀਵਨ, ਇਹ ਮਨੁੱਖੀ ਸਰੀਰ ਖਾਣ ਤੇ ਭੋਗਣ ਲਈ ਨਹੀਂ ਮਿਲਿਆ, ਇਹ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਭਾਈ। ਰੱਬ ਦੀ ਭਗਤੀ ਤੇ ਸੇਵਾ ਕਰ ਜੇ। ਅਹਨਿਸ ਅੰਧੁਲੇ ਦੀਪਕ ਦੇ, ਪਉ ਜਲ ਡੂਬਤ ਚਿੰਤ ਕਰੇ। ਕਹੈ ਸੁਣੈ ਜੋ ਮਾਨੈ ਨਾਉ, ਹਉ ਬਲਹਾਰੈ ਤਾਕੈ ਜਾਉ। ਨਾਨਕ ਏਕ ਕਹੈ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਹੁਣ ਇੱਕ ਜਗਿਆਸੂ ਦਾ ਇਹ ਫਰਜ਼ ਨਹੀਂ ਕਿ ਮੈਂ ਗੁਰੂ ਘਰ ਆ ਗਿਆ ਬਾਣੀ ਪੜ੍ਹ ਲਈ, ਜਾਂ ਮੇਰਾ ਫਰਜ਼ ਵੀ ਨਹੀਂ ਮੈਂ ਆਪਣੀ ਗੱਲ ਕਰਾਂ। ਅਸੀਂ ਆਪਣੀ ਗੱਲ ਕਰੀਏ ਜੀ, ਮੈਂ ਕਥਾ ਕਰਤੀ ਹੈ ਬਸ ਮੇਰਾ ਸਮਾਂ ਪੂਰਾ ਹੋ ਗਿਆ, ਹੁਣ ਮੈਂ ਜੋ ਮਰਜ਼ੀ ਕਰਾਂ, ਹੁਣ ਮੈਂ ਸਾਰਾ ਦਿਨ ਭਾਵੇਂ ਬਿਖ ਖਾਵਾਂ, ਸਾਰਾ ਦਿਨ ਮੈਂ ਗਫਲਤ ਵਿੱਚ ਜੀਵਾਂ। ਮਹਾਰਾਜ ਕਹਿੰਦੇ ਨਹੀਂ, ਉਹ ਜੀਵਨ ਨਹੀਂ ਹੈ। ਜੀਵਨ ਤੇ ਉਹ ਹੈ ਅਹਨਿਸ ਅੰਧਲੇ ਦੀਪਕ ਦੇ, ਕਿ ਰਾਤ ਤੇ ਦਿਨ ਤੇਰੇ ਅੰਦਰ ਗੁਰੂ ਦੇ ਸ਼ਬਦ ਦਾ ਦੀਪਕ ਦਾ ਚਾਨਣ ਹੋਣਾ ਚਾਹੀਦਾ। ਇਹ ਨਹੀਂ ਬਸ ਕਰ ਲਈ ਮਾੜੀ ਜੀ ਸੇਵਾ, ਹੁਣ ਆਪਣਾ ਕੰਮ ਕਰੀਏ ਜੋ ਕਰਨਾ ਹੈ, ਨਹੀਂ, ਇਹ ਕਦੀ ਵੀ ਨਹੀਂ। ਇੱਕ ਗੱਲ ਮੈਨੂੰ ਬੜੀ ਸੋਹਣੀ ਚੇਤੇ ਆਉਂਦੀ ਹੈ। ਹੁਣ ਭਾਈ ਸਾਹਿਬ ਭਾਈ ਹਰਜੋਤ ਸਿੰਘ ਜ਼ਖਮੀ ਕੀਰਤਨ ਕਰਦੇ, ਜਦ ਇਹ ਆਪਣੇ ਪਿਤਾ ਜੀ ਦੇ ਨਾਲ ਕੀਰਤਨ ਕਰਦੇ ਸਨ, ਤਾਂ ਸਾਨੂੰ ਕੁਝ ਸਮਾਂ ਦਾਸ ਜਦ ਅਹਿਮਦਾਬਾਦ ਵਿੱਚ ਗ੍ਰੰਥੀ ਸੀ, ਦੁਦੇਸ਼ਵਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, 2010 ਦੀ ਘਟਨਾ ਹੈ। ਤੇ ਪਹਿਲਾਂ ਉਹਨਾਂ ਦੀ ਹਾਜ਼ਰੀ ਹੁੰਦੀ ਆਸਾ ਕੀ ਵਾਰ ਦੀ, ਫਿਰ ਦਾਸ ਦੀ ਕਥਾ ਹੁੰਦੀ, ਤੇ ਅਸੀਂ ਇਕੱਠੇ ਬਹਿ ਜਾਣਾ ਇਕੱਠੇ ਹੋਣਾ। ਪਰ ਜਿਸ ਵੇਲੇ ਆਸਾ ਕੀ ਵਾਰ ਕਰਕੇ ਉਹਨਾਂ ਨੇ ਉੱਠ ਕੇ ਆਉਣਾ, ਜ਼ਖਮੀ ਸਾਹਿਬ ਨੇ, ਵੱਡਿਆਂ ਨੇ, ਤੇ ਆਉਂਦੇ ਸਾਰ ਉਹਨਾਂ ਨੇ ਕਮਰੇ 'ਚ ਗੁਟਕਾ ਚੱਕ ਲੈਣਾ। ਤੇ ਦਾਸ ਨੇ ਪੁੱਛ ਲਿਆ ਕਿ ਜ਼ਖਮੀ ਸਾਹਿਬ ਹੁਣੇ ਹੀ ਤੁਸੀਂ ਬਾਣੀ ਇੰਨੀ ਪੜ੍ਹ ਕੇ ਆਏ ਹੋ? ਤੇ ਉਹ ਕਹਿੰਦੇ ਉਹ ਮੇਰੀ ਕਿਰਤ ਸੀ ਤੇ ਇਹ ਮੇਰਾ ਨੇਮ ਹੈ। ਕਹਿੰਦੇ ਉਹ ਮੈਂ ਕਿਰਤ ਕੀਤੀ ਜਿਹੜੀ ਸਤਿਗੁਰੂ ਨੇ ਮੇਰੀ ਲਗਾਈ ਸੰਗਤਾਂ ਦੀ ਸੇਵਾ ਕਰਨ ਲਈ, ਮੈਂ ਆਸਾ ਕੀ ਵਾਰ ਕੀਤੀ। ਕਹਿੰਦੇ ਆ ਮੇਰਾ ਆਪਣਾ ਨੇਮ ਹੈ ਜਿਹੜੀ ਮੈਂ ਬਾਣੀ ਆਪਣੀ ਪੜ੍ਹਨੀ। ਇਹ ਸੱਚੀ ਮੁੱਚੀ
ਉਸ ਦਿਨ ਤੋਂ ਅੱਜ ਦਿਨ ਤੱਕ ਮੇਰੇ ਮਨ 'ਚ ਉਹ ਗੱਲ ਨਹੀਂ ਭੁੱਲਦੀ, ਉਹ ਮੈਨੂੰ ਚੇਤੇ ਰਹਿੰਦੀ ਹੈ ਕਿ ਵਾਕਈ ਕਿ ਸਿੱਖ ਗੁਰਸਿੱਖ ਤੋਂ ਸਿੱਖੇ। ਔਰ ਸਤਿਗੁਰੂ ਜੀ ਕਹਿੰਦੇ ਇਕੱਲੇ ਅਸੀਂ ਆਏ ਗੁਰੂ ਘਰ ਕੰਮ ਕੀਤੇ ਜਾਂ ਅਸੀਂ ਮੱਥਾ ਟੇਕਿਆ, ਕੜਾ ਪ੍ਰਸ਼ਾਦ ਦੀ ਦੇਗ ਕਰਾਤੀ, ਰੁਮਾਲਾ ਸਾਹਿਬ ਦੇਤਾ, ਹੁਕਮਨਾਮਾ ਸੁਣ ਲਿਆ। ਮਹਾਰਾਜ ਕਹਿੰਦੇ ਸਾਡਾ ਫਰਜ਼ ਇੱਥੇ ਪੂਰਾ ਨਹੀਂ ਹੈ, ਬਲਕਿ ਜਿਹੜਾ ਹੁਕਮਨਾਮਾ ਸੁਣ ਕੇ ਗਏ ਹਾਂ, ਗੁਰੂ ਕਾ ਸ਼ਬਦ, ਗੁਰੂ ਕੀ ਕਥਾ ਕੀਰਤਨ ਸੁਣ ਕੇ ਗਏ ਹਾਂ, ਉਹ ਰਾਤ ਦਿਨ ਸੁਰਤੀ ਦੇ ਅੰਦਰ ਚੇਤਾ ਰਹੇ। ਬਾਕੀ ਖਿਆਲ ਜਿਵੇਂ ਚੇਤੇ ਰਹਿੰਦੇ ਨੇ, ਇਵੇਂ ਗੁਰੂ ਕਾ ਸ਼ਬਦ ਵੀ ਦੀਪਕ ਦੀ ਤਰ੍ਹਾਂ ਅੰਦਰ ਬਲਦਾ ਰਹੇ। ਇਹ ਕਹਿੰਦੇ ਦਿਨ ਨੂੰ, ਨਿਸ ਕਹਿੰਦੇ ਰਾਤ ਨੂੰ। ਇਹ ਮਾਇਆ ਦੇ ਹਨੇਰੇ ਨੂੰ ਦੂਰ ਕਰਨ ਲਈ ਅਹਨਿਸ ਅੰਦੁਲੇ ਦੀਪਕ ਦੇ, ਰੱਬ ਦੇ ਸ਼ਬਦ ਦਾ ਦੀਪਕ ਬਾਲ ਕੇ ਰੱਖ, ਗੁਰੂ ਨੇ ਦਿੱਤਾ ਹੋਇਆ। ਭਵਜਲ ਡੁੱਬਤ ਚਿੰਤ ਕਰੇ, ਨਹੀਂ ਜੇ ਚਿੰਤਾ ਦੇ ਵਿੱਚ ਫਸ ਜਾਏਗਾ ਤੇ ਭਵਜਲ ਵਿੱਚ ਡੁੱਬ ਜਾਏਗਾ। ਜਿੱਥੇ ਸ਼ਬਦ ਤੇ ਸੁਰਤ ਦਾ ਮਿਲਾਪ ਟੁੱਟਿਆ, ਸ਼ਬਦ ਰੂਪੀ ਤਾਰ ਰੱਸਾ ਤੂੰ ਛੱਡ ਦਿੱਤਾ ਤੇ ਉੱਥੇ ਤੂੰ ਡੁੱਬ ਗਿਆ। ਜੇ ਇਸ ਸ਼ਬਦ ਦੀ ਸੁਰਤ ਦਾ ਮਿਲਾਪ ਟੁੱਟ ਗਿਆ, ਫਿਰ ਮਹਾਰਾਜ ਕਹਿੰਦੇ ਭਵਜਲ ਡੂਬਤ ਚਿੰਤ ਕਰੇ, ਕਹਿ ਸੁਣਹਿ ਜੋ ਮਾਨੈ ਨਾਉ। ਕੋਈ ਵਿਰਲਾ ਹੈ ਜਿਹੜਾ ਕਹਿੰਦਾ ਵੀ ਹੈ, ਸੁਣਦਾ ਵੀ ਹੈ ਤੇ ਮੰਨਦਾ ਵੀ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਕੋਈ ਵਿਰਲਾ ਹੈ ਜਿਹੜਾ ਕਹਿੰਦਾ, ਸੁਣਦਾ ਤੇ ਮੰਨ ਵੀ ਲੈਂਦਾ। ਹਉ ਬਲਿਹਾਰੈ ਤਾਕੈ ਜਾਓ, ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ ਜਿਹੜਾ ਮੰਨ ਲਿਆ। ਮਹਾਰਾਜ ਜੀ ਕਹਿੰਦੇ ਇਸੇ ਕਰਕੇ ਤੇ ਕਿਹਾ ਨਾ ਕਿ ਜਿਹੜਾ ਗੁਰੂ ਦੇ ਸ਼ਬਦ ਵਿੱਚ ਮਨ ਜੋੜ ਕੇ ਕਮਾਈ ਕਰ ਲੇ। ਜਨ ਨਾਨਕ ਧੂਰ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਜਿਹਨੇ ਆਪ ਕਮਾਈ ਕਰ ਲਈ ਉਸ ਤੋਂ ਬਲਿਹਾਰ। ਨਾਨਕ ਏਕ ਕਹਿ ਅਰਦਾਸ, ਜਿਉ ਪਿੰਡ ਸਭ ਤੇਰਾ ਪਾਸ। ਦੁਨੀਆ ਦੀ ਮੁਤਾਜਗੀ ਛੱਡ ਕੇ ਗੁਰੂ ਦੇ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਪੱਲਾ ਫੜੋ। ਸ਼ਬਦ ਦਾ ਪੱਲਾ, ਸ਼ਬਦ ਦਾ ਅਹਿਸਾਸ, ਰੱਬ ਦਾ ਸਿਮਰਨੇ ਸਦਾ ਨਿਭਣ ਵਾਲਾ। ਬਾਕੀ ਇੱਥੇ ਕੋਈ ਨਿਭਣ ਵਾਲਾ ਨਹੀਂ। ਅਸੀਂ ਕਿਸ 'ਤੇ ਕੀ ਕਹੀਏ? ਸੱਚੀ ਗੱਲ ਹੈ, ਜਿਸ ਸਰੀਰ 'ਤੇ ਅਸੀਂ ਮਾਣ ਕਰਦੇ ਹਾਂ, ਮਹਾਰਾਜ ਕਹਿੰਦੇ ਇਹ ਵੀ ਬੁੱਧ ਬੁੱਧੇ ਦੀ ਨਿਆਈ ਹੈ, ਇਹਦਾ ਵੀ ਝੋਰੇ ਦਾ ਪਲ ਦਾ ਪਤਾ ਨਹੀਂ ਜੀ। ਜਾਂ ਤੂੰ ਦੇਹ ਜਪੀ ਤੇਰਾ ਨਾਉ, ਦਰਗਾਹ ਬੈਸਣ ਹੋਵੇ ਥਾਉ। ਜਾਂ ਤੁਧ ਪਾਵੇ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਨਦਰ ਕਰੇ ਤਾਂ ਸਤਿਗੁਰ ਮਿਲੈ, ਪ੍ਰਣਵਤ ਨਾਨਕ ਭਵ ਜਲ ਤਰੈ। ਪਰ ਇਹ ਸਤਿਗੁਰੂ ਜੀ ਤੁਸੀਂ ਬਖਸ਼ਿਸ਼ ਕਰੋ, ਇਹ ਨਹੀਂ ਕਿ ਅਸੀਂ ਆਪਣਾ ਨੇਮ ਨਿਭਾ ਲਿਆ ਹੁਣ ਜੋ ਮਰਜ਼ੀ ਕਰੀਏ। ਨਹੀਂ, ਸਾਰਾ ਦਿਨ ਤੁਸੀਂ ਟੇਢੇ ਰਸਤੇ ਤੋਂ ਜਾਣ ਤੋਂ ਬਚਾਓ। ਨਹੀਂ ਤੇ ਸਾਡੇ ਅੰਦਰ ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ ਵਾਲਾ ਹਾਲ ਹੈ। ਸਾਡੇ ਅੰਦਰ ਅਭਿਮਾਨ ਹੈ, ਅਹੰਕਾਰ ਹੈ, ਸਿਮਰਨ ਨਹੀਂ ਹੈ। ਤੁਸੀਂ ਕਿਰਪਾ ਕਰੋ, ਜਾਂ ਤੂੰ ਦੇਹ ਜਪੀ ਤੇਰਾ ਨਾਉ। ਜੇ ਤੁਸੀਂ ਕਿਰਪਾ ਕਰੋ ਤਾਂ ਮੈਂ ਦਿਨ ਰਾਤ ਜਪਾਂ। ਦਰਗਾਹ ਬੈਸਣ ਹੋਵੈ ਥਾਉ। ਤੁਹਾਡੀ ਕਿਰਪਾ ਦੇ ਨਾਲ ਕੋਈ ਵੀ ਮੈਨੂੰ ਤੰਗ ਨਾ ਕਰ ਸਕੇ, ਮੌਤ ਦਾ ਡਰ ਵੀ ਨਾ ਸਤਾ ਸਕੇ। ਤੁਹਾਡੀ ਐਸੀ ਕਿਰਪਾ ਹੋਏ, ਨਾਲ ਨਰਾਇਣ ਮੇਰਾ, ਜਮਦੂਤ ਨਾ ਆਵੈ ਨੀਰੈ। ਕਿਉਂਕਿ ਕੰਠ ਲਾਏ ਪ੍ਰਭ ਰਾਖੇ, ਤੁਸੀਂ ਕੰਠ ਲਾ ਕੇ ਰੱਖਣ ਵਾਲੇ ਹੋ ਆਪਣੇ ਜਨ ਨੂੰ, ਤੁਸੀਂ ਕਿਰਪਾ ਕਰਨ ਵਾਲੇ ਹੋ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਤੁਹਾਡੀ ਕਿਰਪਾ ਨਾਲ ਮੇਰੀ ਮਾੜੀ ਮਤ ਦਾ ਨਾਸ ਹੋਏ, ਭੈੜੀ ਮਤ ਖਤਮ ਹੋ ਜਾਏ। ਕਿਉਂਕਿ ਮਹਾਰਾਜ ਜੀ ਨੇ ਉਸ ਮਤ ਨੂੰ ਬਾਂਝ ਆਖਿਆ ਜਿਹਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਹੈ। ਸਾਹਿਬ ਜੀ ਕਹਿੰਦੇ ਨਾ, ਕਹਿੰਦੇ ਜਿਹਦੇ ਅੰਦਰ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਉਹ ਮਾਤ ਲਫ਼ਜ਼ ਮਤ ਲਈ ਵਰਤਿਆ ਹੋਇਆ। ਮਾਤਾ ਮਤ, ਪਿਤਾ ਸੰਤੋਖ, ਉਹਦੀ ਮਤ ਸੁੰਨੀ ਰਹਿ ਜਾਂਦੀ ਹੈ। ਸੁੰਨੇ ਕੇ ਘਰ ਕਾਉਂ ਵਾਲਾ ਹਿਸਾਬ ਹੁੰਦਾ ਹੈ। ਸਾਹਿਬ ਜੀ ਕਹਿੰਦੇ ਹੈ ਦੁਰਮਤ ਖਤਮ ਹੋਏ, ਗਿਆਨ ਦਾ ਰਤਨ ਵਸੇ। ਤੇ ਰਤਨ ਹੈ ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬੰਜਿਆ ਨਾਮ ਗੋਬਿੰਦ ਕਾ, ਇਹ ਗਿਆਨ ਰਤਨ ਹੈ। ਨਦਰ ਕਰੇ ਤਾਂ ਸਤਿਗੁਰ ਮਿਲੈ, ਨਦਰ ਕਰੇ ਤਾਂ ਸਿਮਰਿਆ ਜਾਏ। ਕਿੱਡੀ ਵੱਡੀ ਬਖਸ਼ਿਸ਼ ਹੈ। ਤੁਹਾਡੀ ਨਦਰ ਹੋ ਜਾਏ ਤੇ ਸਿਮਰਨ ਵੀ ਆ ਜਾਏ, ਸਿਮਰ ਵੀ ਲਈਏ। ਤੁਸੀਂ ਕਿਰਪਾ ਕਰੋ ਮਹਾਰਾਜ, ਪ੍ਰਣਵਤ ਨਾਨਕ ਭਵਜਲ ਧਰੈ। ਤੁਹਾਡੀ ਕਿਰਪਾ ਦੇ ਨਾਲ ਨਾਨਕ ਦੇ ਕੱਕੇ ਨੂੰ ਔਂਕੜ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਵਾਹਿਗੁਰੂ ਦੀ ਕਿਰਪਾ ਤੋਂ ਵੱਡੀ ਕੋਈ ਦਾਤ ਨਹੀਂ ਹੈ।
ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਭਵ ਸਾਗਰ ਤਰਿਆ ਜਾ ਸਕਦਾ ਹੈ ਜੀ। ਆਸਾ ਮਹਿਲਾ ਪਹਿਲਾ ਪੰਚ ਪਦੇ। ਦੁੱਧ ਬਿਨ ਤੇਨ ਪੰਖ ਬਿਨ ਪੰਖੀ। ਜਲ ਬਿਨ ਪਾਉ ਜਲ ਕਾਮ ਨਾਹੀ। ਕਿਆ ਸੁਲਤਾਨ ਸਲਾਮ ਵਿਹੂਣਾ। ਅੰਧੀ ਕੋਠੀ ਤੇਰਾ ਨਾਮ ਨਾਹੀ। ਇੱਕ ਵਾਰੀ ਭਾਈ ਸਾਹਿਬ ਜੀ ਹੋਰ ਸਰਵਣ ਕਰਾਓ ਜੀ। ਦੁੱਧ ਬਿਨ ਤੇਨ ਪੰਖ ਬਿਨ ਪੰਖੀ। ਜਲ ਬਿਨ ਉਤਪੁਜ ਕਾਮ ਨਾਹੀ। ਕਿਆ ਸੁਲਤਾਨ ਸਲਾਮ ਵਿਹੂਣਾ। ਅੰਧੀ ਕੋਠੀ ਤੇਰਾ ਨਾਮ ਨਾਹੀ। ਇਹ ਹੁਣ ਪੰਜ ਪਦਿਆਂ ਦਾ ਸਮੂਹ ਸ਼ੁਰੂ ਹੋ ਗਿਆ। ਇਹਦੇ ਥੱਲੇ 6 ਲਿਖਿਆ ਹੋਇਆ ਹੈ। ਪੰਜ ਪਦੇ ਦੇ ਥੱਲੇ ਤੁਹਾਨੂੰ ਸਕਰੀਨ ਤੇ ਸ਼ਾਇਦ ਨਾ ਦਿਖੇ, ਪੋਥੀ ਤੇ ਤੁਸੀਂ ਦਰਸ਼ਨ ਕਰ ਲਿਓ ਪੋਥੀ ਸਾਹਿਬ ਤੇ। 6 ਦਾ ਮਤਲਬ ਹੈ ਭਾਈ ਇਹ ਪੰਜ ਪਦੇ ਦੇ ਅੱਗੇ 6 ਸ਼ਬਦਾਂ ਦੀ ਲੜੀ ਹੁਣ ਸ਼ੁਰੂ ਹੋ ਚੁੱਕੀ ਹੈ। ਇਹ ਗਿਣਤੀ ਲਿਖੀ ਹੋਈ ਹੈ। ਆਸਾ ਮਹੱਲਾ ਪਹਿਲਾ ਪੰਜ ਪਦੇ। ਦੁੱਧ ਬਿਨ ਧੇਨ ਪੰਖ ਬਿਨ ਪੰਖੀ। ਜਲ ਬਿਨ ਉਤਪੁਜ ਕਾਮ ਨਹੀਂ। ਕਹਿੰਦੇ ਦੁੱਧ ਨਹੀਂ ਦਿੰਦੀ ਜਿਹੜੀ ਗਾਂ, ਉਹਨੂੰ ਗਵਾਲਾ ਵੀ ਛੱਡ ਦਿੰਦਾ। ਉਹ ਸੜਕਾਂ 'ਤੇ ਰੁਲੀਆਂ ਫਿਰਦੀਆਂ ਨੇ ਐਵੇਂ, ਉਹਦਾ ਕੋਈ ਮਾਲਕ ਨਹੀਂ ਹੁੰਦਾ। ਜਿੰਨਾ ਚਿਰ ਤੱਕ ਗਾਂ ਦੁੱਧ ਦੇ ਰਹੀ ਹੈ ਸਭ ਕੁਛ ਹੈ, ਉਹਦੀ ਸੇਵਾ ਵੀ ਹੋਏਗੀ, ਉਹਨੂੰ ਖੜ ਵੀ ਪਾਏ ਜਾਣਗੇ, ਉਹਨੂੰ ਸਭ ਕੁਛ। ਪਰ ਜਿਸ ਦਿਨ ਦੁੱਧ ਨੇ ਦੁੱਧ ਦੇਣਾ ਬੰਦ ਕੀਤਾ, ਦੁੱਧ ਬਿਨ ਧੇਨ। ਅਗਲਾ ਸਵਾਲ ਹੈ ਪੰਖ ਬਿਨ ਪੰਖੀ, ਕਿ ਖੰਭ ਤੋਂ ਬਿਨਾਂ ਪੰਛੀ ਦੀ ਕੋਈ ਰੱਖ ਸਕਦਾ? ਪੰਛੀ ਨੂੰ ਤੇ ਖੰਭ ਦਾ ਇੰਨਾ ਆਸਰਾ ਹੈ ਕਿ ਉਹ ਜਿੱਥੇ ਮਰਜ਼ੀ ਉੱਡ ਕੇ ਆਪਣਾ ਬਚਾਅ ਕਰ ਲੇ। ਜਿਸ ਦਿਨ ਉਹਦੇ ਖੰਭ ਹੀ ਨਾ ਰਹੇ ਤੇ ਉਹ ਆਪਣਾ ਬਚਾਅ ਕਿਵੇਂ ਕਰੇਗਾ? ਕਿਹੜੀ ਟੇਕ, ਕਿਹੜਾ ਆਸਰਾ ਰੱਖੇਗਾ? ਜਲ ਬਿਨ ਉਤਪੁਜ। ਜੇ ਪਾਣੀ ਨਾ ਹੋਏ ਤੇ ਫਸਲਾਂ ਕਿਵੇਂ ਪੱਕਣਗੀਆਂ ਭਾਈ? ਉਤਪੁਜ ਕਹਿੰਦੇ ਭੋਜਨ, ਫਸਲਾਂ, ਇਹ ਵਨਸਪਤੀ, ਇਹ ਕਿਵੇਂ ਪ੍ਰਗਟ ਹੋਏਗੀ? ਬਸ ਜਿਸ ਤਰ੍ਹਾਂ ਗਾਂ ਦੁੱਧ ਤੋਂ ਬਿਨਾਂ, ਖੰਭ ਤੋਂ ਬਿਨਾਂ ਪੰਛੀ, ਪੰਖ ਤੋਂ ਬਿਨਾਂ ਪੰਛੀ, ਤੇ ਫਸਲ ਪਾਣੀ ਤੋਂ ਬਿਨਾਂ ਸੜ ਜਾਏਗੀ, ਇਸੀ ਤਰ੍ਹਾਂ ਕਿਆ ਸੁਲਤਾਨ ਸਲਾਮ ਵੀ ਹੋਣਾ। ਉਹ ਕਾਹਦਾ ਰਾਜਾ ਹੋਇਆ ਜਿਹਨੂੰ ਸਲਾਮ ਹੀ ਨਹੀਂ ਕਰਦੀ ਪ੍ਰਜਾ? ਸਲਾਮ ਰਾਜਾ ਤੇ ਉਹ ਹੋਏ ਨਾ ਕਿ ਜਿਹਦੇ ਕੰਮਾਂ ਨੂੰ ਸਲਾਮ, ਜਿਹਦੀ ਹੁਜਤ ਨੂੰ ਵਾਕਈ ਉਹਦਾ ਪਤਾ ਲੱਗੇ ਬਈ ਉਹ ਕਾਹਦਾ ਸੁਲਤਾਨ ਹੋਏ। ਕਿਆ ਸੁਲਤਾਨ ਸਲਾਮ ਵੀ ਹੋਣਾ। ਅੰਧੀ ਕੋਠੀ ਤੇਰਾ ਨਾਮ ਨਹੀਂ। ਤੇ ਇਸੀ ਤਰ੍ਹਾਂ 4 ਉਦਾਹਰਣ ਦਿੱਤੇ। ਪਹਿਲਾ ਉਦਾਹਰਣ, ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਦੀ ਨਹੀਂ, ਖੰਭ ਤੋਂ ਬਿਨਾਂ ਪੰਛੀ ਕੰਮ ਦੇ ਨਹੀਂ, ਪਾਣੀ ਤੋਂ ਬਿਨਾਂ ਫਸਲ, ਤੇ ਸੁਲਤਾਨ ਸਲਾਮ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਇਸੀ ਤਰ੍ਹਾਂ ਇਨਸਾਨ ਨਾਮ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। 4 ਉਦਾਹਰਣ ਸੰਸਾਰੀ ਨੇ। ਐਡਾ ਕੀਮਤੀ ਹੈ ਅੰਮ੍ਰਿਤ ਨਾਮ ਪ੍ਰਭੂ ਦਾ ਹਿਰਦੇ ਵਸਾਉਣਾ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ। ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ। ਜੀਵਨ ਤ੍ਰਿਗ ਹੈ, ਬਿਨ ਸਿਮਰਨ ਜਿਉ ਜੀਵਨ ਬਲਨਾ। ਸਰਪ ਜੈਸੇ ਅਰਜਾਰੀ। ਜਿੰਨਾ ਮਰਜੀ ਵੱਡਾ ਹੋ ਜਾਏ, ਮਾਰ ਕਹਿੰਦੇ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੈ। ਕਿ ਇਸ ਕਰਕੇ ਨਾਮ ਤੋਂ ਬਿਨਾ ਅੰਧੀ ਕੋਠੀ ਤੇਰਾ ਨਾਮ ਨਹੀਂ। ਸਰੀਰ ਤੂੰ ਲਈ ਫਿਰਦਾ, ਬੜਾ ਸੋਹਣਾ ਸਜਾਇਆ ਸਵਾਰਿਆ, ਪਰ ਮਹਾਰਾਜ ਕਹਿੰਦੇ ਅੰਦਰੋਂ ਹਨੇਰਾ ਹੈ, ਅੰਦਰੋਂ ਸੁੰਨਾ ਪਿਆ ਹੋਇਆ ਹੈ। ਇਹਦੇ ਅੰਦਰ ਜੇ ਨਾਮ ਨਹੀਂ ਫਿਰ ਇਹ ਜੀਵਨ ਵੀ ਤ੍ਰਿਗ ਹੈ। ਬਿਨਾਂ ਗੁਣਾ ਤੋਂ ਇਸ ਸਰੀਰ ਦਾ ਕੋਈ ਲਾਹਾ ਨਹੀਂ ਜੀ। ਕੀ ਵਿਸਰਹਿ ਦੁਖ ਬਹੁਤਾ ਲਾਗੈ। ਦੁਖ ਲਾਗੈ ਤੂੰ ਵਿਸਰ ਨਾਹੀ ਰਹਾਉ। ਕਿਉਂ ਵਿਸਾਰਾਂ ਮੈਂ ਵਾਹਿਗੁਰੂ ਨੂੰ? ਕੀ ਵਿਸਰੈ ਦਾ ਮਤਲਬ ਹੈ ਮੈਂ ਕਿਉਂ ਵਿਸਰ ਜਾਂਦਾ ਵਾਹਿਗੁਰੂ ਨੂੰ? ਜਿਸ ਦਿਨ ਵਿਸਰਦਾ ਉਸ ਦਿਨ ਦੁੱਖ ਲੱਗਦਾ ਹੈ। ਹਰ ਬਿਸਰਤ ਤੇਰੇ ਗੁਣ ਗਲਿਆ। ਮੇਰੇ ਗੁਣ ਵੀ ਖਤਮ ਹੋ ਜਾਂਦੇ ਆ। ਵਾਹਿਗੁਰੂ ਦਾ ਸਿਮਰਨ ਹੈ ਤੇ ਕ੍ਰੋਧ ਤੇ ਕਾਬੂ ਪਾਇਆ ਜਾ ਸਕਦਾ ਹੈ। ਵਾਹਿਗੁਰੂ ਦਾ ਚੇਤਾ ਹੈ, ਨਿਰਮਲ ਭਾਉ ਹੈ ਤੇ ਕਾਮਨਾਵਾਂ ਵੀ ਰੁਕ ਸਕਦੀਆਂ ਨੇ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਤੇ ਵੱਡੇ ਵੱਡੇ ਇੰਦਰੀਆਂ ਦੇ ਬਲ ਵੀ ਬਿਲਕੁਲ ਕਾਬੂ ਆ ਜਾਂਦੇ ਨੇ। ਜੇ ਵਾਹਿਗੁਰੂ ਦਾ ਸਿਮਰਨ ਨਹੀਂ ਹੈ ਫਿਰ ਮਹਾਰਾਜ ਕਹਿੰਦੇ ਬੰਦਾ ਗਲਤਾਨ ਵਾਲੇ ਰਸਤੇ ਪੈ ਜਾਂਦਾ ਹੈ। ਇਸ ਕਰਕੇ ਦੁੱਖ ਹੈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ। ਅਸੀਂ ਜਿੰਨਾ ਮਰਜ਼ੀ ਕਹੀਏ, ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਆਂ ਹੈ ਸੁਖ। ਦੁੱਖ ਸੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਹੋ ਗਿਆ ਦੁਨੀਆ ਦੇ ਲੋਕਾਂ ਦੇ ਲਈ, ਕਿ ਦੁਨੀਆ ਦੇ ਲੋਕਾਂ ਲਈ ਦੁੱਖ ਤੇ ਸੁੱਖ ਹੈ, ਪਰ ਭਗਤ ਲਈ ਸਦਾ ਹੀ ਸੁੱਖ ਹੈ। ਕਿਉਂ? ਉਹਨੂੰ ਪਤਾ ਹੈ
ਰੱਬ ਦੀ ਬੰਦਗੀ ਹੀ ਹਰ ਥਾਂ ਤੇ ਤਤੀਆਂ ਹਵਾਵਾਂ 'ਚ ਵੀ ਮੈਨੂੰ ਸੁੱਖ ਦੇ ਸਕਦੀ ਹੈ। ਰੱਬ ਦੀ ਬੰਦਗੀ 100 ਕਰੋੜਾਂ ਦੁੱਖਾਂ ਵਿੱਚ ਵੀ ਮੈਨੂੰ ਸੁੱਖ ਦੇ ਸਕਦੀ ਹੈ। ਪਰ ਜੇ ਵਾਹਿਗੁਰੂ ਜੀ ਦਾ ਸਿਮਰਨ ਵਿਸਰ ਗਿਆ, ਫਿਰ ਤੇ ਮੇਰੀ ਮੌਤ ਹੈ, ਫਿਰ ਤੇ ਮੇਰੇ ਅੰਦਰੋਂ ਸਾਰਾ ਜੀਵਨ ਦਾ ਸਰਮਾਇਆ ਖਤਮ ਹੋ ਗਿਆ। ਇਸ ਕਰਕੇ ਵਿਸਰ ਨਾਹੀ ਪ੍ਰਭ ਦੀਨ ਦਿਆਲਾ, ਮੇਰੇ ਪ੍ਰਭੂ ਮੈਨੂੰ ਨਾ ਵਿਸਰ, ਤੇਰੀ ਓਟ ਮੇਰੇ ਪੂਰਨ ਗੋਪਾਲਾ। ਇਸ ਲਈ ਆਖਿਆ ਕਿਉਂਕਿ ਤੇਰੀ ਹੀ ਓਟ ਗੋਪਾਲ ਪੂਰਨ ਹੈ। ਬੰਦਿਆਂ ਦਾ ਜਿੰਨਾ ਮਰਜ਼ੀ ਅਸੀਂ ਆਸਰਾ ਲੈ ਲਈਏ, ਸਭ ਅਧੂਰਾ ਹੈ, ਤੂੰ ਰਹਿਣ ਵਾਲਾ ਹੈ ਜੀ ਰਹਾਓ। ਦੁੱਖ ਇੱਕ ਬਚਨ ਹੋਰ, ਦੁੱਖ ਲਾਗੇ ਤੂੰ ਵਿਸਰ ਨਾਹੀ, ਮੈਨੂੰ ਦੁੱਖ ਹੀ ਲੱਗਦਾ ਹੈ। ਤੇ ਵਾਹਿਗੁਰੂ ਮੇਰੀ ਹਿੰਮਤ ਨਹੀਂ ਮੈਂ ਸਦਾ ਤੁਹਾਨੂੰ ਯਾਦ ਕਰ ਸਕਾਂ। ਮੇਰੀ ਮਤ ਬੌਰੀ, ਮੈਂ ਰਾਮ ਵਿਸਾਰਿਓ। ਮਤ ਮੇਰੀ ਬੌਰੀ ਹੈ, ਪਰ ਤੁਸੀਂ ਕਿਰਪਾ ਕਰਕੇ ਮੈਨੂੰ ਨਾ ਵਿਸਰਨ ਦਿਓ। ਇਹ ਕਿਰਪਾ ਕਰੋ, ਨਹੀਂ ਤੇ ਮੈਨੂੰ ਦੁੱਖ ਲੱਗਦਾ ਹੈ ਰਹਾਓ। ਅੱਖੀਂ ਅੰਧ ਜੀਬ ਰਸ ਨਾਹੀ, ਕੰਨੇ ਪਵਨ ਨਾ ਵਾਜੇ, ਚਰਣੀ ਚੱਲੇ ਭਜੂਤਾ ਆਗੈ, ਵਿਣ ਸੇਵਾ ਫਲ ਲਾਗੇ। ਸਾਰੀ ਉਮਰ ਨਾ ਬੰਦਗੀ ਕੀਤੀ ਨਾ ਸੇਵਾ ਕੀਤੀ, ਅੱਖੀਂ ਅੰਧ। ਮਹਾਰਾਜ ਕਹਿੰਦੇ ਅੱਖਾਂ ਅੱਗੇ ਹਨੇਰਾ ਛਾ ਗਿਆ। ਜੀਭ ਰਸ ਨਾਹੀ, ਜੀਭ ਸਵਾਦ ਤੋਂ ਚਲੀ ਗਈ। ਕੰਨੀ ਪਵਨ ਨਾ ਵਾਜੈ, ਕੰਨਾਂ ਦੇ ਵਿੱਚ ਹੁਣ ਆਵਾਜ਼ ਵੀ ਨਹੀਂ ਸੁਣਦੀ। ਅੱਗੇ ਕਹਿੰਦੇ ਚਰਣੀ ਚਲੈ ਭਜੂਤਾ ਆ ਗਿਆ, ਡੰਗੋਰੀ ਦੇ ਨਾਲ ਤੁਰਨਾ ਪੈਂਦਾ। ਵਿਣ ਸੇਵਾ ਫਲ ਲਾਗੇ, ਜੇ ਜੀਵਨ 'ਚ ਸੇਵਾ ਨਹੀਂ ਕੀਤੀ, ਮਹਾਰਾਜ ਕਹਿੰਦੇ ਧ੍ਰਿਗ ਹੈ ਜੀਵਨ, ਧ੍ਰਿਗ ਹੈ ਜੀਵਨ, ਪਰ ਜਿੱਚਰ ਸਾਸ ਤਿੱਚਰ ਸੇਵਾ ਕੀਚੈ। ਧੰਨ ਗੁਰੂ ਅਮਰਦਾਸ ਜੀ 92 ਸਾਲ 94 ਸਾਲ ਦੀ ਉਮਰ ਤੱਕ ਸੇਵਾ ਕਰਦੇ ਰਹੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਕਮਾ ਕੇ। ਧੰਨ ਬਾਬਾ ਬੁੱਢਾ ਜੀ 125 ਸਾਲ ਤੱਕ ਸੇਵਾ ਕਰਦੇ ਰਹੇ। ਧੰਨ ਬਾਬਾ ਦੀਪ ਸਿੰਘ ਜੀ 80 ਸਾਲ ਦੀ 82 ਸਾਲ ਦੀ ਉਮਰ 'ਚ ਖੰਡਾ ਤੁਰ ਕੇ ਉਸ ਪਾਵਨ ਸਥਾਨ ਗੁਰੂ ਰਾਮਦਾਸ ਜੀ ਦੀ, ਜਿਹਦੇ ਉੱਤੇ ਜਰਵਾਣਿਆਂ ਨੇ ਹਮਲਾ ਕੀਤਾ, ਉਹਨਾਂ ਨੂੰ ਸੋਧਣ ਵਾਸਤੇ ਚਲੇ ਗਏ। ਮਹਾਰਾਜ ਕਹਿੰਦੇ ਜੇ ਸਰੀਰ ਸੇਵਾ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਭਾਈ, ਜੇ ਸੇਵਾ ਹੈ ਫਿਰ ਸਰੀਰ ਪ੍ਰਵਾਨ ਹੈ। ਤੇ ਮਹਾਰਾਜ ਕਹਿੰਦੇ ਵਿਣ ਸੇਵਾ ਫਲ ਲਾਗੇ, ਸੇਵਾ ਤੋਂ ਬਿਨਾਂ ਅਹੰਕਾਰ ਦਾ ਫਲ ਲੱਗਦਾ ਹੈ, ਸੇਵਾ ਤੋਂ ਬਿਨਾਂ ਵਿਕਾਰ ਦਾ ਫਲ ਲੱਗਦਾ ਹੈ। ਜੇ ਅੰਤਮ ਸਵਾਸ ਤੱਕ ਸੇਵਾ ਕੀਤੀ ਫਿਰ ਬੰਦਗੀ ਦਾ ਫਲ ਲੱਗਦਾ ਹੈ। ਜੇ ਅੱਖਰ ਬਿਰਖ ਬਾਗ ਭੋਏ ਚੋਖੀ, ਸਿੰਚਤ ਭਾਉ ਕਰੇਹੀ, ਸਭਨਾ ਫਲ ਲਾਗੈ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਅੱਖਰ ਬਿਰਖ ਗੁਰੂ ਦੇ ਸ਼ਬਦ ਦਾ ਰੁੱਖ ਆਪਣੇ ਮਨ ਵਿੱਚ ਲਾਉਣ ਲਈ ਬੀਜ ਬੋ, ਤੇ ਧਰਤੀ ਕੀ ਬਣਾ ਭੋਏ ਚੋਖੀ। ਮਹਾਰਾਜ ਕਹਿੰਦੇ ਆਪਣੇ ਸਰੀਰ ਨੂੰ ਭੋਏ ਪਵਿੱਤਰ ਬਣਾ, ਉਪਜਾਊ ਬਣਾ, ਜਿਹਦੇ ਵਿੱਚ ਬਹੁਤੇ ਕੰਕੜ ਪੱਥਰ ਵਿਕਾਰਾਂ ਦੇ ਪਏ, ਉੱਥੇ ਬੀਜ ਨਹੀਂ ਉਗ ਸਕਦੇ ਗੁਰੂ ਦੇ ਸ਼ਬਦ ਦੇ। ਗੁਰੂ ਦੇ ਸ਼ਬਦ ਦਾ ਬਿਰਖ ਲੱਗੇਗਾ, ਤੇਰੇ ਅੰਦਰ ਛਾਂ ਪੈਦਾ ਹੋਏਗੀ। ਇਹ ਸੰਤੋਖ ਰੁੱਖ ਹੈ। ਅੱਖਰ ਬਿਰਖ, ਅੱਖਰ ਕਹਿੰਦੇ ਸ਼ਬਦ ਨੂੰ, ਸ਼ਬਦ ਦਾ ਰੁੱਖ ਲੱਗੇ। ਬਾਗ ਭੋਏ ਚੋਖੀ, ਤੇਰੇ ਅੰਦਰ ਦਾ ਬਾਗ ਜਿਹੜਾ ਉਹ ਤੇਰੀ ਧਰਤੀ ਹੋਏ। ਚੋਖੀ ਕਹਿੰਦੇ ਬੜੀ ਚੰਗੀ। ਸਿੰਚਿਤ ਭਾਉ ਕਰੇ ਹੀ, ਤੇ ਤੇਰੇ ਅੰਦਰ ਪ੍ਰੇਮ ਹੋਏ, ਦਇਆ ਹੋਏ, ਭਾਵਨਾ ਹੋਏ, ਜਿਹਦੇ ਨਾਲ ਤੂੰ ਇਹਨੂੰ ਸਿੰਚੇ। ਰੋਜ਼ ਰੋਜ਼ ਤੂੰ ਵਾਹਿਗੁਰੂ ਦਾ ਪ੍ਰੇਮ ਵਧਾਏ, ਦੁਨੀਆ ਨਾਲ ਵੀ ਪ੍ਰੇਮ ਇਤਫਾਕ ਵਧਾਏ। ਸਭਨਾ ਫਲ ਲਾਗੈ ਨਾਮ ਏਕੋ, ਜਿਹਦੇ ਅੰਦਰ ਸੇਵਾ ਨਹੀਂ ਉਹਦੇ ਅੰਦਰ ਵਿਕਾਰਾਂ ਦਾ ਫਲ ਲੱਗਦਾ। ਜਿਹਦੇ ਜੀਵਨ ਦੇ ਅੰਤਮ ਸਵਾਸ ਤੱਕ ਸੇਵਾ ਤੇ ਸਿਮਰਨ ਹੈ, ਮਹਾਰਾਜ ਕਹਿੰਦੇ ਉਹਦੇ ਅੰਦਰ ਨਾਮ ਦਾ ਫਲ ਲੱਗਦਾ। ਕਿੱਡਾ ਸੋਹਣਾ ਕੰਮ ਕੀਤਾ। ਸਭਨਾ ਫਲ ਲਾਗੈ ਨਾਮ ਏਕੋ। ਪਰ ਇੱਕ ਗੱਲ ਯਾਦ ਰੱਖਿਓ, ਬਾਬਾ ਫਰੀਦ ਕਹਿੰਦੇ ਆ ਰੁੱਖ ਜਿਨ੍ਹਾਂ ਦੇ ਫਲਾਂ ਵਾਲੇ ਹੁੰਦੇ ਨੇ, ਚੰਗੇ ਫਲਾਂ ਵਾਲੇ, ਵੱਟੇ ਉਹਨਾਂ ਨੂੰ ਖਾਣੇ ਵੀ ਪੈਂਦੇ ਨੇ। ਇੱਥੇ ਮਹਾਰਾਜ ਕਹਿੰਦੇ ਜੇ ਇਹ ਰੁੱਖ ਲੱਗਣਗੇ, ਫਲ ਲੱਗਣਗੇ, ਤੇ ਦੁਨੀਆ ਵੱਟੇ ਵੀ ਮਾਰੇਗੀ। ਤੇ ਵੱਟੇ ਵੀ ਮਾਰੇ ਤੇ ਰੁੱਖ ਜਿਹੜਾ ਉਹ ਵੱਟਿਆਂ ਦੇ ਉਲਾਮੇ ਨਹੀਂ ਦਿੰਦਾ, ਉਹ ਫਿਰ ਵੀ ਮਿੱਠੇ ਫਲ ਦਿੰਦਾ। ਇਸ ਕਰਕੇ ਫਰੀਦ ਸਾਹਿਬ ਕਹਿੰਦੇ ਆ ਕਿ ਜੇ ਫਕੀਰੀ ਕਮਾਣੀ ਹੈ ਤੇ ਰੁੱਖਾਂ ਦੀ ਜਿਰਾਂਦ ਦੀ ਤਰ੍ਹਾਂ ਕਮਾ। ਜਿਰਾਂਦ ਕਹਿੰਦੇ ਆ ਜਿਸ ਤਰ੍ਹਾਂ ਰੁੱਖ ਖੜਾ ਨਾ ਅਡੋਲ, ਇਵੇਂ ਸੇਵਾ ਕਮਾਈ ਜਾ। ਸਭਨਾ ਫਲ ਲਾਗੈ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਪਰ ਵਾਹਿਗੁਰੂ ਦੀ ਕਿਰਪਾ, ਕਰਮਾ ਦਾ ਲਫ਼ਜ਼ ਹੈ ਜੀ ਬਖਸ਼ਿਸ਼ ਅਰਬੀ ਦਾ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਾ ਸੇਵਾ, ਨਾ ਸਿਮਰਨ ਤੇ ਨਾ ਸੁੱਚੀ ਨਹੀਂ। ਤੇ ਦਿਖਾਵੇ ਹੀ ਬਹੁਤ ਹੁੰਦੇ ਨੇ, ਕੋਈ ਸੱਚੀ ਸੇਵਾ ਵਿਰਲਾ ਕਰਦਾ ਹੈ, ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੈ ਜੀ। ਜੇਤੇ ਜੀਤੇ ਤੇ ਸਭ ਤੇਰੇ,
ਵਿਣ ਸੇਵਾ ਫਲ ਕਿਸੈ ਨਾਹੀ। ਦੁਖ ਸੁਖ ਪਾਣਾ ਤੇਰਾ ਹੋਵੇ, ਵਿਣ ਨਾਵੇ ਜਿਉ ਰਹੈ ਨਾਹੀ। ਜਿੰਨੇ ਜੀਨੇ ਸਾਰੀ ਤੇਤੇ ਨੇ, ਸਭ ਵਾਹਿਗੁਰੂ ਜੀ ਤੁਹਾਡੇ ਹੀ ਨੇ। ਕਿਹਨੂੰ ਮੈਂ ਚੰਗਾ ਆਖਾਂ, ਕਿਹਨੂੰ ਮੈਂ ਮੰਦਾ ਆਖਾਂ, ਸਭ ਵਿੱਚ ਤੂੰ ਹੀ ਹੈ। ਜੇਤੇ ਜੀ ਤੇਤੇ ਸਭ ਤੇਰੇ, ਵਿਣ ਸੇਵਾ ਫਲ ਕਿਸੈ ਨਾਹੀ। ਬਸ ਮੁੱਕਦੀ ਗੱਲ ਹੈ, ਜੇ ਜੀਵਨ 'ਚ ਸੇਵਾ ਨਹੀਂ ਫਿਰ ਕੋਈ ਫਲ ਨਹੀਂ, ਜੇ ਸੇਵਾ ਹੈ ਤਾਂ ਫਿਰ ਫਲ ਵੀ ਲੱਗਣਗੇ। ਦੁੱਖ ਸੁਖ ਭਾਣਾ ਤੇਰਾ ਹੋਵੇ, ਦੁੱਖ ਵੀ ਤੇਰਾ ਭਾਣਾ, ਸੁਖ ਵੀ। ਇਹ ਕੋਈ ਸੇਵਾਦਾਰ ਸਿਮਰਨ ਕਰਨ ਵਾਲਾ ਨਾਮ ਵਿੱਚ ਜੁੜਿਆ ਸਮਝ ਸਕਦਾ, ਜਿਹਦਾ ਅੰਦਰ ਸੂਈਆਂ ਹੈ। ਜਿਵੇਂ ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਦੀ ਨਹੀਂ, ਜਿਵੇਂ ਰਾਜੇ ਸਲਾਮ ਤੋਂ ਬਿਨਾਂ ਕੋਈ ਨਹੀਂ, ਜਿਸ ਤਰ੍ਹਾਂ ਖੰਭ ਤੋਂ ਬਿਨਾਂ ਪੰਖੀ, ਫਸਲ ਪਾਣੀ ਤੋਂ ਬਿਨਾਂ, ਇਸ ਤਰ੍ਹਾਂ ਜੀਵਨ ਸੇਵਾ ਤੇ ਨਾਮ ਤੋਂ ਬਿਨਾਂ। ਇਹ ਹੈ ਸਾਰੇ ਸ਼ਬਦ ਦਾ ਤੱਤ ਸਾਰ ਕਿ ਸਿੱਖ ਦੇ ਜੀਵਨ ਲਈ ਸੇਵਾ ਬਹੁਤ ਜ਼ਰੂਰੀ ਹੈ। ਔਰ ਇਹ ਸੇਵਾ ਸਿਰਫ ਚਾਰ ਦੀਵਾਰੀ ਗੁਰਦੁਆਰੇ ਮੰਦਿਰ ਮਸੀਤ ਦੀ ਇਹਨਾਂ ਚਾਰ ਦੀਵਾਰੀਆਂ ਤੱਕ ਸੀਮਿਤ ਨਹੀਂ ਹੋ ਸਕਦੀਆਂ। ਇਹ ਸੇਵਾ ਕੁੱਲ ਸੰਸਾਰ 'ਚ ਕਿਸੇ ਵੀ ਥਾਂ 'ਤੇ ਹੋ ਸਕਦੀ ਹੈ। ਕਿਤੇ ਵੀ ਗੁਰੂ ਕਾ ਸਿੱਖ ਤੁਰ ਕੇ ਸੇਵਾ ਸਿਮਰਨ ਵਾਲੀ ਭਾਵਨਾ ਪ੍ਰਗਟ ਕਰ ਸਕਦਾ। ਦੁੱਖ ਸੁੱਖ ਭਾਣਾ ਤੇਰਾ ਹੋਵੇ, ਫਿਰ ਕੋਈ ਸੇਵਾਦਾਰ ਹੁੰਦਾ ਹੈ, ਉਹ ਦੁੱਖ ਸੁੱਖ ਤੇ ਭਾਣਾ ਮੰਨਦਾ ਹੈ। ਨਾਮੈ ਜਿਉ ਰਹਿ ਨਾਹੀ, ਨਾਮ ਤੋਂ ਬਿਨਾਂ ਮੇਰਾ ਜਿੰਦ ਜੀ ਨਹੀਂ ਰਹਿ ਸਕਦਾ। ਇਸ ਕਰਕੇ ਨਾਮ ਹੀ ਮੇਰੇ ਜੀਵਨ ਦਾ ਸਭ ਤੋਂ ਜ਼ਰੂਰੀ ਤੱਤਸਾਰ ਭੋਜਨ ਹੈ। ਇਹਨੂੰ ਮਹਾਰਾਜ ਜੀ ਕਹਿੰਦੇ ਨਾ ਕਿ ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਤੈਨੂੰ ਦੁੱਖ ਸੁੱਖ ਦੀ ਚਿੰਤਾ ਹੀ ਖਤਮ ਹੋ ਜਾਏਗੀ ਜੇ ਤੈਨੂੰ ਪ੍ਰਭੂ ਦੇ ਨਾਮ ਦਾ ਭੋਜਨ ਮਿਲ ਗਿਆ ਜੀ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾ ਤਾਂ ਜੁਗਤ ਨਾਹੀ। ਕਹਿ ਨਾਨਕ ਜੀਵਾਲੇ ਜੀਆਂ, ਜਹ ਪਾਵੈ ਤਹ ਰਾਖ ਤੂਹੀ। ਜੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮਤ ਵਿੱਚ, ਮਤ ਦੇ ਤੱਤੇ ਨੂੰ ਸਿਹਾਰੀ ਹੈ, ਮਨੁੱਖ ਦੀ ਮਤ ਸੁਹਿਰਦ ਨਹੀਂ ਹੋਈ ਨਾ, ਉਹਦਾ ਜੀਵਨ ਮਰਨ ਕਿਸੇ ਕੰਮ ਦਾ ਨਹੀਂ ਹੈ। ਉਹ ਮਰੇਗਾ, ਜੰਮੇਗਾ, ਜੰਮ ਕੇ ਫਿਰ ਮਰੇਗਾ, ਮਰ ਮਰ ਜੰਮੈ, ਜੰਮੈ ਫਿਰ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜ਼ਾਏ ਪਿਆ ਦੇਸ ਲੰਮੈ। ਉਹਦਾ ਕੋਈ ਕੰਮ ਹੀ ਨਹੀਂ ਇਸ ਜੀਵਨ 'ਤੇ ਆਇਆ। ਮਹਾਰਾਜ ਕਹਿੰਦੇ ਸੁਣਨਾ ਆਇਆ ਤੇ ਸੁਣਨਾ ਹੀ ਗਿਆ, ਕਿਸੇ ਕੰਮ ਦਾ ਨਹੀਂ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਮਤ ਵਿੱਚ ਨਾਮ ਨਹੀਂ ਤੇ ਕੋਈ ਜਨਮ ਮਰਨ ਕੰਮ ਦਾ ਨਹੀਂ। ਮਨੁ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਜਾਂ ਜੀਵਾਂ ਤਾਂ ਜੁਗਤ ਨਾਹੀ, ਪਰ ਜੇ ਨਾਮ ਹੀ ਨਹੀਂ ਅਸੀਂ ਕਹੀਏ ਨਹੀਂ ਜੀ ਅਸੀਂ ਤਾਂ ਜਿਉਂਦੇ ਹਾਂ, ਅਸੀਂ ਦੇਖੋ ਕਿੰਨਾ ਕਿੰਨਾ ਇਹ ਵੀ ਕਰਦੇ ਹਾਂ, ਇਹ ਕਾਰੋਬਾਰ ਪਰਿਵਾਰ ਸੰਭਾਲ ਰਹੇ ਹਾਂ, ਗ੍ਰਸਤ ਹੈ, ਐਡਾ ਵੱਡਾ ਸਾਡਾ ਪਸਾਰਾ ਫੈਲਾਇਆ ਹੋਇਆ, ਇੰਨੇ ਕਰੋੜਾਂ ਅਰਬਾਂ ਖਰਬਾਂ। ਮਹਾਰਾਜ ਕਹਿੰਦੇ ਨਾਮ ਦੀ ਜੁਗਤ ਗੁਣ ਨਹੀਂ, ਜੇ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਗੁਣ ਨਹੀਂ, ਫਰੀਦਾ ਬੁਰੇ ਦਾ ਭਲਾ ਕਰ ਵਾਲਾ ਗੁਣ ਨਹੀਂ, ਜੇ ਨਿਮਰਤਾ ਵਾਲਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੈ ਘੁੰਮ ਵਾਲਾ ਗੁਣ ਨਹੀਂ। ਮਹਾਰਾਜ ਕਹਿੰਦੇ ਫਿਰ ਜੁਗਤ ਤੋਂ ਬਿਨਾਂ ਜਾਂ ਜੀਵਾਂ ਤਾਂ ਜੁਗਤ ਨਾਹੀ। ਉਹਦਾ ਜੀਵਨ ਕਾਹਦਾ ਜੀਵਨ ਹੈ ਜਿਹਦੇ ਅੰਦਰ ਜੁਗਤ ਹੀ ਨਹੀਂ। ਜੀਵਨ ਪਤਾ ਕੀ ਹੈ? ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਜੀਵਨ ਤੇ ਉਹ ਹੈ ਜਿਹੜਾ ਗੁਰੂ ਤੋਂ ਪ੍ਰਾਪਤ ਹੋਏ, ਤੇ ਗੁਰੂ ਤੋਂ ਪ੍ਰਾਪਤ ਹੋਏ ਜੀਵਨ ਬੜਾ ਨਿਰਮਲ ਹੁੰਦਾ ਹੈ, ਬੜਾ ਬਖਸ਼ਿਸ਼ ਭਰਿਆ। ਉਹ ਦਿਖਾਵੇ ਵਾਲਾ ਨਹੀਂ ਹੁੰਦਾ, ਉਹ ਸੱਚੀ ਮੁੱਚੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਉਹ ਜਨਮ ਮਰਨ ਤੋਂ ਨਿਰਲੇਪ ਕਰਨ ਵਾਲਾ ਜੀਵਨ ਹੈ ਜੀ। ਕਹੇ ਨਾਨਕ ਜੀਵਾਲੇ ਜੀਆਂ, ਜਹ ਭਾਵੈ ਤਹ ਰਾਖ ਤੂੰ ਹੀ ਜਵਾਲਣ ਵਾਲਾ ਹੈ। ਵਾਹਿਗੁਰੂ ਆਤਮਿਕ ਜੀਵਨ ਸਰੀਰ ਤੇ ਆ ਕੇ ਫਨਾ ਹੋ ਜਾਏਗਾ, ਪਰ ਤੇਰੀ ਕੀਤੀ ਸੇਵਾ ਸਿਮਰਨ ਕਰਕੇ ਇਹ ਕਦੀ ਫਨਾ ਨਹੀਂ ਹੁੰਦਾ। ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹ ਸਦਾ ਜਿਉਂਦੇ ਰਹਿੰਦੇ ਨੇ, ਉਹ ਕਦੀ ਨਹੀਂ ਮਰਦੇ। ਉਹਨਾਂ ਦੇ ਸੁਪਨੇ, ਉਹਨਾਂ ਦੇ ਖਿਆਲ, ਉਹਨਾਂ ਦੀਆਂ ਤੁਰੀਆਂ ਹੋਈਆਂ ਪੈੜਾਂ ਉਹ ਕਦੀ ਸੰਸਾਰ ਦੇ ਇਸ ਦਿਖਦੇ ਪਸਾਰੇ ਤੋਂ ਮਿਟ ਨਹੀਂ ਸਕਦੀਆਂ। ਮਸਕੀਨ ਜੀ ਨੂੰ ਅਸੀਂ ਰੋਜ਼ ਵੀ ਚੇਤੇ ਕਰੀਏ ਤਾਂ ਵੀ ਘੱਟ ਹੈ, ਕਿਉਂਕਿ ਉਹ ਐਸੀ ਪੈੜਾਂ ਛੱਡ ਗਏ ਜਿਨ੍ਹਾਂ ਪੈੜਾਂ 'ਤੇ ਅਸੀਂ ਤੁਰ ਕੇ ਆਪਣਾ ਜੀਵਨ ਸੰਵਾਰ ਸਕਦੇ ਹਾਂ। ਬੜੇ ਬੜੇ ਕਥਾਵਾਚਕ ਮਾਨ ਸਿੰਘ ਝੌਰ ਵਰਗੇ ਭਾਈ ਸਾਹਿਬ, ਸੰਤ ਕਵੀ, ਸੰਤ ਸਕਾਲਰ ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ ਪੈੜਾਂ ਅਸੀਂ ਭੁੱਲ ਸਕਦੇ ਹਾਂ। ਪ੍ਰੋਫੈਸਰ ਸਾਹਿਬ ਸਿੰਘ ਦੀਆਂ ਪੈੜਾਂ ਅਸੀਂ ਭੁੱਲ ਸਕਦੇ ਹਾਂ। ਜਿਹੜਾ ਜੀਵਨ ਉਹ ਸਦਾ ਹੀ ਦੇਖੋ ਅਸੀਂ ਉਹਨਾਂ ਦੇ ਕੀਤੀ ਸੇਵਾ ਦੇ ਅਰਥ ਵਰਤ ਰਹੇ ਹਾਂ, ਅਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਹਾਜ਼ਰੀ ਤੇ ਨਿੱਤ ਲੱਗਦੀ ਹੋਏਗੀ। ਹਰ ਗੁਰੂ ਘਰ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦੇ ਹੁਕਮਨਾਮੇ ਦੇ ਅਰਥ ਲਿਖੇ ਜਾਂਦੇ ਨੇ। ਮਤਲਬ ਉਹ ਜਿਉਂਦੇ ਨੇ, ਉਹ ਵਾਕਈ ਉਹ ਕਿੱਥੇ ਨਹੀਂ ਮਰਦੇ। ਕਹੈ ਨਾਨਕ ਜੀਵਾਲੇ ਜੀਆਂ,
ਜੀਵਨ ਦੇਣ ਵਾਲਾ, ਜਵਾਲਣ ਵਾਲਾ ਉਹ ਵਾਹਿਗੁਰੂ ਹੈ। ਜਹ ਭਾਵੈ ਤਹ ਰਾਖ ਤੂੰ ਹੀ। ਤੁਸੀਂ ਜਿੱਥੇ ਰੱਖਣਾ ਹੈ ਉੱਥੇ ਰੱਖ ਲਓ। ਅੱਜ ਦੀ ਇਸ ਲੜੀ ਦਾ ਆਖਰੀ ਸ਼ਬਦ ਸਰਵਣ ਕਰੋ ਜੀ। ਆਸਾ ਮਹਿਲਾ ਪਹਿਲਾ, ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸ ਪਾਤੀ, ਹਰ ਨਾਮਾ ਜਸ ਜਾਚੋ ਨਾਉ, ਗੁਰ ਪ੍ਰਸਾਦੀ ਬ੍ਰਹਮ ਸਮਾਉ। ਹੁਣ ਕੱਲਾ ਇਹ ਪੰਡਤ ਜੀ ਦੇ ਜਾਂ ਬ੍ਰਾਹਮਣ ਦੇ ਧਰਮ ਦੇ ਚਿੰਨ੍ਹ ਨੂੰ ਲੈ ਕੇ ਅਸੀਂ ਮਜ਼ਾਕ ਨਹੀਂ ਬਣਾ ਸਕਦੇ। ਭਾਵੇਂ ਮੈਂ ਸਿੱਖ ਹਾਂ, ਜੇ ਮੈਂ ਕੜਾ ਪਾਇਆ, ਮੈਂ ਸਿਰੀ ਸਾਹਿਬ ਪਾਈ ਹੈ, ਮੈਂ ਕੰਗਾ ਰੱਖਿਆ, ਮੈਂ ਕਛਹਿਰਾ 5 ਕਕਾਰਾਂ ਪਾਈ, ਧਾਰਮਿਕ ਕਰਮਾਂ ਕਰਕੇ, ਧਾਰਮਿਕ ਦਿਖਾਵੇ ਕਰਕੇ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ। ਪਰ ਜਿੰਨਾ ਚਿਰ ਤੱਕ ਮੇਰੇ ਅੰਦਰ ਨਾਮ ਬਾਣੀ ਦਾ ਭਾਉ ਨਹੀਂ, ਉਨਾ ਚਿਰ ਤੱਕ ਬਾਣੀ ਦੇ ਅੰਮ੍ਰਿਤ ਤੋਂ ਮੈਂ ਵਾਂਝਾਂ, ਜੀਵਨ ਤੋਂ ਮੈਂ ਵਾਂਝਾਂ। ਜੇ ਅਸੀਂ ਕੜਾ ਪਾਇਆ, 50 ਰੁਪਏ ਦਾ ਕੜਾ ਦੁਕਾਨ ਤੋਂ ਤੇ ਮਿਲ ਜਾਏਗਾ, ਪਰ ਦੁਕਾਨ ਤੋਂ ਚੰਗੇ ਕਰਮ ਕਰਨ ਦੀ ਸੀਖ ਨਹੀਂ ਮਿਲੇਗੀ। ਉਹ ਗੁਰੂ ਤੋਂ ਮਿਲੇਗੀ, ਗੁਰੂ ਦੇ ਸ਼ਬਦ ਤੋਂ ਮਿਲੇਗੀ। ਅਸੀਂ ਸ਼੍ਰੀ ਸਾਹਿਬ ਤੇ ਪਾ ਲਾਂਗੇ, ਪਰ ਕਿਸੇ ਹੱਟੀ ਤੋਂ ਸਾਨੂੰ ਤੇ ਤੁਹਾਨੂੰ ਕੋਈ ਉਹ ਸੀਖ ਨਹੀਂ ਮਿਲੇਗੀ ਕਿ ਆਪਣੇ ਵਿਕਾਰਾਂ ਨੂੰ ਕਿਵੇਂ ਜਿੱਤਣਾ, ਆਪਣੇ ਇੰਦਰੀ ਨੂੰ ਕਿਵੇਂ ਧਨ ਜਿਓ ਤੇ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿੱਚ। ਇਹ ਜੁਗਤ ਕਿੱਥੋਂ ਮਿਲੇਗੀ? ਗੁਰੂ ਸਾਹਿਬ ਕਹਿੰਦੇ ਸੁਣੋ, ਕਾਇਆ ਬ੍ਰਹਮਾ ਮਨ ਹੈ ਧੋਤੀ। ਕਾਇਆ ਇਸ ਸਰੀਰ ਨੂੰ ਬ੍ਰਾਹਮਣ ਬਣਾਓ। ਬ੍ਰਹਮਾ ਦਾ ਮਤਲਬ ਬ੍ਰਾਹਮਣ, ਉੱਚੀ ਜ਼ਾਤ ਭਾਵ ਇਸ ਸਰੀਰ ਨਾਲ ਚੰਗੇ ਕਰਮ ਕਰੀਏ। ਭਲਿਆ ਇਸ ਸਰੀਰ ਬਾਬਤ ਸੋਚ, ਕਿਹੜੇ ਪਾਸੇ ਤੁਰੀ ਜਾਂਦਾ ਹੈ, ਕਿੱਧਰ ਕਦਮ ਰੱਖਣਾ ਹੈ। ਇਸ ਸਰੀਰ ਦੀ ਵਰਤੋਂ ਮਾੜੇ ਕੰਮ ਲਈ ਤੇ ਨਹੀਂ ਕਰਨੀ। ਨਹੀਂ, ਬ੍ਰਾਹਮਣ ਕਦੀ ਵੀ ਬ੍ਰਾਹਮਣ ਦੇ ਘਰ ਜੰਮਿਆ ਨਹੀਂ ਹੋ ਸਕਦਾ। ਬ੍ਰਾਹਮਣ ਉਹ ਹੈ ਅਸਲ ਦੇ ਵਿੱਚ ਜਿਹਦੇ ਅੰਦਰ ਰੋਜ਼ ਕਹਿ ਰਹੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਏਕ ਸ਼ਬਦ ਲਿਵ ਲਾਏ, 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਉਹ ਬ੍ਰਾਹਮਣ ਹੈ ਜਿਹਦਾ ਸਰੀਰ ਗੁਰੂ ਦੇ ਸ਼ਬਦ ਵਿੱਚੋਂ ਇੱਕਮਿਕ ਹੋ ਗਿਆ, ਉਹਦਾ ਪਵਿੱਤਰ ਹੋ ਗਿਆ। ਕਾਇਆ ਬ੍ਰਹਮਾ, ਕਾਇਆ ਪਵਿੱਤਰ ਹੋ ਗਈ ਬ੍ਰਾਹਮਣ ਵਰਗੀ। ਮਨ ਹੈ ਧੋਤੀ, ਜਿਵੇਂ ਧੋਤੀ ਨਾਲ ਤੇੜ ਤੇ ਘੁੱਟ ਕੇ ਬੰਨੀ ਹੁੰਦੀ ਹੈ ਨਾ, ਇਵੇਂ ਮਨ ਨੂੰ ਬੰਨ ਕੇ ਰੱਖ। ਐ ਨਹੀਂ ਮਨ ਐ ਛਾਲਾ ਮਾਰਦਾ, ਉੱਧਰ ਭੱਜਦਾ, ਕਿੱਧਰ ਹੈ ਮਨ? ਓਹੋ ਕੀ ਬੋਲਿਆ ਸੀ ਮੈਂ ਸੁਣਿਆ ਨਹੀਂ। ਮਾਰ ਕਹਿੰਦੇ ਜਿਵੇਂ ਧੋਤੀ ਦੀ ਗੰਢ ਦਿੱਤੀ ਹੈ, ਇਵੇਂ ਧੋਤੀ ਦੀ ਤਰ੍ਹਾਂ ਨਾਲ ਰੱਖ ਮਨ ਨੂੰ। ਅੱਗੇ ਕਿਹਾ ਗਿਆਨ ਜਨੇਊ, ਗਿਆਨ ਦਾ ਜਨੇਊ ਕੱਲ੍ਹ ਵੀ ਰਾਤੀ ਜ਼ਿਕਰ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਜੇ ਇਹ ਜਨੇਊ ਹੈ ਤੇ ਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ। ਜਨੇਊ ਹੋਏ ਦਇਆ ਵਾਲੇ ਗੁਣ ਤੇਰੇ ਅੰਦਰ ਹੋਣ, ਤੇਰੇ ਅੰਦਰ ਸੰਤੋਖ ਜਤ ਤੇ ਸਤ ਵਾਲੇ ਗੁਣ ਹੋਣ, ਤਾਂ ਤੇਰੇ ਮੇਰੇ ਧਰਮ ਦੇ ਚਿੰਨ੍ਹ ਵੀ ਤਾਂ ਪ੍ਰਵਾਨ ਨੇ ਜੇ ਮੇਰੇ ਅੰਦਰ ਦਇਆ ਹੈ। ਜੇ ਮੈਂ ਦਇਆ ਹੀ ਨਹੀਂ ਕਰਦਾ, ਕੁਫਰ ਹੀ ਤੋਲ ਰਿਹਾ, ਤੇ ਫਿਰ ਮੈਂ ਗੁਰੂ ਦੇ ਦਿੱਤੇ ਇਹਨਾਂ ਸੁਹਾਗ ਵਾਲੇ ਚਿੰਨ੍ਹਾਂ 'ਤੇ ਵੀ ਦਾਗ ਲਾਵਾਂਗਾ। ਸੱਚੀ ਮੁੱਚੀ ਦਾਗ ਲਾਵਾਂ। ਇੱਕ ਕਿੰਨੀ ਕਮਾਲ ਦੀ ਗੱਥ ਹੈ। ਇੱਕ ਕਿਸੇ ਰਾਜੇ ਕੋਲ ਬੜਾ ਵੱਡਾ ਰਾਜ ਸੀ, ਪਰ ਉਸ ਸਮੇਂ ਦੇ ਜਿਹੜੇ ਉੱਥੇ ਦੇ ਗੁੰਡੇ ਖੜੇ ਹੋਏ ਨਾ, ਉਹਨਾਂ ਨੇ ਉਸ ਰਾਜ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਤੇ ਗੁੰਡਾ ਰਾਜ ਚੱਲ ਪਿਆ। ਤੇ ਉਸੇ ਇਲਾਕੇ ਦੇ ਵਿੱਚ ਇੱਕ ਫਕੀਰ ਰਹਿੰਦਾ ਸੀ ਜਿਹਦੇ ਕੋਲ ਬੜਾ ਮਹਿੰਗਾ ਘੋੜਾ ਸੀ। ਹੁਣ ਉਸ ਗੁੰਡੇ ਨੇ ਇਹ ਸੁਣਿਆ ਕਿ ਭਾਈ ਡਾਕੂ ਨੇ ਸੁਣਿਆ ਕਿ ਇੱਥੇ ਬਈ ਘੋੜਾ ਹੈ ਕਿਸੇ ਕੋਲ, ਤੇ ਉਹ ਕਹਿੰਦਾ ਆਪਣੇ ਬੰਦਿਆਂ ਨੂੰ, ਭਾਈ ਕਿਸੇ ਤਰ੍ਹਾਂ ਸ਼ਾਮ ਦਾਮ ਦੰਡ ਭੇਦ ਇਹ ਘੋੜਾ ਮੇਰੇ ਥੱਲੇ ਹੋਣਾ ਚਾਹੀਦਾ, ਇਸ ਇਲਾਕੇ ਦਾ ਸਭ ਤੋਂ ਮਹਿੰਗਾ ਘੋੜਾ ਹੈ। ਕਹਿੰਦੇ ਕਿ ਹੈ ਤੇ ਉਹ ਫਕੀਰ, ਕਹਿੰਦੇ ਸਭ ਕੁਝ ਕਰ ਸਕਦੇ ਹਾਂ, ਪਰ ਜੇ ਫਕੀਰ ਨਾਲ ਧੱਕਾ ਕੀਤਾ, ਜੇ ਫਕੀਰ ਨੂੰ ਮਾੜਾ ਬੋਲਿਆ, ਫਿਰ ਲੋਕਾਂ ਨੇ ਸਾਡੀ ਵੀ ਧੌਣ, ਉਹਨਾਂ ਦਾ ਗੋਡਾ ਹੋਣਾ ਤੇ ਧੌਣ ਸਾਡੀ ਹੋਣੀ ਹੈ। ਫਕੀਰ ਨਾਲ ਧੱਕਾ ਨਹੀਂ ਕਰ ਸਕਦੇ। ਫਿਰ ਉਹ ਡਾਕੂ ਕਹਿੰਦਾ ਕੋਈ ਨਹੀਂ, ਜਿਸ ਤਰ੍ਹਾਂ ਹੁੰਦਾ ਜਿੰਨੇ ਪੈਸੇ ਉਹਨੂੰ ਦੇ ਸਕਦੇ ਹੋ, ਜਿੰਨਾ ਮੇਰੀ ਤਜੂਰੀ ਖੁੱਲੀ ਹੈ ਉਹ ਖਰੀਦ ਲਿਆਓ। ਡਾਕੂ ਦਾ ਜਿਹੜਾ ਬੰਦਾ ਹੁੰਦਾ ਉਹ ਜਾਂਦਾ, ਕਹਿੰਦਾ ਬਾਬਾ ਤੇਰੇ ਕੋਲ ਘੋੜਾ? ਕਹਿੰਦੇ ਹਾਂ। ਕਹਿੰਦੇ ਵੇਚਣਾ ਹੈ? ਕਹਿੰਦਾ ਮੈਂ ਕਿੱਥੋਂ ਵੇਚਾਂ, ਮੈਂ ਤੇ ਛੋਟੇ ਤੋਂ ਪਾਲਿਆ ਇਹਨੂੰ, ਮੇਰਾ ਪੁੱਤਰਾਂ ਵਾਂਗ ਹੈ। ਕਹਿੰਦਾ ਬਾਬਾ 10 ਲੱਖ ਦਿੰਦੇ ਹਾਂ। ਉਹ ਕਹਿੰਦਾ ਕਿਉਂ ਮਜ਼ਾਕ ਕਰਦਾ? ਕਹਿੰਦੇ ਬਾਬਾ 30 ਲੱਖ ਦਿੰਦੇ ਹਾਂ। ਕਹਿੰਦੇ ਮੈਂ ਬੱਚਿਆਂ ਦੀ ਤਰ੍ਹਾਂ। ਕਹਿੰਦੇ ਵੇਚਣ ਦੀ ਗੱਲ ਕਰ, 50 ਲੱਖ ਦਿੰਦੇ ਹਾਂ। ਕਹਿੰਦੇ ਨਾ ਮੇਰੀ ਜਿੰਦ ਜਾਨ ਹੈ, ਮੈਂ ਰਵਾਂਗਾ ਕਿਵੇਂ? ਮੈਂ ਕਿਵੇਂ ਰਵਾਂਗਾ? ਉਹ ਕਹਿੰਦੇ ਸਿੱਧੀ ਗੱਲ ਹੈ ਬਾਬਾ, ਕਰੋੜ ਰੁਪਏ ਦਾ ਸੌਦਾ ਹੋ ਗਿਆ, ਲਿਆ ਲਗਾਮ ਫੜਾ ਇਹਦੀ ਤੇ ਸਾਨੂੰ ਦੇ। ਉਹ ਕਹਿੰਦਾ ਮੈਨੂੰ ਕਤਲ ਕਰਕੇ ਲੈ ਕੇ ਜਾਣਾ ਤੇ ਲੈ ਜਾਓ, ਮੈਨੂੰ ਮਾਰ ਕੇ ਲੈ ਕੇ ਜਾਣਾ ਤੇ ਲੈ ਜਾਓ, ਮੈਂ ਇਹ ਦੇ ਨਹੀਂ ਸਕਦਾ।
ਕਹਿੰਦੇ ਬਾਬਾ ਇਵੇਂ ਤੇ ਨਹੀਂ ਲਿਜਾ ਸਕਦੇ, ਇਵੇਂ ਲੈ ਕੇ ਜਾਣਾ ਹੁੰਦਾ ਤੇ ਅਸੀਂ ਪਹਿਲਾਂ ਹੀ ਲੈ ਜਾਂਦੇ। ਉਹਨਾਂ ਨੇ ਕਿਹੜਾ ਦੱਸਿਆ ਕਿ ਅਸੀਂ ਡਾਕੂ ਹਾਂ। ਖੈਰ ਉਹ ਵਾਪਸ ਮੁੜ ਗਏ ਤੇ ਅਗਲੇ ਦਿਨ ਉਹ ਘੋੜੇ ਤੇ ਸਵਾਰ ਹੋਇਆ। ਜਦ ਫਕੀਰ ਆਪਣੇ ਘਰੋਂ ਨਿਕਲਿਆ ਨਾ, ਇੱਕ ਬੜਾ ਬਜ਼ੁਰਗ ਬੰਦਾ ਬਣਿਆ ਹੋਇਆ, ਤੇ ਬਜ਼ੁਰਗ ਬੰਦਾ ਤੁਰੀ ਜਾਏ ਡਾਂਗ ਫੜ ਕੇ, ਹਾਏ ਹਾਏ ਕਰੇ ਕਿ ਮੈਨੂੰ ਕੋਈ ਜੇ ਅੱਜ ਘੋੜਾ ਨਹੀਂ, ਕੋਈ ਮੈਨੂੰ ਸਵਾਰੀ ਨਾ ਮਿਲੀ ਤੇ ਮੈਂ ਪਹੁੰਚ ਨਹੀਂ ਸਕਾਂਗਾ। ਮੈਂ ਬੜਾ ਐਵੇਂ ਰੋਲਾ ਪਾਏ, ਉਹ ਕੋਈ ਮੈਨੂੰ ਲੈ ਚਲੋ ਨਾਲ, ਕੋਈ ਲੈ ਚਲੋ। ਉਹ ਹੁਣ ਫਕੀਰ ਸੀ, ਉਹਨੇ ਘੋੜੇ ਤੋਂ ਛਾਲ ਮਾਰੀ ਤੇ ਆਖਿਆ ਬਾਬਾ ਤੂੰ ਘੋੜੇ ਤੇ ਬਹਿ ਜਾ, ਮੈਂ ਤੈਨੂੰ ਲੈ ਕੇ ਛੱਡ ਕੇ ਆਉਂਦਾ ਜਿੱਥੇ ਜਾਣਾ। ਤੇ ਜਦ ਉਹ ਘੋੜੇ ਤੇ ਬਿਠਾਇਆ ਉਸ ਬਿਮਾਰ ਬੰਦੇ ਨੂੰ, ਉਹਨੇ ਖਿੱਚੀ ਲਗਾਮ ਤੇ ਫਕੀਰ ਨੂੰ ਮਾਲੀ ਰੱਤ। ਕਹਿੰਦੇ ਕੱਲ੍ਹ ਇਹਦੀ ਕੀਮਤ ਕਰੋੜ ਰੁਪਏ ਸੀ, ਅੱਜ ਇਹਦੀ ਕੀਮਤ 1 ਲੱਤ ਹੈ। ਕਹਿੰਦੇ ਜੇ ਕੱਲ੍ਹ ਦੇ ਦਿੰਦਾ ਉਹ ਸੀ ਡਾਕੂ, ਉਹ ਸੀ ਡਾਕੂ। ਕਹਿੰਦੇ ਜੇ ਕੱਲ੍ਹ ਦੇ ਦਿੰਦਾ ਤੇ ਤੈਨੂੰ ਕਰੋੜ ਰੁਪਇਆ ਮਿਲ ਜਾਂਦਾ, ਤੂੰ ਕੱਲ੍ਹ ਜਿੱਦ ਕੀਤੀ ਦਿੱਤਾ ਨਹੀਂ, ਅੱਜ ਇਹਦੀ ਕੀਮਤ ਤੈਨੂੰ ਲੱਤ ਮਿਲੇਗੀ। ਪਰਾਂ ਹੁਣ ਜਿਹਦੇ, ਉਹ ਕਹਿੰਦਾ ਵਾਕਈ, ਫਕੀਰ ਕਹਿੰਦਾ ਵਾਕਈ ਜਿਹਦੇ ਹੱਥ 'ਚ ਲਗਾਮ ਹੁੰਦੀ ਹੈ ਘੋੜਾ ਉਹਦਾ ਹੁੰਦਾ। ਬਸ ਇੱਕ ਕੰਮ ਕਰੀ, ਇੱਕ ਕੰਮ। ਕਹਿੰਦਾ ਕੀ? ਕਹਿੰਦੇ ਕਿਸੇ ਨੂੰ ਅੱਜ ਤੱਕ ਜਿਉਂਦੇ ਸਾਹ, ਅੰਤਮ ਸਾਹ ਤੱਕ ਇਹ ਨਾ ਦੱਸੀ ਕਿ ਇਹ ਘੋੜਾ ਤੂੰ ਕਿਵੇਂ ਖੋਇਆ ਮੇਥੋਂ, ਕਿ ਕਿਵੇਂ ਤੂੰ ਧੱਕੇ ਨਾਲ। ਕਹਿੰਦੇ ਕਿਉਂ? ਕਹਿੰਦੇ ਜੇ ਸੰਸਾਰ 'ਚ ਇਹ ਪਤਾ ਲੱਗ ਜਾਏਗਾ ਨਾ ਕਿ ਤੂੰ ਧੱਕੇ ਨਾਲ ਖੋਇਆ ਮੇਰੇ ਤੋਂ ਘੋੜਾ, ਐਵੇਂ ਇਹ ਕਹਾਣੀ ਸੀ, ਕਹਿੰਦੇ ਫਿਰ ਅੱਜ ਤੋਂ ਬਾਅਦ ਕੋਈ ਕਿਸੇ ਦੀ ਸੇਵਾ ਵੀ ਨਹੀਂ ਕਰੇਗਾ। ਅੱਜ ਤੋਂ ਬਾਅਦ ਲੋਕਾਂ ਦੇ ਅੰਦਰ ਦਇਆ ਖਤਮ ਹੋ ਜਾਏਗੀ ਕਿ ਕਿਸੇ ਨੂੰ ਬਿਮਾਰ ਨੂੰ ਦੇਖ ਕੇ ਕਿਸੇ ਦੀ ਬਾਂਹ ਵੀ ਨਹੀਂ ਫੜੇਗਾ। ਤੂੰ ਲੈ ਕੇ ਜਾਣਾ ਬੇਸ਼ੱਕ ਲੈ ਜਾ, ਪਰ ਦੁਨੀਆ ਵਿੱਚ ਕਦੀ ਇਹ ਕਹਾਣੀ ਨਾ ਸੁਣਾਈ ਕਿ ਇਹ ਘੋੜਾ ਤੂੰ ਧੋਖੇ ਨਾਲ ਖੋਇਆ। ਜੇ ਦੁਨੀਆ ਨੂੰ ਪਤਾ ਲੱਗ ਜਾਏਗਾ ਨਾ ਕਿ ਅੱਗੇ ਕੋਈ ਧੋਖੇਬਾਜ਼ ਵੀ ਹੋ ਸਕਦਾ ਤੇ ਬੰਦਾ ਕਿਸੇ ਦੀ ਬਾਂਹ ਵੀ ਨਹੀਂ ਫੜੇਗਾ, ਸੇਵਾ ਵੀ ਨਹੀਂ ਕਰੇਗਾ। ਇਹਨੂੰ ਮਹਾਰਾਜ ਜੀ ਨੇ ਕਿਹਾ, ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਦਇਆ ਮਰਨੀ ਨਹੀਂ ਚਾਹੀਦੀ। ਅਗਲਾ ਬੰਦਾ ਭਾਵੇਂ ਜਿਹੋ ਜਿਹਾ ਮਰਜ਼ੀ ਹੋਏ, ਤੇਰਾ ਫਰਜ਼ ਹੈ ਤੈਨੂੰ ਦਇਆ ਕਰਨੀ, ਤੇ ਰੱਬ ਦੀ ਦਰਗਾਹ 'ਚ ਤੈਨੂੰ ਤੇਰੀ ਕੀਤੀ ਦਇਆ ਦਾ ਫਲ ਮਿਲਣਾ। ਇਸ ਕਰਕੇ ਪੰਡਤ ਜੀ ਗਿਆਨ ਜਨੇਊ, ਬਾਹਰ ਦਾ ਦਿਖਾਵਾ ਨਹੀਂ, ਬਾਹਰ ਦਾ ਦਿਖਾਵਾ ਕਰਕੇ ਅਹੰਕਾਰ ਨਹੀਂ, ਅੰਦਰ ਦੀ ਦਇਆ ਹੋਏ। ਅੱਗੇ ਕਹਿੰਦੇ ਧਿਆਨ ਕੁਸਪਾਤੀ, ਜਦ ਪਿਤਰੀ ਕਰਮ ਤੇ ਹੋਰ ਯੱਗ ਕਰਨੇ ਹੁੰਦੇ ਹੈ ਤੇ ਚਿੱਚੀ ਉਂਗਲ ਦੇ ਨਾਲ ਵਾਲੀ ਉਂਗਲ 'ਚ ਪਿੱਤਲ ਦਾ ਛੱਲਾ ਪਵਾਇਆ ਜਾਂਦਾ ਹੈ ਪ੍ਰੋਹਿਤ ਵੱਲੋਂ। ਉਹ ਜ਼ਰੂਰੀ ਹੁੰਦਾ ਹੈ ਜਿਹਦੇ ਪਿਤਰੀ ਕਰਮ ਹੋ ਰਹੇ ਹੁੰਦੇ। ਅੱਜ ਤੇ ਜਣਾ ਖਣਾ ਪਾਈ ਫਿਰਦਾ, ਪਰ ਗੁਰਬਾਣੀ ਕਹਿੰਦੀ ਹੈ ਉਹ ਪਾਉਂਦਾ ਜਿਹੜਾ ਸਨਾਤਨ ਧਰਮ ਦੇ ਕਰਮ ਕਰਦਾ। ਕਹਿੰਦੇ ਤੂੰ ਜਨੇਊ ਨੂੰ ਗਿਆਨ ਬਣਾ ਤੇ ਪਾਈ ਹੋਈ ਛੱਲੇ ਮੁੰਦਰੇ ਨੂੰ ਆਪਣਾ ਧਿਆਨ ਬਣਾ। ਤੈਨੂੰ ਕੁਝ ਪਾਉਣ, ਜਿਸ ਤਰ੍ਹਾਂ ਉਹ ਨਾਲ ਉਂਗਲ ਦੇ ਪੈ ਗਈ ਤੇ ਪੈ ਗਈ, ਤੂੰ ਭਾਵੇਂ ਜੋ ਮਰਜ਼ੀ ਕਰੀ ਜਾ, ਛੱਲਾ ਨਹੀਂ ਉਤਰਨਾ। ਇਵੇਂ ਹੀ ਜਦ ਤੇਰੇ ਅੰਦਰ ਗੁਰੂ ਦਾ ਧਿਆਨ ਜੁੜ ਜਾਏ, ਤੂੰ ਭਾਵੇਂ ਜੋ ਮਰਜ਼ੀ ਕਰੀ ਜਾ, ਜੀਵਨ ਦੇ ਕੰਮ ਗ੍ਰਸਤ ਕਰੀ ਜਾ, ਕਾਰੋਬਾਰ ਕਰੀ ਜਾ, ਤੇਰਾ ਇਹ ਧਿਆਨ ਨਾ ਹਟੇ। ਹਰ ਨਾਮਾ ਜਸ ਜਾਚੋ ਨਾਉ, ਗੁਰ ਪ੍ਰਸਾਦੀ ਬ੍ਰਹਮ ਸਮਾਓ। ਇਵੇਂ ਪ੍ਰਭੂ ਦਾ ਨਾਮ ਜਪ, ਇਵੇਂ ਪ੍ਰਭੂ ਦੀ ਬੰਦਗੀ ਕਰ, ਤੂੰ ਗੁਰੂ ਦੀ ਕਿਰਪਾ ਦੇ ਨਾਲ ਬ੍ਰਹਮ ਵਿੱਚ ਸਮਾ ਜਾਏਗਾ ਜੀ। ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚ ਨਾਮੋ ਪੜੋ, ਨਾਮੇ ਚੱਜ ਆਚਾਰ ਰਹਾਉ। ਪਾਂਡੇ ਐਸਾ ਬ੍ਰਹਮ ਵਿਚਾਰ, ਇਹੋ ਜਿਹਾ ਬ੍ਰਾਹਮਣ ਬਣ, ਇਹੋ ਜਿਹਾ ਬ੍ਰਹਮ ਨੂੰ ਵਿਚਾਰ। ਨਾਮ ਹੀ ਤੇਰੀ ਸੁਚ ਹੋਏ, ਨਾਮ ਹੀ ਤੇਰੇ ਵੇਦ ਪਾਠ ਪੜ੍ਹੋਂ ਦਾ ਮਤਲਬ ਵੇਦ ਪਾਠ ਹੋਣ, ਤੇ ਚੱਜ ਆਚਾਰ, ਤੇਰੀ ਦੇਵੀ ਪੂਜਾ, ਤੇਰਾ ਸਾਰਾ ਨਿਵਾਲਣਾ ਭੋਗ ਕਰਨਾ, ਇਹ ਸਿਰਫ ਤੇਰੇ ਅੰਦਰ ਪੂਜਾ ਕੀਚੈ। ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਈ। ਇਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਜੀ। ਬਾਹਰ ਜਨੇਊ ਜਿਚਰ ਜੋਤ ਹੈ ਨਾਲ, ਧੋਤੀ ਟਿੱਕਾ ਨਾਮ ਸਮਾਲ, ਐਥੈ ਉਥੈ ਨਿਭੀ ਨਾਲ, ਵਿਣ ਨਾਵੈ ਹੋਰ ਕਰਮ ਨਾ ਪਾਲ। ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਕੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ। ਤਨ ਸੋ ਮਾਨਸ ਨਾਨਕਾ ਜੋਗਲ ਚੱਲੈ ਪਾਏ। ਉਹ ਵਾਲਾ ਨਾ ਟੁੱਟੇ। ਇਹ ਨਾ ਹੋਏ ਕਿ ਪਾ ਦਿੱਤਾ ਉਹ ਮੂਆ, ਉਹ ਤੱਗ ਪਿਆ, ਨਹੀਂ ਉਹ ਟੁੱਟ ਗਿਆ ਤੱਗ, ਉਹ ਫਿਰ ਜਦ ਬੰਦਾ ਹੀ ਮਰ ਗਿਆ ਤੇ ਤੱਗ ਵੀ ਸਾੜ ਦਿੱਤਾ ਜਾਏਗਾ। ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ। ਮਹਾਰਾਜ ਕਹਿੰਦੇ ਇਵੇਂ ਨਹੀਂ। ਸਾਹਿਬ ਜੀ ਕਹਿੰਦੇ ਇਹੋ ਜਿਹਾ ਜਨੇਊ, ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਬਾਹਰ ਦਾ ਦਿਖਾਵਾ, ਬਾਹਰ ਦੇ ਇਹ ਦਿਖਦੇ ਸਾਰੇ ਕਰਮ, ਇਹ ਕਰਮ ਦੇ ਚਿੰਨ੍ਹ, ਇਹ ਸਭ ਜਿਉਂਦੇ ਜੀ ਨਾਲ ਨੇ, ਪਰ ਅਸਲ ਦੇ ਵਿੱਚ ਜੇ ਚੰਗੇ ਕਰਮ ਨੇ ਉਹ ਮਰਨ ਤੋਂ ਬਾਅਦ ਵੀ ਨਾਲ ਜਾਣਗੇ, ਚੰਗੇ ਗੁਣ ਨਾਲ ਜਾਣਗੇ।
ਧੋਤੀ ਟਿੱਕਾ ਨਾਮ ਸੰਭਾਲ, ਤੇਰੀ ਧੋਤੀ ਤੇ ਤੇਰੀ ਟਿੱਕਾ ਇਹ ਰੱਬ ਦੇ ਨਾਮ ਨੂੰ ਹਿਰਦੇ 'ਚ ਸੰਭਾਲਣਾ, ਗੁਣਾਂ ਨੂੰ ਸੰਭਾਲਣਾ ਹੋਵੇ। ਇੱਥੇ ਉੱਥੇ ਨਿਭੀ ਨਾਲ, ਇੱਥੋਂ ਜਨੇਊ ਨਾਲ, ਧੋਤੀ ਨਾਲ, ਸਾਡੇ ਕਕਾਰ ਨਾਲ ਨਹੀਂ ਜਾਣਗੇ, ਮੈਨੂੰ ਖਿਮਾ ਬਖਸ਼ਿਓ, ਸਾਡੇ ਗੁਣ ਨਾਲ ਜਾਣਗੇ, ਜਿਨ੍ਹਾਂ ਕਕਾਰਾਂ ਨੂੰ ਧਾਰਨ ਕਰਕੇ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਇਹ ਨਿਭਣ ਵਾਲੇ ਨੇ। ਮਿਣ ਨਾਵੈ ਹੋਰ ਕਰਮ ਨਾ ਭਾਲ, ਨਾਮ ਤੋਂ ਬਿਨਾ ਹੋਰ ਸਾਰੇ ਕਰਮ ਫੋਕਟ ਨੇ ਜੀ। ਪੂਜਾ ਪ੍ਰੇਮ ਮਾਇਆ ਪਰ ਜਾਲ, ਏਕੋ ਵੇਖੋ ਅਵਰ ਨਾ ਪਾਲ। ਚੀਨਹਿ ਤਤ ਗਗਨ 10 ਦਵਾਰ, ਹਰ ਮੁਖ ਪਾਠ ਪੜੈ ਵਿਚਾਰ। ਆਪਣੇ ਮਨ ਉੱਤੋਂ ਮਾਇਆ ਦੇ ਸਾਰੇ ਆਲ ਜੰਜਾਲ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਾਸ਼ਨਾ ਤ੍ਰਿਸ਼ਨਾ ਈਰਖਾ ਚੁਗਲੀ, ਇਹ ਤੇਰੀ ਪ੍ਰੇਮ ਪੂਜਾ ਹੋਏ। ਮਾਇਆ ਨੂੰ ਤੂੰ ਤਿਆਗ ਦੇ। ਏਕੋ ਵੇਖੋ ਅਵਰ ਨਾ ਭਾਲ, ਹੋਰ ਸਾਰੇ ਇਸ਼ਟ ਦੇਵੀ ਦੇਵਤਿਆਂ ਦੀ ਤੂੰ ਸ਼ਰਨ ਛੱਡ, ਇੱਕ ਨਿਰਗੁਣ ਵਾਹਿਗੁਰੂ ਦਾ ਸਿਮਰਨ ਕਰ, ਉਹਨੂੰ ਲੱਭ। ਚੀਨੈ ਤਤ ਗਗਨ 10 ਦਵਾਰ, ਆਪਣੇ ਅੰਦਰ ਹੀ ਲੱਭ, ਬਾਹਰ ਕਿਥੇ ਵੀ ਨਹੀਂ ਮਿਲਣਾ। ਅੰਦਰ ਵੇਖ, ਹਰ ਮੁਖ ਪਾਠ ਪੜੈ ਵਿਚਾਰ, ਆਪਣੇ ਮੁਖ ਉੱਤੇ ਰੱਬ ਦੀ ਬੰਦਗੀ ਗੁਰੂ ਦਾ ਸ਼ਬਦ ਸਦਾ ਹੀ ਰੱਖ, ਔਰ ਉਸ ਪੜ੍ਹੇ ਹੋਏ ਸ਼ਬਦ ਦੀ ਹਿਰਦੇ ਵਿੱਚ ਵਿਚਾਰ ਕਰੀ ਜਾ ਜੀ। ਭੋਜਨ ਪਾਓ ਪਰਮ ਪਾਓ ਭਾਗੈ, ਪਾਹਰੁਆਰਾ ਛਬ ਚੋਰ ਨਾ ਲਾਗੈ। ਤਿਲਕ ਲਿਲਾਟ ਜਾਣੈ ਪ੍ਰਭ ਏਕ, ਬੂਝੈ ਬ੍ਰਹਮ ਅੰਤਰ ਵਿਵੇਕ। ਇੱਕ ਭੋਜਨ ਕਰ, ਇਹ ਵਾਲਾ ਜਿਹੜਾ ਨਾਲ ਨਿਬੜ ਵਾਲਾ ਹੈ, ਜਿਹੜਾ ਹੈ ਕਿ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਗੁਰੂ ਦੀ ਸਿਫਤ ਸਲਾਹ ਦਾ ਆਤਮਕ ਭੋਜਨ ਖਾ ਲੈ, ਰੱਜ ਜਾਏਗਾ, ਤੇਰਾ ਭਾਉ ਖਤਮ ਹੋ ਜਾ। ਭੋਜਨ ਭਾਉ ਭਰਮ ਭਾਉ ਭਾਗੈ। ਪਹਰੂਆਰਾ ਕਹਿੰਦੇ ਆ ਪਹਿਰੇਦਾਰ, ਜਿਹਨੂੰ ਕਿਹਾ ਕਿ ਜੇ ਸਾਡੇ ਹਰ ਇੱਕ ਬਲਾਕ ਦੇ ਬਾਹਰ ਸਿਕਿਉਰਿਟੀ ਗਾਰਡ ਬੈਠਾ, ਕੋਈ ਬਾਹਰਲਾ ਬੰਦਾ ਵੜੇਗਾ ਤੇ ਉਹਨੂੰ ਪਹਿਲਾਂ ਪੁੱਛ ਪੜਤਾਲ ਹੋਏਗੀ ਕਿੱਥੋਂ ਹੈ, ਜੇ ਜਿਹਦਾ ਕੰਮ ਹੀ ਨਹੀਂ ਉਹ ਵੜ ਨਹੀਂ ਸਕਦਾ। ਇਵੇਂ ਹੀ ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਜਦ ਗੁਰੂ ਦੇ ਸ਼ਬਦ ਦੀ ਅੰਦਰ ਬਰਕਤ ਹੋਏਗੀ ਨਾ, ਇੱਥੇ ਇੱਕ ਵੀ ਵਿਕਾਰ ਅੰਦਰ ਨਹੀਂ ਵੜ ਸਕਦਾ। ਗੁਰੂ ਕਾ ਸ਼ਬਦ ਪਹਿਰੂਆਰਾ, ਪਹਿਰੇਦਾਰ ਬਣ ਕੇ ਰੋਕ ਲੇਗਾ। ਛਬ ਚੋਰ ਨਾ ਲਾਗੈ, ਛਬ ਕਹਿੰਦੇ ਕੋਈ ਨੁਕਸਾਨ ਕਰਨ ਵਾਲਾ, ਚੋਰ ਨਹੀਂ ਆਏਗਾ ਅੰਦਰ, ਵਿਕਾਰ ਨਹੀਂ ਆਏਗਾ। ਤਿਲਕ ਲਿਲਾਟ ਜਾਣੈ ਪ੍ਰਭ ਏਕ, ਬੂਝੈ ਬ੍ਰਹਮ ਅੰਤਰ ਵਿਵੇਕ। ਤੇਰਾ ਤਿਲਕ ਤੇ ਧੋਤੀ ਰੱਬ ਦਾ ਨਾਮ ਹੋਏ ਤੇ ਆਪਣੇ ਅੰਦਰ ਇੱਕ ਨੂੰ ਵਿਵੇਕ ਬੁੱਧੀ ਨਾਲ ਵਿਚਾਰ ਜੀ। ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜੈ ਨਹੀਂ ਕੀਮਤ ਪਾਏ। ਅਸ਼ਟ ਦਸੀ ਚੌ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਆਚਾਰੀ ਨਹੀਂ ਜੀਤਿਆ ਜਾਏ। ਆਚਾਰੀ ਦਾ ਮਤਲਬ ਪੂਜਾ ਪਾਠ ਨੇਮ ਬ੍ਰਤ ਧਰਮ ਕਰਮ, ਇਹਦੇ ਨਾਲ ਜੇ ਰੱਬ ਮਿਲਣਾ ਹੁੰਦਾ ਤੇ ਸਾਰੇ ਪ੍ਰਾਪਤ ਕਰ ਲੈਂਦੇ। ਮਿਲਣਾ ਤੇ ਬਖਸ਼ਿਸ਼ ਨਾਲ ਹੈ, ਕਿਰਪਾ ਨਾਲ ਹੈ, ਕਿਰਪਾ ਦੇ ਪਾਤਰ ਬਣੀਏ। ਪਾਠ ਪੜ੍ਹੈ ਨਾਹੀਂ ਕੀਮਤ ਪਾਏ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਇਵੇਂ ਨਹੀਂ ਮਿਲਦਾ। ਅਸ਼ਟ ਦਸ਼ੀ ਚਾਹੋ ਭੇਦ ਨਾ ਪਾਇਆ। 18 ਅਸ਼ਟਦਸ਼ੀ 18 ਪੁਰਾਣ 4 ਵੇਦ, ਜੇ ਐਵੇਂ ਤੂੰ ਉਹਨਾਂ ਦੇ ਵਾਦ ਵਿਵਾਦ ਕਰ ਲੇਂਗਾ ਤੇ ਫਿਰ ਭੇਦ ਤੈਨੂੰ ਨਹੀਂ ਮਿਲਣਾ। ਨਾਨਕ ਸਤਿਗੁਰ ਬ੍ਰਹਮ ਦਿਖਾਇਆ, ਗੁਰੂ ਦੇ ਰਾਹੀਂ ਆਪਣੇ ਅੰਦਰ ਸੱਚ ਦੀ ਪਛਾਣ। ਇਹ ਵਾਲਾ ਕਰਮ ਸਿੱਖ ਕਿ ਭਾਈ ਬਾਹਰ ਕਿਉਂ ਲੱਭਣ ਜਾਂਦਾ ਹੈ। ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਦੇ ਸ਼ਬਦ ਦਾ ਸਿਮਰਨ, ਗੁਰੂ ਦੇ ਮੰਤਰ ਦਾ ਸਿਮਰਨ ਆਪਣੇ ਮਨ ਅੰਦਰ ਕਰ, ਅੰਦਰ ਹੀ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ। ਇੱਥੇ ਅੱਜ ਵਿਚਾਰਾਂ ਦੀ ਸਮਾਪਤੀ ਹੈ। 2-4 ਮਿੰਟ ਮੈਂ ਵੱਧ ਲਏ, ਖਿਮਾ ਦਾ ਜਾਚਕ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਸ਼ੁਕਰਾਨਾ। ਆਪ ਸੰਗਤਾਂ ਦਾ ਸ਼ੁਕਰਾਨਾ, ਆਪ ਬਹੁਤ ਸਾਥ ਦੇ ਰਹੇ ਹੋ ਸੰਗਤ ਜੀ। ਆਪ ਸੰਗਤ ਜੀ ਦੇ ਪ੍ਰੇਮ ਅਹਿਸਾਸ ਤੋਂ ਬਿਨਾਂ ਇਹ ਕਾਰਜ ਨਹੀਂ ਹੋ ਸਕਦੇ। ਬਹੁਤ ਧੰਨਵਾਦ ਭਾਈ ਸਾਹਿਬ ਜੀ ਹੋਰਾਂ ਦਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।